ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਹਿਣਸ਼ੀਲ ਸੰਤੰ ਸੰਮਿਤਰਸਯ ਦੁਜਨੈ, ਨਾਨਕ ਭੋਜਨ ਅਨੇਕ ਪ੍ਰਕਾਰੇਣ। ਨਿੰਦਕ ਆਬਦ ਹੋਏ ਉਪਸਥਿਤ ਤੇ, ਤਿਰਸਕਾਰ ਨਹਿ ਭਵੰਤ, ਨਹਿ ਭਵੰਤ ਮਾਨ ਭੰਗਨੈ। ਸੋਭਾਹੀਣ ਨਹਿ ਭਵੰਤ, ਨਹਿ ਪੋਹੰਤ ਸੰਸਾਰ ਦੁਖ ਨੈ। ਗੋਬਿੰਦ ਨਾਮ ਜਪੰਤ, ਮਿਲ ਸਾਧ ਸੰਗੈ। ਨਾਨਕ ਸੇ ਪ੍ਰਾਣੀ ਸੁਖ ਵਾਸਨੈ। ਸੈਨਾ ਸਾਧ ਸਮੂਹ ਸੂਰ, ਅਜਿਤਿ ਸਨਾਤਨ ਨਿਮਰਤਾ। ਆਵਦੈ ਗੁਣ ਗੋਬਿੰਦ ਰਮਣੰ, ਓਟ ਗੁਰ ਸ਼ਬਦ ਕਰ ਚਰਮਣੈ। ਆਰੂੜ ਤੇ ਅਸਵ ਰਥ ਨਾਗੈ, ਬੁਝੰਤੇ ਪ੍ਰਭ ਮਾਰਗੈ। ਵਿਚਰਤੇ ਨਿਰਭਯੰ ਸਤਰ ਸੈਨਾ ਧਾਯੰਤੇ, ਗੋਪਾਲ ਕੀਰਤਨੈ। ਜਿਤਤੇ ਵਿਸ਼ਵ ਸੰਸਾਰੈ, ਨਾਨਕ ਵਸਿਐ ਕ੍ਰੋਧ ਪੰਚ ਤਸਕਰੈ। ਵਿਚਰਤੇ ਨਿਰਭਯੰ ਸਤਰ ਸੈਨਾ ਧਾਯੰਤੇ, ਗੋਪਾਲ ਕੀਰਤਨੈ। ਜਿਤਤੇ ਵਿਸ਼ਵ ਸੰਸਾਰੈ, ਨਾਨਕ ਵਸਿਐ ਕ੍ਰੋਧ ਪੰਚ ਤਸਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਜਨੋ, ਗਰੁੱਪ ਮੈਂਬਰ ਸਾਹਿਬਾਨ, ਅੱਜ ਦੀ ਵਿਚਾਰ ਤੋਂ ਸ਼ੁੱਧੀ ਅਨੁਸਾਰ ਹਾਜ਼ਰ ਹੈ। ਸੰਤ ਸਹਿਣਸ਼ੀਲ ਹੁੰਨੇ, ਕੰਸਿਡਰੇਟ ਹੁੰਨੇ, ਦੂਜੇ ਦੀ ਗੱਲ ਨੂੰ ਬਰਦਾਸ਼ਤ ਕਰ ਲੈਂਦੇ। ਸਮ ਮਿਤਰਸਯ ਦੁਰਜਨ, ਉਹ ਮਿੱਤਰਾਂ ਨੂੰ ਅਤੇ ਦੁਰਜਨਾਂ ਨੂੰ ਬਰਾਬਰ ਸਮਝਦੇ। ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜਾ ਮਿੱਤਰ ਹੈ ਉਹ ਵੀ ਪਰਮਾਤਮਾ ਨੇ ਵਰਸਾਇਆ ਹੋਇਆ, ਵਿਕਸਾਇਆ ਹੋਇਆ, ਤੇ ਜਿਹੜਾ ਦੁਰਜਨ ਹੈ ਉਹਨੂੰ ਵੀ ਖੋਟੀ ਮੱਤ ਉਸੇ ਨੇ ਦਿੱਤੀ ਹੋਈ। ਕਿਸੇ ਦੇ ਵੱਸ ਨਹੀਂ ਹੁੰਦਾ। ਜਿਹੜਾ ਭੁੱਲਿਆ ਹੋਇਆ ਉਹ ਵੀ ਉਹਨੇ ਭੁਲਾਇਆ ਹੋਇਆ ਭਾਈ, ਜਿਹੜੇ ਨੂੰ ਮਾਰਗ ਦੱਸਿਆ ਹੋਇਆ, ਸੁਜਾਨ ਹੈ, ਉਹ ਵੀ ਉਸੇ ਦਾ ਬਖਸ਼ਿਆ ਹੋਇਆ। ਨਾਨਕ ਭੋਜਨ ਅਨੇਕ ਪ੍ਰਕਾਰੇਣ, ਨਿੰਦਕ ਆਬਦ ਹੋਏ ਉਪਤਿਸ਼ਠਤੇ। ਸਾਧ ਸੰਗਤ ਜੀਓ, ਇਹ ਜਿਹੜਾ ਸ਼ਬਦ ਹੈ ਉਪਸਥਿਤ, ਕਹਿੰਦੇ ਸਾਹਮਣੇ ਆ ਕੇ ਖੜੇ ਹੋ ਜਾਣਾ। ਇਹ ਹਿੰਦੀ ਦਾ ਸ਼ਬਦ ਹੈ। ਅਕਸਰ ਖਬਰਾਂ ਵਗੈਰਾ ਸੁਣਦੇ ਹਾਂ ਆਪਾਂ, ਰੇਡੀਓ ਤੇ ਟੈਲੀਵਿਜ਼ਨ ਵਗੈਰਾ ਤੇ ਬਹੁਤ ਆਉਂਦਾ ਸ਼ਬਦ ਉਪਸਥਿਤ ਹੋਣਾ, ਉਪਤਿਸ਼ਠਤੇ। ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਹੈ, ਜਗਤ ਦੇ ਪਾਲਣਹਾਰ, ਬਈ ਕਿੰਨੇ ਪ੍ਰਕਾਰ ਦੇ ਭੋਜਨ ਲੈ ਕੇ ਕੋਈ ਆ ਜਾਵੇ, ਕੋਈ ਨਿੰਦਿਆ ਕਰੀ ਜਾਵੇ, ਕੋਈ ਹਥਿਆਰ ਲੈ ਕੇ ਸਾਹਮਣੇ ਆ ਕੇ ਖੜ ਜੇ, ਸੰਤ ਨੂੰ ਕੋਈ ਫਰਕ ਨਹੀਂ ਪੈਂਦਾ। ਸੰਤ ਸਭ ਨੂੰ ਇੱਕੋ ਜਿਹਾ ਸਮਝਦੇ। ਤਿਰਸਕਾਰ ਨਹਿ ਭਵੰਤ, ਭਵੰਤ ਹੁੰਦਾ ਹੋਣਾ, ਉਹਨਾਂ ਦਾ ਤਿਰਸਕਾਰ ਨਹੀਂ ਹੁੰਦਾ। ਨਹਿ ਭਵੰਤ ਮਾਨ ਮੰਗਣਾ, ਉਹਨਾਂ ਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ।
ਸੰਤ ਨੂੰ ਕੌਣ ਨਿੰਦੂਗਾ? ਨਿੰਦ ਕੇ ਆਪਣਾ ਆਪਾ ਖਰਾਬ ਕਰੂਗਾ, ਸੰਤ ਨੂੰ ਕੁਛ ਨਹੀਂ ਫਰਕ ਪੈਂਦਾ। ਪਰਮਾਤਮਾ ਨੂੰ ਜੇ ਕੋਈ ਬੁਰਾ ਭਲਾ ਵੀ ਕਹਿੰਦਾ ਹੈ ਤਾਂ ਉਹਦਾ ਕਿਆ ਵਿਗੜਦਾ ਹੈ? ਸੋਭਾਹੀਣ ਨਹਿ ਭਵੰਤ, ਉਹ ਕਦੇ ਵੀ ਸੋਭਾਹੀਣ ਨਹੀਂ ਹੁੰਦਾ ਜਿਹੜਾ ਸੰਤ ਹੈ, ਜਿਹੜਾ ਅੰਦਰ ਤੋਂ ਜੁੜ ਚੁੱਕਿਆ। ਨਹਿ ਪੋਹੰਤ ਸੰਸਾਰ ਦੁੱਖ ਨੇ, ਜਿਹੜਾ ਰੱਬ ਨੂੰ ਮੰਨਦਾ ਹੈ, ਉਹਦੀ ਗੱਲ ਨੂੰ ਸੁਣਦਾ ਔਰ ਉਹਦੇ ਤੇ ਅਮਲ ਕਰਦਾ ਹੈ, ਉਹਨੂੰ ਕਾਲ ਪੋਹ ਨਹੀਂ ਸਕਦਾ, ਸੰਸਾਰ ਦੇ ਦੁੱਖ ਪੋਹ ਨਹੀਂ ਸਕਦੇ, ਤੰਗ ਨਹੀਂ ਕਰਦੇ, ਛੂਹ ਨਹੀਂ ਸਕਦੇ। ਗੋਬਿੰਦ ਨਾਮ ਜਪੰਥ ਮਿਲ ਸਾਧ ਸੰਗੈ, ਨਾਨਕ ਸੇ ਪ੍ਰਾਣੀ ਸੁਖ ਵਾਸਨਾ। ਪਰਮਾਤਮਾ ਦਾ, ਗੋਬਿੰਦ ਦਾ ਨਾਮ ਜਪਦੇ ਆ ਸੰਗਤ ਦੇ ਵਿੱਚ, ਮਿਲ ਸਾਧ ਸੰਗੈ, ਸੰਤ ਮੰਡਲ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਆ। ਪਾਤਸ਼ਾਹ ਫਰਮਾਉਂਦੇ ਉਹ ਪ੍ਰਾਣੀ ਸੁੱਖਾਂ ਵਿੱਚ ਵਸਦੇ ਆ। ਸੁੱਖ ਤੋਂ ਮਤਲਬ ਹੈ ਆਨੰਦ ਵਿੱਚ। ਸੁੱਖ ਤਾਂ ਸੰਸਾਰ ਵਿੱਚ ਵੀ ਬਥੇਰਾ ਹੁੰਦਾ, ਬੜੇ ਬੜੇ ਲੋਕ ਪੈਸੇ ਵਾਲੇ ਕਾਫੀ ਸੁਖੀ ਹੁੰਦੇ ਆ, ਪਰ ਇੱਥੇ ਗੱਲ ਆਨੰਦ ਦੀ ਹੈ। ਸੰਤ ਕੋਲ ਆਨੰਦ ਹੁੰਦਾ ਹੈ। ਸੈਨਾ ਸਾਧ ਸਮੂਹ ਸੂਰ ਅਜਿਤਯ ਸੰਨਾਹ ਤਨ ਨਿਮਰਤਾ, ਸੰਨਾਹੰ ਤਨ ਨਿਮਰਤਾ। ਇਹ ਜਿਹੜੇ ਸਾਧੂ ਲੋਕਾਂ ਦੀ ਸੈਨਾ ਹੈ, ਮਤਲਬ ਹੈ ਸਾਧੂ ਜਨਾਂ ਦਾ ਇਕੱਠ ਹੈ। ਇਹ ਸੂਰਮੇ ਹੈ, ਅਜਿੱਤ ਹੈ। ਇਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਤ ਨਹੀਂ ਸਕਦੇ। ਇਹਨਾਂ ਦੇ ਤਨ ਦੇ ਉੱਤੇ ਜਿਹੜੀ ਸਨਾਹ ਹੈ, ਸੰਜੋਗ ਪਾਈ ਹੋਈ ਹੈ, ਉਹ ਨਿਮਰਤਾ ਦੀ ਹੈ। ਹੱਥ ਬੰਨ ਕੇ ਖਿਮਾ ਮੰਗਣੀ ਇਹਨਾਂ ਦਾ ਗੁਣ ਹੁੰਦਾ ਹੈ। ਸਾਧੂ ਲੋਕ ਕਦੇ ਵੀ ਉੱਚਾ ਨਹੀਂ ਬੋਲਦੇ, ਸਤ ਵਚਨ ਕਹਿ ਕੇ ਅੱਗੇ ਹੋ ਜਾਂਦੇ। ਤੋ ਜਿੰਨੀ ਵੀ ਸਾਧ ਸੰਗਤ ਹੁੰਦੀ ਹੈ ਉਹ ਬਿਲਕੁਲ ਅਜਿੱਤ ਹੁੰਦੀ ਹੈ, ਸੂਰਮੇ ਹੁੰਦੇ ਆ, ਜਿਹੜੇ ਪੰਜਾਂ ਨੂੰ ਕੰਟਰੋਲ ਕਰਿਆ ਵਾ ਹੁੰਦਾ ਜਿਨ੍ਹਾਂ ਨੇ, ਔਰ ਸੰਜੋਗ ਪਹਿਨੀ ਹੁੰਦੀ ਹੈ ਜਿਵੇਂ ਲੋਹੇ ਦਾ ਇੱਕ ਵਸਤਰ ਜਿਹਾ ਹੁੰਦਾ ਜਿਹੜਾ ਸੂਰਮੇ ਜੰਗ ਦੇ ਵਿੱਚ ਪਾਉਂਦੇ ਵੀ ਤਲਵਾਰਾਂ ਵਗੈਰਾ ਦੇ ਘਾਅ ਨਾ ਲੱਗਣ ਸਾਡੇ ਸਰੀਰ ਦੇ ਉੱਤੇ। ਉਹ ਉਹਨਾਂ ਦੇ ਕੋਲ ਨਿਮਰਤਾ ਦੀ ਹੁੰਦੀ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੈਨ ਚਾਰੀ, ਪੰਜਵੇਂ ਪਾਤਸ਼ਾਹ ਦੇ ਬਚਨ। ਇਹ ਬਾਣੀ ਵੀ ਸਾਧ ਸੰਗਤ ਜੀ ਪੰਜਵੇਂ ਨਾਨਕ ਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਹੈ। ਆਪਦਾ ਗੁਣ ਗੋਬਿੰਦ ਰਮਨ, ਆਬਦ ਹੁੰਨੇ ਹਥਿਆਰ। ਪਰਮਾਤਮਾ ਦੇ ਗੁਣ ਗਾਉਣੇ ਇਹ ਇਹਨਾਂ ਦਾ ਹਥਿਆਰ ਹੁੰਦਾ। ਓਟ ਗੁਰ ਸ਼ਬਦ ਕਰ ਚਰਮਣ, ਗੁਰੂ ਦੇ ਸ਼ਬਦ ਦੀ ਓਟ ਲੈਂਦੇ ਆ। ਓਟ ਕਿਤੋਂ ਹੁੰਦੀ ਹੈ? ਜੰਗ ਦੇ ਮੈਦਾਨ ਵਿੱਚ ਢਾਲ ਤੋਂ। ਸ਼ਾਸਤਰਾਂ ਨਾਲ ਦੂਜੇ ਪਰ ਵਾਰ ਹੁੰਦਾ, ਦੂਜੇ ਦੇ ਵਾਰ ਨੂੰ ਢਾਲ ਮੂਹਰੇ ਕਰਕੇ ਰੋਕਦੇ ਆ। ਤੋ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਢਾਲ ਬਣਾਉਂਦੇ। ਕਰ ਹੱਥ ਚਰਮਣੇ ਢਾਲ, ਕਿਉਂਕਿ ਉਹ ਚੰਮ ਦੀ ਬਣੀ ਵੀ ਹੁੰਦੀ, ਵੈਸੇ ਹੋਰ ਧਾਤਾਂ ਦੀ ਵੀ ਹੁੰਦੀ ਹੈ। ਉਹ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਢਾਲ ਹੈ ਭਾਈ। ਆਰੂੜ ਤੇ ਅਸਵ ਰਥ ਨਾਗੈ, ਅਸਵ ਘੋੜੇ ਨਾਗੈ ਹਾਥੀ। ਉਹ ਹਾਥੀ ਘੋੜਿਆਂ ਦੀ ਸਵਾਰੀ ਕਰਦੇ ਔਰ ਪ੍ਰਭੂ ਦੇ ਮਾਰਗ ਨੂੰ ਬੁੱਝਦੇ। ਆਰੂੜ ਹੁੰਦਾ ਸਵਾਰੀ ਕਰਨਾ, ਹਾਥੀ ਘੋੜਿਆਂ ਦੀ ਸਵਾਰੀ ਕਰਦੇ ਆ, ਪ੍ਰਭੂ ਦੇ ਮਾਰਗ ਨੂੰ ਬੁੱਝਦੇ। ਵਿਚਰਤੇ ਨਿਰਭਯੰ ਸਤਰ ਸੈਨਾ ਧਯੰਤੇ ਗੋਪਾਲ ਕੀਰਤਨ। ਨਿਰਭਉ ਹੋ ਕੇ ਵਿਚਰਦੇ ਆ, ਚਲਦੇ ਫਿਰਦੇ, ਬਸਰ ਕਰਦੇ ਆ। ਜਿਹੜੀ ਸਤਰ ਸੈਨਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਨਿੰਦਿਆ ਚੋਰੀ ਤ੍ਰਿਸ਼ਨਾ ਚੁਗਲੀ, ਇਹ ਸਾਰਿਆਂ ਦੇ ਉੱਤੇ ਗੋਪਾਲ ਕੀਰਤਨ ਦਾ ਹੱਲਾ ਬੋਲਦੇ, ਧੌਣਾ ਹੱਲਾ ਕਰਦੇ। ਗੋਪਾਲ ਦੇ ਕੀਰਤਨ ਨਾਲ ਇਹਨਾਂ ਨੂੰ ਭਜਾਉਂਦੇ। ਜਿਤ ਤੇ ਵਿਸ਼ਵ ਸੰਸਾਰ ਹੈ, ਇਹ ਜਿਹੜਾ ਵਿਸ਼ਵ ਹੈ, ਸੰਸਾਰ ਹੈ, ਜਗਤ ਹੈ, ਇਹਨੂੰ ਉਹ ਜਿੱਤ ਲੈਂਦੇ। ਕਿਉਂਕਿ ਆਪਣਾ ਮਨ ਜਿੱਤਿਆ ਵਾ ਹੁੰਦਾ, ਇਸ ਕਰਕੇ ਜਗਤ ਜਿੱਤਿਆ ਜਾਂਦਾ। ਨਾਨਕ ਵਸਿਆ ਕ੍ਰੋਧ ਪੰਜ ਤਸਕਰੈ, ਪੰਜ ਚੋਰਾਂ ਨੂੰ ਬਸ ਚ ਕਰ ਲੈਂਦੇ। ਇਹ ਜਿਹੜਾ ਤਸਕਰ ਸ਼ਬਦ ਹੈ ਸਾਧ ਸੰਗਤ ਜੀ ਪਹਿਲਾਂ ਵੀ ਆਇਆ, ਕਬੀਰ ਜੀ ਨੇ ਵੀ ਵਰਤਿਆ, ਹੋਰ ਵੀ ਜਗ੍ਹਾ ਆਉਂਦਾ ਗੁਰਬਾਣੀ 'ਚ।
ਇਹ ਚੋਰ ਨੂੰ ਕਿਹਾ ਜਾਂਦਾ ਸੀ ਉਦੋਂ। ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ, ਆਉਂਦਾ ਵਚਨ ਸ਼ਲੋਕਾਂ 'ਚ। ਅੱਜ ਕੱਲ੍ਹ ਇਹਦੀ ਜਿਹੜੀ ਅੰਦਰੂਨੀ ਬਣਤਰ ਹੋ ਗਈ ਆ, ਉਹ ਇਸ ਸੈਂਸ ਵਿੱਚ ਆਉਂਦਾ ਵੀ ਤਸਕਰ ਕਹਿੰਦੇ ਸਮਗਲਰ ਨੂੰ। ਚੋਰ ਹੁੰਦਾ ਚੋਰੀ ਕਰਕੇ ਭੱਜਣ ਵਾਲਾ, ਤਸਕਰ ਹੁੰਦਾ ਚੋਰੀ ਦੀਆਂ ਵਸਤਾਂ ਇੱਧਰ ਉੱਧਰ ਲਿਜਾਣ ਵਾਲਾ, ਜਿਵੇਂ ਅੱਜ ਕੱਲ੍ਹ ਬਾਰਡਰ ਦੇ ਉੱਤੇ ਹੁੰਦੀ ਹੈ ਚੋਰੀ। ਤੋ ਥੋੜ੍ਹਾ ਜਿਹਾ ਫਰਕ ਆ ਗਿਆ, ਜਿੱਕਣ ਅੰਗਰੇਜ਼ੀ ਦੇ ਅੱਖਰ ਜੈਂਟਲਮੈਨ ਦੇ ਵਿੱਚ ਸਮੇਂ ਦੇ ਨਾਲ ਥੋੜ੍ਹਾ ਜਿਹਾ ਫਰਕ ਆ ਗਿਆ। ਉਸੇ ਤਰ੍ਹਾਂ ਤਸਕਰ ਚੋਰ ਨੂੰ ਕਿਹਾ ਜਾਂਦਾ ਹੈ ਪਹਿਲਾਂ, ਹੁਣ ਅੱਜ ਕੱਲ੍ਹ ਸਮਗਲਰ ਨੂੰ ਕਹਿੰਦੇ। ਥੋੜ੍ਹਾ ਜਿਹਾ ਅੰਤਰ ਇਹਨਾਂ 'ਚ। ਤੋ ਇਹਦੇ ਦੋਹਾਂ ਸ਼ਲੋਕਾਂ ਦਾ ਭਾਵ ਇਹ ਹੈ ਬਈ ਇੱਕ ਤਾਂ ਸੰਤ ਲੋਕਾਂ ਨੂੰ ਸਭ ਬਰਾਬਰ ਹੁੰਦੇ, ਕੋਈ ਨਿੰਦਿਆ ਕਰੀ ਜਾਵੇ, ਕੋਈ ਉਹਨਾਂ ਦੀ ਵਡਿਆਈ ਕਰੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਨੰਬਰ 2, ਸਾਧੂ ਲੋਕਾਂ ਦੀ ਕਦੇ ਵੀ ਉਹਨਾਂ ਦਾ ਤਿਰਸਕਾਰ ਨਹੀਂ ਹੁੰਦਾ, ਉਹਨਾਂ ਨੂੰ ਕਦੇ ਵੀ ਬੇਇੱਜ਼ਤੀ ਨਹੀਂ ਹੁੰਦੀ। ਉਹ ਮੰਨਦੇ ਹੀ ਨਹੀਂ ਇਸ ਗੱਲ ਨੂੰ, ਕਿਉਂਕਿ ਉਹ ਸਮਝਦੇ ਵੀ ਸਭ ਤੂੰ ਹੀ ਹੈ। ਔਰ ਸੰਗਤ ਦੇ ਵਿੱਚ ਉਹ ਬੈਠ ਕੇ ਮਿਲ ਕੇ ਸੰਗਤ ਨੂੰ ਕਥਾ ਕੀਰਤਨ ਕਰਦੇ। ਪੰਜਾਂ ਕਾਮ ਕ੍ਰੋਧ ਚੋਰ ਜਿਹੜੇ ਹੈਗੇ ਸਾਨੂੰ ਚੁੰਬੜੇ ਹੋਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਉਹ ਜਿੱਤ ਪ੍ਰਾਪਤ ਕਰ ਲੈਂਦੇ। ਉਹਨਾਂ ਦਾ ਹਥਿਆਰ ਹੁੰਦਾ ਹੈ ਪਰਮਾਤਮਾ ਦਾ ਸਿਮਰਨ ਕਰਨਾ, ਔਰ ਢਾਲ ਬਣਾ ਲੈਂਦੇ ਗੁਰੂ ਦੇ ਸ਼ਬਦ ਦੀ, ਗੁਰਬਾਣੀ ਦੀ। ਨਿਰਭਉ ਹੋ ਕੇ ਉਹ ਗੁਜ਼ਰਦੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਾਰੇ ਸੰਸਾਰ ਨੂੰ ਆਪਣੇ ਵੱਸ 'ਚ ਕਰ ਲੈਂਦੇ। ਇਹ ਅੱਜ ਦੀ ਵਿਚਾਰ ਦਾ ਨਤੀਜਾ ਹੈ ਸਾਧ ਸੰਗਤ ਜੀ। ਬਾਤ ਗੁਰਬਾਣੀ 'ਚ ਜੋ ਜਪਜੀ ਸਾਹਿਬ 'ਚ ਹੈ, ਉਹੀ 12 ਮਾਹੇ 'ਚ ਹੈ, ਉਹੀ ਕਿਸੇ ਵੀ ਬਾਣੀ 'ਚ ਹੈ, ਉਹੀ ਸ਼ਲੋਕਾਂ 'ਚ ਹੈ, ਚਾਹੇ ਕਬੀਰ ਜੀ ਦੇ ਹੋਵੇਂ, ਚਾਹੇ ਬਾਬਾ ਫਰੀਦ ਜੀ ਦੇ ਹੋਵੇਂ, ਚਾਹੇ ਗੁਰੂ ਪਾਤਸ਼ਾਹ ਦੇ ਹੋਣ, ਚਾਹੇ ਕੋਈ ਵੀ ਹੋਰ ਬਾਣੀ ਹੋਵੇ, ਫਾਰਸੀ ਦੀ ਹੋਵੇ, ਸੰਸਕ੍ਰਿਤੀ ਹੋਵੇ, ਚਾਹੇ ਮਰਾਠੀ 'ਚ ਬਾਬਾ ਨਾਮਦੇਵ ਜੀ ਬੋਲਦੇ ਹੋਣ, ਰਸਨਾ ਤੋਂ ਬਚਨ ਕਰਦੇ ਹੋਣ, ਉਹੀ ਭਾਵ ਉਹੀ ਹੁੰਦਾ, ਸ਼ਬਦ ਹੋਰ ਹੁੰਦੇ। ਸੁਖਮਨੀ ਸਾਹਿਬ ਨੂੰ ਸਭ ਤੋਂ ਸੌਖੀ ਬਾਣੀ ਸਮਝਦੇ ਆ ਸਾਡੇ ਜਿਹੜੇ ਡੇਰੇਦਾਰ ਲੋਕ ਹੈ। ਹੋਰ ਬਾਣੀਆਂ ਦੀ ਬਜਾਏ ਸੁਖਮਨੀ ਸਾਹਿਬ ਦਾ ਪਾਠ ਕਰਦੇ ਆ। ਇਹ ਉਹਨਾਂ ਦੀ ਇੱਕ ਕਿਸਮ ਦਾ ਗਲਤ ਫਹਿਮੀ ਹੈ, ਗਲਤ ਖਿਆਲੀ ਹੈ ਵੀ ਸੁਖਮਨੀ ਸਾਹਿਬ ਸੌਖੀ ਹੈ। ਪੜ੍ਹਨ ਵਿੱਚ ਸੌਖੀ ਹੈ, ਪੰਜਾਬੀ ਦੇ ਸ਼ਬਦ ਹੈ, ਲੇਕਿਨ ਜਿਹੜਾ ਭਾਵ ਹੈ ਉਹ ਉਹੀ ਹੈ ਜਿਹੜਾ ਸੰਸਕ੍ਰਿਤ ਦੇ ਸ਼ਲੋਕਾਂ ਦਾ। ਕੋਈ ਅੰਤਰ ਨਹੀਂ ਕਿਸੇ ਵੀ ਕਿਸਮ ਦਾ। ਸ਼ਬਦਾਂ ਦਾ ਅੰਤਰ ਹੈ ਪਰ ਭਾਵ ਦੇ 'ਚ ਕੋਈ ਅੰਤਰ ਨਹੀਂ। ਇਹੀ ਸਾਰਾ ਕੁਝ ਸੁਖਮਨੀ ਸਾਹਿਬ 'ਚ ਵੀ ਹੈ, ਜਿਹੜਾ ਅੱਜ ਆਪਾਂ ਕਈ ਦਿਨ ਤੋਂ ਆਪਾਂ ਵਿਚਾਰ ਰਹੇ ਹਾਂ। ਸੋ ਕੋਈ ਬਾਣੀ ਜ਼ਿਆਦਾ ਉੱਤਮ ਹੈ ਐਸੀ ਗੱਲ ਨਹੀਂ ਹੈ, ਸਾਰੀ ਬਾਣੀ ਉੱਤਮ ਹੈ। ਗੁਰੂ ਦਾ ਸ਼ਬਦ ਹੈ ਜਿਹੜਾ ਉਹ ਉੱਤਮ ਹੈ, ਉਹੀ ਮੰਤਰ ਹੈ। ਗੁਰੂ ਦੀ ਬਾਣੀ ਹੀ ਮੰਤਰ ਹੈ, ਕਿਤੋਂ ਪੜ੍ਹ ਲਓ ਉਹੀ ਵਿਚਾਰ ਆਏਗੀ ਬਾਰ-ਬਾਰ। ਅੱਖਰਾਂ ਦਾ ਅੰਤਰ ਹੈ ਪਰ ਜਿਹੜਾ ਵਿੱਚ ਭਾਵ ਹੈ, ਜਿਹੜਾ ਵਿੱਚ ਵਿਵੇਕ ਗੁਰੂ ਸਾਹਿਬ ਨੇ ਪਾਇਆ ਹੋਇਆ, ਉਹਦਾ ਕੋਈ ਅੰਤਰ ਨਹੀਂ ਹੈ, ਸਮੱਗਰ ਇੱਕੋ ਹੀ ਚੀਜ਼ ਹੈ। ਸੋ ਵਿਚਾਰ ਕਰਦਿਆਂ ਕਈ ਵਾਰੀ ਬਹੁਤ ਸਾਰੀ ਕੋਈ ਗਲਤੀਆਂ ਫਲਤੀਆਂ ਹੋ ਹੀ ਜਾਂਦੀਆਂ ਬੰਦੇ ਤੋਂ, ਗਲਤ ਬਿਆਨੀ ਵੀ ਹੋ ਸਕਦੀ ਹੈ। ਅਫਟਰ ਆਲ ਬੰਦਾ ਜਿਹੜਾ ਹੈ ਉਹ ਅਲਪੱਗ ਹੈ, ਬੁੱਧੀ ਸਾਡੀ ਸਰਵੱਗ ਦੀ ਵਿਚਾਰ ਕਰਦਿਆਂ ਜ਼ਰੂਰ ਕੁਛ ਨਾ ਕੁਛ ਕਮੀ ਪੇਸ਼ੀ ਰਹਿ ਜਾਂਦੀ ਹੈ। ਸੰਗਤ ਉਹਨੂੰ ਪੂਰਾ ਕਰ ਦਿੰਦੀ ਹੈ, ਕਿਉਂਕਿ ਸੰਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਬੈਠੇ ਹੁੰਦੇ। ਕੋਈ ਵਿੱਚ ਚੌਥੇ ਪਦ ਵਾਲਾ ਵੀ ਹੋ ਸਕਦਾ, ਕੋਈ ਉਸ ਤੋਂ ਘੱਟ ਵਾਲਾ ਵੀ ਹੋ ਸਕਦਾ, ਕੋਈ ਜਗਿਆਸੂ ਹੋ ਸਕਦਾ, ਕੋਈ ਅਜੇ ਸ਼ੁਰੂਆਤ ਕਰਨ ਵਾਲਾ ਵੀ ਹੋ ਸਕਦਾ। ਤਾਂ ਉਹ ਸੰਗਤ ਦੇ ਵਿੱਚ ਕੁੱਲ ਮਿਲਾ ਕੇ ਰਿੜਕ ਹੋ ਜਾਂਦੀ ਹੈ, ਬਾਤ ਉਹ ਪੂਰੀ ਹੋ ਜਾਂਦੀ ਹੈ। ਤਾਂ ਦਿਓ ਆਗਿਆ, ਕਰਿਓ ਬਖਸ਼ਿਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ, ਦ੍ਰੁਮ ਛਾਇਆ ਰਚ ਦੁਰਮਤੈ। ਤਤੈ ਕੁਟੰਬ ਮੋਹ ਮਿਥਿਆ,
ਸਿਮਰੰਤ ਨਾਨਕ RAM ਨਾਮ ਨਾਮੈ। ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗ੍ਯ ਨਾਮ ਕੀਰਤਨੈ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ। ਭਾਗ ਉਦਮ ਲਵਧਯੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰੈ। ਭਾਗ ਉਦਮ ਲਵਧਯੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਗੁਰਬਾਣੀ ਵਿਚਾਰ ਗਰੁੱਪ ਦੀ ਸਾਰੇ ਗੁਰਮੁਖ ਜਨੋ, ਆਪਣੀ ਤੁੱਛ ਬੁੱਧੀ ਅਨੁਸਾਰ ਅੱਜ ਦੀ ਵਿਚਾਰ ਹਾਜ਼ਰ ਹੈ। ਮ੍ਰਿਗ ਤ੍ਰਿਸ਼ਨਾ ਮਿਰਾਜ। ਜਿਹੜਾ ਮਾਰੂਥਲ ਦੇ ਵਿੱਚ ਹਿਰਨ ਨੂੰ ਇੱਕ ਭਰਮ ਪੈ ਜਾਂਦਾ ਹੈ, ਇਹ ਤਾਂ ਸਾਇੰਸ ਦਾ ਅਸੂਲ ਹੈ, ਦੱਸ ਰਹੇ ਨੇ। ਅਸੀਂ ਵੀ ਪੜ੍ਹਿਆ ਜਦੋਂ 10ਵੀਂ 11ਵੀਂ 'ਚ ਹੁੰਦੇ ਸੀ। ਇਹਨੂੰ ਮਿਰਾਜ ਕਹਿੰਦੇ ਆ ਅੰਗਰੇਜ਼ੀ। ਦੂਰੋਂ ਦੇਖ ਕੇ ਕਿਰਨਾਂ ਜਿਹੜੀਆਂ ਰਿਫਲੈਕਟ ਔਰ ਰਿਫਰੈਕਸ਼ਨ ਹੁੰਦੀ ਹੈ ਲਾਈਟ ਦੀ, ਉਹ ਇਸ ਤਰੀਕੇ ਨਾਲ ਹੁੰਦੀ ਹੈ ਵੀ ਦੂਰ ਤੋਂ ਐਂ ਲੱਗਦਾ ਮਿਰਗ ਨੂੰ ਵੀ ਇੱਥੇ ਪਾਣੀ ਦਾ ਕੋਈ ਤਲਾਅ ਹੈ। ਜਦ ਕੋਲ ਜਾਂਦਾ ਭੱਜਿਆ, ਉਹ ਹੋਰ ਅੱਗੇ ਹੋ ਜਾਂਦੀ ਹੈ, ਹੋਰ ਅੱਗੇ ਹੋ ਜਾਂਦੀ। ਸਾਰਾ ਦਿਨ ਦੁਪਹਿਰ ਨੂੰ ਭੱਜਿਆ ਫਿਰੀ ਜਾਂਦਾ ਮਿਰਗ ਪਿਆਸ ਵਿੱਚ। ਗੰਧਰਵ ਨਗਰੰ, ਇਹ ਵੀ ਇੱਕ ਭਰਮ ਹੈ, ਖਾਸ ਕਰਕੇ ਰਾਜਸਥਾਨ ਦੇ ਏਰੀਏ ਦੇ ਉੱਪਰ ਸਰਦੀਆਂ ਦੇ ਵਿੱਚ। ਇਹ ਕੁਦਰਤੀ ਵਰਤਾਰਾ ਹੈ ਇੱਕ। ਆਕਾਸ਼ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਵੀ ਕੋਈ ਨਗਰੀ ਹੈ ਉੱਪਰ, ਜਿਹਨੂੰ ਪੁਰਾਣੇ ਮਿਥਿਹਾਸਕਾਰਾਂ ਨੇ ਹਰੀ ਚੰਦ ਰਾਜੇ ਦੇ ਨਾਲ ਜੋੜਿਆ ਹੋਇਆ। ਉੱਧਰ ਆਪਾਂ ਨਹੀਂ ਜਾਣਾ। ਇਹ ਸਾਖੀਆਂ ਜਿਹੜੀਆਂ ਹੁੰਦੀਆਂ ਇਹ ਸਾਨੂੰ ਕਈ ਵਾਰ ਮਿਸਲੀਡ ਕਰ ਦਿੰਦੀਆਂ। ਇਹਨਾਂ ਦੇ ਵਿੱਚ ਟੋਟਲੀ ਪੰਡਤਾਣੀ ਗਿਆਨ ਭਰਿਆ ਵਾ ਹੁੰਦਾ, ਜਿਹੜਾ ਪੰਡਤ ਚਾਹੁੰਦਾ, ਔਰ ਪੰਡਤ ਦੀ ਸ੍ਰੇਸ਼ਟਾਈ ਦਰਸਾਉਂਦੀਆਂ ਇਹ ਸਾਰੀਆਂ ਸਾਖੀਆਂ। ਪਹਿਲੀ ਗੱਲ ਤਾਂ ਸਵਰਗ ਨੂੰ ਜਾਣ ਦਾ ਨਗਰੀ ਦਾ ਮਤਲਬ ਹੀ ਕੋਈ ਨਹੀਂ। ਸਿੱਖ ਵਾਸਤੇ ਤਾਂ ਗੁਰੂ ਦੇ ਚਰਨ ਹੀ ਸਵਰਗ ਹੁੰਦੇ। ਚਲੋ ਜੋ ਵੀ ਹੋਇਆ ਵਾ ਉਹਨੂੰ ਆਪਾਂ ਉੱਧਰ ਨਾ ਜਾਂਦੇ ਹੋਏ ਆਪਾਂ ਗੁਰਬਾਣੀ ਦੀ ਬਾਤ ਕਰੀਏ। ਉਹ ਜਿਹੜੀ ਗੰਧਰਵ ਨਗਰੀ ਹੈ, ਹਰ ਚੰਦੌਰੀ ਵੀ ਕਹਿੰਦੇ ਉਹਨੂੰ, ਹਰੀ ਚੰਦ ਦੀ ਨਗਰੀ। ਐਂ ਲੱਗਦਾ ਦੇਖਣ ਨੂੰ, ਭਰਮ ਪੈਂਦਾ ਵੀ ਆ ਕੋਈ ਨਗਰ ਵਸਿਆ ਵਾ ਉੱਪਰ ਆਕਾਸ਼ 'ਚ, ਲੇਕਿਨ ਹੁੰਦਾ ਉਹ ਭਰਮ ਹੈ। ਸੂਰਜ ਦੇ ਪ੍ਰਕਾਸ਼ ਵਿੱਚ ਫਿਰ ਉਹ ਖਤਮ ਹੋ ਜਾਂਦਾ। ਦਰੁਮ ਛਾਇਆ, ਦਰੁਮ ਦਰਖਤ ਨੂੰ ਕਹਿੰਦੇ ਸੰਸਕ੍ਰਿਤ ਦੇ ਵਿੱਚ। ਉਹਦੀ ਛਾਇਆ ਸਵੇਰੇ ਹੋਰ ਪਾਸੇ ਹੁੰਦੀ ਹੈ, ਸ਼ਾਮ ਨੂੰ ਹੋਰ ਪਾਸੇ ਹੋ ਜਾਂਦੀ ਹੈ। ਇਹਨਾਂ ਜਿਸ ਤਰ੍ਹਾਂ ਇਹ ਤਿੰਨੇ ਚੀਜ਼ਾਂ ਭਰਮ ਹੈ ਭਾਈ, ਇਸ ਤਰ੍ਹਾਂ ਹੀ ਅਸੀਂ ਦੁਰਮਤ ਹੈ ਜਿਹੜੀ ਸਾਡੀ, ਉਹਦੇ ਕਰਕੇ ਅਸੀਂ ਸੰਸਾਰ ਦੇ ਵਿੱਚ ਫਸੇ ਹੋਏ, ਪਰਿਵਾਰ ਦੇ ਵਿੱਚ ਫਸੇ ਹੋਏ। ਇਹ ਸਾਰੀਆਂ ਚੀਜ਼ਾਂ ਨਾ ਰਹਿਣ ਵਾਲੀਆਂ, ਜਿਵੇਂ ਮ੍ਰਿਗ ਤ੍ਰਿਸ਼ਨਾ, ਗੰਧਰਵ ਨਗਰੀ ਅਤੇ ਦਰਖਤ ਦੀ ਛਾਇਆ ਹੈ, ਇਹ ਦੁਰਮਤ ਕਰਕੇ ਸਾਨੂੰ ਭਾਸਦੀਆਂ ਇਸ ਤਰ੍ਹਾਂ। ਤਤਯ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ 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 ਨਾਮੈ। ਇਸੇ ਤਰ੍ਹਾਂ ਤਤਯ, ਇਸੇ ਤਰ੍ਹਾਂ ਕੁਟੰਬ ਦਾ ਜਿਹੜਾ ਮੋਹ ਹੈ, ਯਾਨੀ ਪਰਿਵਾਰ ਦਾ ਜਿਹੜਾ ਮੋਹ ਹੈ, ਉਹ ਮਿਥਿਆ ਭਾਈ। ਹਾਲਾਂਕਿ ਕਰਨਾ ਹੈ, ਗੁਰੂ ਸਾਹਿਬ ਨੇ 239 ਸਾਲ ਆਪ ਕਰਕੇ ਵੀ ਦਿਖਾਇਆ। ਇਹ ਜਿਹੜਾ ਸਾਡੇ ਇੱਕ ਹੋਰ ਫਿਰਕਾ ਸੀ, ਪਹਿਲਾਂ ਸੋਚ ਹੁੰਦੀ ਸੀ ਵੀ ਜੰਗਲਾਂ ਨੂੰ ਛੱਡ ਜਾਓ, ਜੰਗਲਾਂ 'ਚ ਲੰਘ ਜਾਓ, ਮੋਹ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਫਿਰ ਉਹਨਾਂ ਦੇ ਘਰ ਤੇ ਆ ਕੇ ਰੋਟੀਆਂ ਮੰਗੀਏ। ਇਹ ਕੋਈ ਹਾਸੋਹੀਣੀ ਜਿਹੀ ਗੱਲ ਹੈ, ਹੋਰ ਕੁਛ ਨਹੀਂ ਹੈ। ਸਿੱਖ ਮਤ ਐਸਾ ਨਹੀਂ ਹੈ। ਸਿੱਖ ਮਤ ਦੇ ਵਿੱਚ ਪਰਿਵਾਰ ਦੇ ਵਿੱਚ ਹੀ ਰਹਿਣਾ ਹੈ, ਇੱਕ ਹੱਦ ਤੱਕ ਮੋਹ ਵੀ ਕਰਨਾ ਹੈ, ਲੇਕਿਨ ਕੇਵਲ ਮੋਹ ਨਹੀਂ ਕਰਨਾ, ਮੋਹ ਨੂੰ ਪ੍ਰੇਮ 'ਚ ਵੀ ਬਦਲਣਾ। ਜਿੰਨਾ ਚਿਰ ਅਸੀਂ ਮੋਹ 'ਚ ਫਸੇ ਰਹਾਂਗੇ ਬੁਰੀ ਗੱਲ ਹੈ। ਇਹ ਸਾਡਾ ਉਸ ਤਰ੍ਹਾਂ ਹੀ ਭਰਮ ਹੈ, ਜਿਵੇਂ ਦਰਖਤ ਦੀ ਛਾਂ ਤੇ ਮਿਰਗ ਦੀ ਤ੍ਰਿਸ਼ਨਾ। ਜੇ ਇਹਦੇ ਵਿੱਚ ਰਹਿੰਦੇ ਹੋਏ ਪਰਮਾਤਮਾ ਨੂੰ ਵੀ ਯਾਦ ਕਰ ਲਿਆ ਜਾਵੇ ਨਾਲ, ਤਾਂ ਫਿਰ ਸੋਨੇ ਪਰ ਸੁਹਾਗਾ ਲੱਗ ਜਾਂਦਾ।
ਫਿਰ ਜਿਹੜਾ ਅਮਰ ਹੋਣ ਦੀ ਗੱਲ ਹੈ ਜਾਂ ਪਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਹੈ, ਉਹ ਪਰਿਵਾਰ ਦੇ ਵਿੱਚ ਰਹਿੰਦੇ ਹੀ ਹੋ ਜਾਂਦੀ ਹੈ। ਸਿਮਰੰਤ ਨਾਨਕ ਰਾਮ ਰਾਮ ਨਾਮ। ਪਰਮਾਤਮਾ ਦਾ ਸਿਮਰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਆ ਵੀ ਸਾਨੂੰ ਕਰਨਾ ਚਾਹੀਦਾ, ਰਾਮ ਦਾ ਨਾਮ ਜਪਣਾ ਚਾਹੀਦਾ। ਨਚ ਵਿਦਿਆ ਨਿਧਾਨ ਨਿਗਮ ਫਰਮਾਉਂਦੇ ਆ, ਨਾ ਤਾਂ ਸਾਡੇ ਕੋਲ ਵਿਦਿਆ ਹੈ, ਨਾ ਹੀ ਵੇਦਾਂ ਦਾ ਗਿਆਨ ਹੈ, ਖਜ਼ਾਨਾ ਉਹਨਾਂ ਦੇ ਗਿਆਨ ਦਾ ਜਿਵੇਂ ਪੰਡਿਤ ਕੋਲ ਹੁੰਦਾ ਹੈ। ਨਚ ਗੁਣਗਿਨ ਨਾਮ ਕੀਰਤਨ, ਨਾ ਹੀ ਸਾਡੇ ਕੋਲ ਗੁਣ ਹੈ, ਨਾ ਹੀ ਸਾਡੇ ਕੋਲ ਕੀਰਤਨ ਦਾ, ਨਾਮ ਦੇ ਕੀਰਤਨ ਦਾ ਖਜ਼ਾਨਾ, ਕੋਈ ਗੁਣ ਨਹੀਂ ਹੈ ਸਾਡੇ ਕੋਲ। ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤਰ, ਨਾ ਸਾਡੇ ਕੋਲ ਇੱਕ ਇਹੋ ਜਿਹਾ ਗਲਾ ਹੈ ਜਿਹਦੇ ਵਿੱਚੋਂ ਰਾਗ ਰਤਨ ਨਿਕਲੇ, ਬਹੁਤ ਸੁੰਦਰ ਗਾਇਨ ਹੋਵੇ, ਔਰ ਨਾ ਹੀ ਅਸੀਂ ਕੋਈ ਚੰਚਲ ਚਤੁਰ ਹੈ, ਸਿਆਣਪ ਵੀ ਸਾਡੇ ਕੋਲ ਕੋਈ ਨਹੀਂ ਹੈ। ਭਾਗ ਉਦਮ ਲਵਦਿੰ ਮਾਇਆ, ਨਾਨਕ ਸਾਧ ਸੰਗ ਖਲ ਪੰਡਤ। ਦਾਸਰੇ ਦੀ ਬੁੱਧੀ ਅਨੁਸਾਰ ਸਾਧ ਸੰਗਤ ਜੀਓ, ਗੁਰਮੁਖ ਜਨੋ, ਇਹਦੇ ਚ ਦੋ ਬਾਤਾਂ ਨੇ। ਭਾਗ ਉਦਮ ਵਾਲੀ, ਜਿਹੜੇ ਭਾਗ ਲਿਲਾਰ ਉਦੈ ਵਾਲੀ ਗੱਲ ਹੈ, ਉਹ ਤਾਂ ਇੱਥੇ ਨਹੀਂ ਜਾਪਦੇ ਹੈ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਨਹੀਂ ਮਿਟ ਹੈ ਰੇ ਪਛਤਾਇਓ। ਭੱਟਾਂ ਨੇ ਜਿਵੇਂ ਬਿਆਨ ਕਰਿਆ, ਗੁਰਬਾਣੀ ਦੀ ਤੁਕ ਹੈ ਵੀ ਜਿੰਨਾ ਚਿਰ ਭਾਗ ਮੱਥੇ ਦੇ ਉੱਤੇ ਜਿਹੜੇ ਹੁੰਦੇ ਆ ਲਿਖੇ ਹੋਏ, ਉਹ ਪ੍ਰਗਟ ਨਹੀਂ ਹੁੰਦੇ, ਉਦੈ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਸਾਡਾ ਮਨ ਨਹੀਂ ਬਦਲਦਾ, ਅਸੀਂ ਸੰਗਤ ਨਹੀਂ ਕਰਦੇ, ਨਾ ਹੀ ਚੌਥਾ ਪਦ ਪ੍ਰਾਪਤ ਹੁੰਦਾ। ਮਾਇਆ ਦਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ, ਭਾਗ ਲਿਲਾਰ ਉਦੈ ਨਾਲ। ਮਾਇਆ ਉਦਮ ਚੋਂ ਨਿਕਲਦੀ ਹੈ, ਇਹ ਸਾਨੂੰ ਸੰਸਾਰ ਨੂੰ ਮਹਾਰਾਜ ਨੇ ਦਿੱਤੀ ਹੋਈ ਗੱਲ ਹੈ, ਇਹਦੇ ਨਾਲ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਜਿਵੇਂ ਜਿਹੜਾ ਚੌਥਾ ਪਦ ਬਣਨੇ ਵਾਲੀ ਗੱਲ ਹੈ, ਉਹ ਬਹੁਤ ਮੁਸ਼ਕਿਲ ਤੇ ਹੁੰਦੀ ਹੈ, ਉਹ ਕਿਸੇ ਵਿਰਲੇ ਦੀ ਹੁੰਦੀ ਹੈ। ਉਹਦਾ ਜਿਹੜਾ ਅੰਦਰ ਤੋਂ ਸਰੂਪ ਹੈ ਉਹ ਹੋਰ ਹੈ, ਉਹ ਬੜਾ ਮੁਸ਼ਕਿਲ ਹੈ। ਪਰ ਮਾਇਆ ਤਾਂ ਹਰ ਬੰਦਾ ਕਮਾਉਂਦਾ ਥੋੜੀ ਬਹੁਤੀ। ਭਾਗ ਉਦਮ ਤੋਂ ਮਿਹਨਤ ਦਾ ਹੀ ਮਤਲਬ ਹੈ, ਲੇਕਿਨ ਇਹ ਜਿਹੜਾ ਮਿਹਨਤ ਹੈ, ਇਹ ਵੀ ਕਈ ਵਾਰ ਇਹੋ ਜਿਹੇ ਚੱਕਰ ਚ ਫਸ ਜਾਂਦਾ ਬੰਦਾ ਵੀ ਉਹ ਮਾਇਆ ਵੀ ਨਹੀਂ ਕਮਾ ਸਕਦਾ। ਇਹ ਵੀ ਚੰਗੇ ਭਾਗਾਂ ਦੇ ਨਾਲ ਹੀ ਜਿਹੜੀ ਮਾਇਆ ਪ੍ਰਾਪਤ ਹੁੰਦੀ ਹੈ। ਨਾਨਕ ਸਾਧ ਸੰਗ ਖਲ ਪੰਡਤ ਹੈ। ਦੂਜਾ ਪੱਖ ਇਹ ਆ ਗਿਆ ਵੀ ਜਿਹਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਉਹ ਮੂਰਖ ਵੀ ਪੰਡਤ ਬਣ ਜਾਂਦਾ, ਚਤਰ ਬਣ ਜਾਂਦਾ। ਚਤਰ ਦਾ ਮਤਲਬ ਦੁਨਿਆਵੀ ਤੌਰ ਤੇ ਨਹੀਂ, ਵਾਹਿਗੁਰੂ, ਉਹ ਪਰਮਾਤਮਾ ਵੱਲ ਨੂੰ ਉਹਦਾ ਮਨ ਹੈ ਜਿਹੜਾ ਉਹ ਮੁੜ ਜਾਂਦਾ, ਸੰਸਾਰ ਤੋਂ ਉਲਟਾ ਹੋ ਜਾਂਦਾ, ਸਾਕਤ ਤੋਂ ਦੂਰ ਹੋ ਜਾਂਦਾ ਹੈ, ਸੱਜਣਾ ਦੇ ਨਾਲ ਉਹਦਾ ਮੇਲ ਹੋ ਜਾਂਦਾ ਹੈ, ਸੰਤਾਂ ਦੇ ਨਾਲ ਉਹਦੀ ਬਾਣ ਆਉਂਦੀ ਹੈ, ਸੰਤ ਨੂੰ ਗਹਿਣਾ ਬਣਾ ਲੈਂਦਾ ਆਪਣਾ। ਸੋ ਮਾਇਆ ਜਿਹੜੀ ਹੈ ਉਹ ਤਾਂ ਕਿਸੇ ਹੱਦ ਤੱਕ ਪਰਮਾਤਮਾ ਸਭ ਨੂੰ ਦਿੰਦਾ ਹੈ, ਪਰ ਇਹ ਜਿਹੜਾ ਅੰਦਰ ਤੋਂ ਬਦਲਣੇ ਵਾਲੀ ਗੱਲ ਹੈ, ਇਹ ਬਹੁਤ ਵਿਰਲੇ ਨੂੰ ਦਿੰਦਾ। ਇਹ ਉਹਦੀ ਮੌਜ ਹੈ, ਕਿਉਂਕਿ ਇਹ ਸਾਡੇ ਕਰਮਾਂ ਦੇ ਉੱਤੇ ਜਾਂ ਸਾਡੇ ਮਿਹਨਤ ਦੇ ਉੱਤੇ, ਸਾਡੇ ਪ੍ਰਯਾਸ ਦੇ ਉੱਤੇ ਡਿਪੈਂਡ ਨਹੀਂ ਹੈ। ਸਾਧ ਸੰਗਤ ਦੇ ਵਿੱਚ ਜਾ ਕੇ ਨਾਮ ਦੀ ਪ੍ਰਾਪਤੀ ਹੋ ਜਾਣੀ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ ਸਾਧ ਸੰਗਤ। ਹਾਲਾਂਕਿ ਹੋਣੀ ਸਾਧ ਸੰਗਤ ਦੇ ਵਿੱਚ ਹੈ, ਗੁਰਮੁਖਾਂ ਦੇ ਮੇਲ ਨਾਲ ਹੈ, ਪਰ ਇਹ ਬਹੁਤ ਚੰਗੇ ਭਾਗ ਕਿਸੇ ਦੇ ਲਿਖੇ ਵੇ ਹੋਵੇਂ ਮੱਥੇ ਪਰ ਰੋ ਫਿਰ ਪ੍ਰਗਟ ਹੋ ਜਾਏ, ਉਸ ਟਾਈਮ ਹੁੰਦੀ ਹੈ। ਗੁਰੂ ਅਮਰਦਾਸ ਜੀ ਦੀ ਸਾਖੀ ਸਾਹਮਣੇ ਹੈ, ਗੁਰੂ ਅੰਗਦ ਦੇਵ ਜੀ ਦੀ ਸਾਹਮਣੇ ਆਪਣੇ। ਜੇ ਦੂਜੀਆਂ ਸਾਖੀਆਂ ਨੂੰ ਆਪਾਂ ਬਹੁਤਾ ਨਾ ਵੀ ਵਿਸ਼ਵਾਸ ਕਰੀਏ, ਕਿਉਂਕਿ ਉਹਨਾਂ ਦਾ ਜਿਹੜਾ ਐਂਗਲ ਹੈ ਹਮੇਸ਼ਾ ਬ੍ਰਾਹਮਣ ਧਰਮ ਨੂੰ ਉੱਚਾ ਕਰਨ ਖਾਤਰ ਹੁੰਦਾ। ਜਿਵੇਂ ਸਾਧ ਸੰਗਤ ਜੀ, ਉਹ ਇੱਕ ਆਪ ਜੀ ਨੇ ਨੈੱਟ ਪਰ ਵੀ ਦੇਖਿਆ ਹੋਊ, ਰਾਮ ਚੰਦਰ ਜੀ ਦੇ ਰਾਜ ਦੇ ਵਿੱਚ ਇੱਕ ਸ਼ੰਭੂਕ ਨਾਂ ਦਾ ਰਿਸ਼ੀ ਦਲਤ, ਉਹ ਤਪੱਸਿਆ ਕਰਦਾ ਹੁੰਦਾ ਜੰਗਲ ਚ। ਤੇ ਪੰਡਤ ਨੇ ਕਹਿ ਰੱਖਿਆ ਸੀ ਵੀ ਜਦੋਂ ਰਾਮ ਚੰਦਰ ਜੀ ਅਯੋਧਿਆ ਚ ਮੁੜ ਕੇ ਆਉਣਗੇ ਤਾਂ ਕੋਈ ਪੰਡਤ ਦਾ ਜਿਹੜਾ ਲੜਕਾ ਉਹ ਇਸ ਤਰ੍ਹਾਂ ਨਹੀਂ ਮਰੂਗਾ ਬਾਪ ਦੇ ਹੁੰਦੇ ਹੋਏ।
ਦੇਖੋ ਪਹਿਲਾਂ ਤਾਂ ਸੋਚੋ ਵੀ ਪੰਡਤ ਦਾ ਹੀ ਕਿਉਂ, ਦੂਜਿਆਂ ਦਾ ਕਿਉਂ ਨਹੀਂ। ਇਹ ਸੋਚ ਹੈ ਸਾਰੀ। ਤੁਲਸੀਦਾਸ ਨੇ ਵੀ ਉਸੇ ਐਂਗਲ ਤੋਂ ਲਿਖੀ ਹੈ ਰਾਮਾਇਣ। ਫੇਰ ਆ ਕੇ ਮੁੰਡਾ ਮਰ ਗਿਆ, ਉਹ ਪੰਡਤ ਬ੍ਰਾਹਮਣ ਆਪਣੇ ਲੜਕੇ ਨੂੰ ਲੈ ਕੇ ਰਾਮਚੰਦਰ ਜੀ ਦੇ ਦਰਬਾਰ 'ਚ ਪਹੁੰਚ ਗਿਆ ਵੀ ਇਹ ਕਾਹਤੇ ਮਰਿਆ, ਤੁਸੀਂ ਤਾਂ ਕਹਿੰਦੇ ਸੀਗੇ ਇਸ ਤਰ੍ਹਾਂ ਵੀ ਪ੍ਰਚਾਰਿਆ ਗਿਆ ਸੀ ਵੀ ਇਹ ਮਰੂਗਾ ਨਹੀਂ ਕੋਈ। ਆਪਣੇ ਗੁਰੂ ਨੂੰ ਪੁੱਛਿਆ ਵਸ਼ਿਸ਼ਟ ਨੂੰ। ਵਸ਼ਿਸ਼ਟ ਵੀ ਕੋਈ ਗੁਰਮਤ ਅਨੁਸਾਰ ਰਿਸ਼ੀ ਕੋਟੀ ਚੋਂ ਹੀ ਆਉਂਦੇ ਹੋ ਜਿਹੜੇ ਗੁਰੂ ਹੈ ਇਸ ਤਰ੍ਹਾਂ ਦੇ, ਉਹ ਚੌਥੇ ਪਦ ਵਾਲੇ ਹੋਣ, ਇਹਨੂੰ ਗੁਰਮਤ ਮਾਨਤਾ ਨਹੀਂ ਦਿੰਦੀ। ਉਹਨੇ ਰਾਏ ਦਿੱਤੀ ਵੀ ਰਾਮ ਬੋਲਦਾ ਵੀ ਇਸ ਤਰ੍ਹਾਂ ਦਿਖਾਇਆ ਗਿਆ ਕਿਉਂਕਿ ਉਹ ਗੁਰੂ ਸੀ ਰਾਮਚੰਦਰ जी ਦਾ। राम तुम्हारे राज में कोई शूद्र भक्ति कर रहा है इसीलिए ये काम हुआ है। देखो ਤੁਸੀਂ ਐਂਗਲ ਕਿਆ ਹੈ ਉਹਨਾਂ ਦੇ ਗੱਲ ਕਰਨ ਦਾ। ਕੋਈ ਸ਼ੂਦਰ ਭਗਤੀ ਕਰ ਰਿਹਾ, ਗੁਰੂ ਸਾਹਿਬਾਨਾਂ ਨੇ ਔਰ ਭਗਤ ਸਾਹਿਬਾਨਾਂ ਨੇ ਸ਼ੂਦਰ ਹੁੰਦੇ ਹੋਏ ਭਗਤੀ ਕਰੀ ਔਰ ਪਰਮਾਤਮਾ ਨੂੰ ਪ੍ਰਾਪਤ ਕਰਿਆ। ਗੁਰਬਾਣੀ ਦੇ ਵਿੱਚ ਉਹ ਵਿਰਾਜਮਾਨ ਹੈ। ਆਪਣੇ ਪਰਿਵਾਰ ਨੂੰ ਵੀ ਛਡਾਇਆ, ਆਪ ਇਕੱਲੇ ਨਹੀਂ। ਕਬੀਰ ਜੀ ਦੱਸਦੇ ਆ ਵੀ ਅਸੀਂ ਮਗਰ ਦੀ ਧਰਤੀ ਪਰ ਰਹਿ ਕੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਗਏ। ਪਰਿਵਾਰ ਆਪਣੇ ਸੰਬੰਧੀ ਵੀ ਜਿਹੜੇ ਉਹਨਾਂ ਨੂੰ ਮੰਨਦੇ ਸੀ, ਉਹ ਵੀ ਬੜਾ ਪਰਿਵਾਰ। ਔਰ ਜਿਹੜੇ ਉਹਨਾਂ ਦੇ ਮਤਲਬ ਸੇਵਕ, ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਧਾਰ ਲਿਆ ਸੀ ਅੰਦਰ ਤੋਂ, ਉਹਨਾਂ ਦੀ ਸਿੱਖਿਆ ਨੂੰ, ਉਹਨਾਂ ਦੀ ਬਾਤ ਹੋ ਰਹੀ ਹੈ। ਸਗਲੀ ਸੈਨ ਤਰਾਈ ਤੋਂ ਫੇਰ ਚੱਲ ਪਏ ਜੰਗਲ ਨੂੰ। ਕੋਈ ਸੈਨਿਕ ਨਾਲ ਹੈ, ਵਸ਼ਿਸ਼ਟ ਜੀ ਨਾਲ ਹੈ, ਰਾਮਚੰਦਰ ਜੀ ਚੱਲ ਪਏ। ਦੂਰ ਨਿਗਾਹ ਪਈ ਇੱਕ ਸਾਧੂ ਦੇ ਉੱਤੇ। ਸਾਧੂ ਦੇ ਪ੍ਰਵਚਨਾਂ ਨਾਲ ਪਹਿਲਾਂ ਤਾਂ ਰਾਮਚੰਦਰ ਜੀ ਪ੍ਰਭਾਵਿਤ ਹੋਏ, ਪਰ ਹੁਣ ਜਿਹੜਾ ਵਸ਼ਿਸ਼ਟ ਸੀ ਨਾਲ, ਉਹਨੇ ਫਿਰ ਸਿੱਖਿਆ ਜਿਹੜੀ ਦੇਣੀ ਸੀ ਉਹ ਦਿੱਤੀ। ਉਹਨੇ ਇਹ ਭੜਕਾਇਆ ਰਾਮਚੰਦਰ ਨੂੰ ਬਈ ਇਹ ਦੇਖੋ ਇਹਦੀ ਜਿਹੜੀ ਜੀਭਾ ਹੈ ਵਿਸ਼ ਉਗਲ ਰਹੀ ਹੈ। ਇਹ ਪੰਡਤਾਂ ਦੇ ਉਲਟ ਬੋਲ ਰਿਹਾ। ਇਹ ਕਹਿ ਰਿਹਾ ਮੇਰਾ ਰਾਮਚੰਦਰ ਤਾਂ ਪਰਮਾਤਮਾ ਹੈ, ਉਹ ਇਹ ਰਾਮ ਨਹੀਂ ਹੈ। ਦੇਖੋ ਰਾਮ ਆਪਕੇ लिए कैसा सोच रहा है। ਰਾਮਚੰਦਰ ਜੀ ਨੂੰ ਚੱਕ ਦੇ ਕੇ ਉਹਨੂੰ ਮਰਵਾ ਦਿੱਤਾ। ਕਈ ਲਿਖਤਾਂ ਵਿੱਚ ਆਉਂਦਾ ਵੀ ਉਹਨੂੰ ਜਿਉਂਦੇ ਨੂੰ ਸਾੜ ਦਿੱਤਾ ਗਿਆ ਸੀ, ਕਈਆਂ ਚ ਆਉਂਦਾ ਵੀ ਉਹਦੇ ਤਲਵਾਰ ਖੋਹ ਦਿੱਤੀ ਸੀ ਢਿੱਡ 'ਚ। ਚਲੋ ਇਹ ਤਾਂ ਇਤਿਹਾਸ ਦਾ ਵਿਸ਼ਾ। ਮਤਲਬ ਇਹ ਹੈ ਵੀ ਉਹ ਬਿਲਕੁਲ ਪੰਡਤਾਣੀ ਐਂਗਲ ਤੋਂ ਸਾਰੀ ਰਾਮਾਇਣ ਲਿਖੀ ਗਈ ਹੈ। ਪੰਡਤ ਨੂੰ ਸ੍ਰੇਸ਼ਟਾਈ ਦਿੱਤੀ ਹੋਈ ਹੈ, ਜਦਕਿ ਗੁਰਮਤ ਵਿੱਚ ਐਸਾ ਨਹੀਂ ਹੈ। ਚਾਰੇ ਵਰਨ ਬਰਾਬਰ ਹੈ। ਜਿਹੜਾ ਨਾਮ ਜਪ ਕੇ ਉਹਦਾ ਹੋ ਗਿਆ ਉਹੀ ਸ੍ਰੇਸ਼ਟ ਹੈ, ਦੂਜਾ ਕੋਈ ਸ੍ਰੇਸ਼ਟ ਨਹੀਂ, ਚਾਹੇ ਪੰਡਤ ਹੈ ਚਾਹੇ ਕੋਈ ਵੀ ਹੈ। ਸੋ ਗੁਰਮਤ ਦਾ ਐਂਗਲ ਹੋਰ ਹੈ ਭਾਈ, ਇਹਨਾਂ ਸਾਖੀਆਂ ਦਾ ਐਂਗਲ ਹੋਰ ਹੁੰਦਾ। ਫਿਰ ਆਮ ਬੰਦਾ ਇਹਨਾਂ 'ਚ ਅਲਝ ਕੇ ਰਹਿ ਜਾਂਦਾ ਹੈ। ਕੋਈ ਵਿਵੇਕ ਬੁੱਧੀ ਵਾਲਾ ਤਾਂ ਵਿੱਚੋਂ ਗੱਲ ਪਕੜ ਲੂ, ਪਰ ਬਾਕੀ ਲੋਕ ਤਾਂ ਫਿਰ ਸਾਖੀ ਦੇ ਨਾਲ ਉਕਣੇ ਤੁਰ ਬਹਿਨੇ, ਜਿੱਕਣ ਸਾਖੀ ਕਹਿੰਦੀ ਹੁੰਦੀ ਹੈ। ਤੋ ਦਾਸਰਾ ਇਸੇ ਕਰਕੇ ਇਹਨਾਂ ਸਾਖੀਆਂ ਦਾ ਕਦੇ ਜ਼ਿਕਰ ਨਹੀਂ ਕਰਦਾ। ਇਹ ਤਾਂ ਅੱਜ ਤੇ 30-40 ਸਾਲ ਪਹਿਲਾਂ ਵਿਚਾਰ ਕੇ ਸਾਰਾ ਕੁਝ ਇਹਨੂੰ ਛੱਡ ਦਿੱਤਾ ਸੀਗਾ। ਹੋਰ ਬਹੁਤ ਕੁਝ ਹੈ ਪਰ ਕਹਿੰਦਾ ਨਹੀਂ ਜਾਣ ਕੇ, ਕਿਉਂਕਿ ਸਾਡੇ ਜਿਹੜੇ ਬਹੁਤ ਸਾਰੇ ਵੀਰ ਹੈ ਮਾਈਆਂ ਵਿੱਚ ਹੋਰ ਜਾਂ ਬਾਹਰ ਜਿਹੜੀ ਹੋਰ ਵੀ ਸੰਗਤ ਕਿਤੇ ਨਾ ਕਿਤੇ ਸੁਣਨੀ ਹੈ ਬਾਤ, ਉਹਨਾਂ ਨੂੰ ਸਾਖੀਆਂ ਚੰਗੀਆਂ ਲੱਗਦੀਆਂ। ਉਹ ਸਾਖੀ ਚੰਗੀ ਲੱਗਦੀ ਹੈ ਤਾਂ ਚਲੋ ਸਾਖੀ ਕੋਈ ਚੰਗੀ ਗੱਲ ਹੋਵੇ, ਗੁਰੂ ਇਤਿਹਾਸ ਦੀ ਸਾਖੀ ਹੋਵੇ, ਮੰਨਣ ਵਾਲੀ ਹੋਵੇ ਤਾਂ ਮੰਨੀ ਜਾਣੀ ਚਾਹੀਦੀ ਹੈ। ਗੁਰੂ ਇਤਿਹਾਸ 'ਚ ਬੜੀਆਂ ਸਾਖੀਆਂ, ਜਿਹੜੀਆਂ ਸਾਖੀਆਂ ਦਾ ਐਂਗਲ ਹੀ ਹੋਰ ਹੈ ਬਿਆਨ ਦਾ, ਗੁਰਮਤ ਤੋਂ ਉਲਟ ਹੈ, ਬਲਕਿ ਉਹਨਾਂ ਨੂੰ ਵੀ ਸੰਗਤ ਦੇ ਵਿੱਚ ਪ੍ਰਚਾਰਨਾ ਇਹ ਵਾਜਬ ਨਹੀਂ ਲੱਗਦੀ ਗੱਲ। ਇਸੇ ਕਰਕੇ ਭਾਈ ਡਾਕਟਰ ਸਾਹਿਬ ਨੇ, ਦੂਜਿਆਂ ਨੇ ਇਹ ਗੱਲ ਵਿਚਾਰੀ ਹੈ। ਤੋ ਦਾਸਰਾ ਇਹਦੇ ਬਾਰੇ ਬਹੁਤਾ ਕੁਝ ਇਸ ਕਰਕੇ ਨਹੀਂ ਕਹਿੰਦਾ ਕਿਉਂਕਿ ਜ਼ਿਆਦਾ ਜਿਹੜੀ ਮੈਜੋਰਟੀ ਆ ਉਹ ਸਾਖੀਆਂ ਦੇ ਹੱਕ 'ਚ। ਇੱਥੇ ਪਿੰਡਾਂ 'ਚ ਵੀ ਦੇਖਦੇ ਹਾਂ ਅਸੀਂ ਸਾਖੀ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ ਔਰ ਸਾਖੀ ਨੂੰ ਹੂਬਹੂ ਮੰਨਣ ਲੱਗ ਪਏ ਨੇ। ਜਿਹੜੀ ਵਿੱਚ ਅਸਲੀ ਗੱਲ ਹੁੰਦੀ ਹੈ ਤੱਤ ਦੀ, ਉਹ ਭੁੱਲ ਜਾਂਦੇ। ਰਹੋ ਵਿਚਾਰ। ਭਾਗ ਉਦਮ ਦੇ ਨਾਲ ਮਾਇਆ ਪ੍ਰਾਪਤ ਹੁੰਦੀ ਹੈ। ਉਦਮ ਕਰਨਾ, ਮਿਹਨਤ ਕਰਨੇ ਨਾਲ, ਇਹ ਜੇ ਦੋਹੇ ਹੋਣ, ਭਾਗ ਵੀ ਹੋਵੇ ਤੇ ਉਦਮ ਵੀ ਕਰਿਆ ਜਾਵੇ। ਲੇਕਿਨ ਜਿਹੜਾ ਖਲ ਦਾ ਪੰਡਿਤ ਬਣਨਾ ਹੈ, ਮੂਰਖ ਦਾ ਸਿਆਣਾ ਬਣਨਾ ਹੈ, ਜਾਂ ਦੂਜੇ ਸ਼ਬਦਾਂ 'ਚ ਭਗਤ ਬਣਨਾ ਕਹੋ, ਉਹ ਬਣਦਾ ਸੰਗਤ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਨਜ਼ਰ ਦੇ ਨਾਲ, ਉਹਦੇ ਕਰਮ ਦੇ ਨਾਲ। ਇਹ ਸਾਧ ਸੰਗਤ ਜੀ ਕੁਛ ਗੂੜ ਗੱਲਾਂ ਹੈ। ਜੇ ਆਪਾਂ ਇਹਨੂੰ ਐਂ ਕਹੀਏ ਵੀ ਜਦੋਂ ਭਾਗ ਉਦਮ ਹੁੰਦੇ ਉਦੋਂ ਮਾਇਆ ਮਿਲਦੀ, ਤਾਂ ਸਾਰੀ ਗੁਰਬਾਣੀ ਤਾਂ ਮਾਇਆ ਤੋਂ ਉਲਟ ਪ੍ਰਚਾਰ ਕਰਦੀ ਹੈ।
ਵੀ ਮਾਇਆ ਤਾਂ ਉਹਨੇ, ਸਾਡਾ ਸਰੀਰ ਇਹ ਮਾਇਆ ਪਹਿਲਾਂ ਉਸੇ ਨੂੰ ਦਿੱਤੀ ਹੋਈ ਹੈ ਹੁਣ ਤਾਂ, ਪਰ ਇਹਦੇ ਮਾਇਆ ਕਮਾਉਣ ਦਾ ਹਰ ਬੰਦੇ ਨੂੰ ਬਲ ਦਿੱਤਾ ਹੋਇਆ। ਇਹਦੇ 'ਚ ਕੋਈ ਔਖੀ ਗੱਲ ਨਹੀਂ, ਹਰ ਬੰਦਾ ਕਮਾ ਰਿਹਾ ਦੁਨੀਆ ਦਾ, ਛੋਟੀ ਥੋੜੀ ਜਾਂ ਬਹੁਤੀ। ਇਹ ਕੋਈ ਭਾਗ ਉਹਦੇ ਦੀ ਗੱਲ ਨਹੀਂ ਹੈ, ਇਹ ਤਾਂ ਬੱਚਾ ਜਨਮ ਤੋਂ ਹਰੀਕੇ ਕਮਾ ਰਿਹਾ, ਤਾਂ ਭਾਗ ਉਹਦੇ ਦੀ ਗੱਲ ਰਹੀ ਨਹੀਂ ਇਹਦੇ 'ਚ। ਹਾਲਾਂਕਿ ਦੋ ਤਰ੍ਹਾਂ ਦੇ ਅਰਥ ਕਰੇ ਗਏ, ਪਰ ਉਹ ਜਿਹੜਾ ਭਾਗ ਲਿਲਾਰ ਉਹਦੇ ਵਾਲੀ ਗੱਲ ਹੈ, ਉਹ ਸਿਰਫ ਔਰ ਸਿਰਫ ਚੌਥੇ ਪਦ ਦੀ ਗੱਲ ਹੈ। ਮਾਇਆ ਦੇ ਨਾਲ ਉਹਦਾ ਸੰਬੰਧ ਨਹੀਂ ਹੈ। ਮਾਇਆ ਤਾਂ ਹਰੇਕ ਕਮਾ ਹੀ ਰਿਹਾ ਹੈ। ਬੇਸ਼ੱਕ ਕੋਈ ਵਾਂਝਾ ਰਹਿ ਜਾਂਦਾ, ਕਿਸੇ ਦਾ ਐਕਸੀਡੈਂਟ ਹੋ ਗਿਆ, ਨਕਾਰਾ ਹੋ ਗਿਆ, ਲੱਤਾਂ ਬਾਹਾਂ ਚਲੀਆਂ ਗਈਆਂ, ਉਹ ਗੱਲਾਂ ਕੁਛ ਐਕਸੈਪਸ਼ਨਲ ਕੇਸ ਹੋ ਸਕਦੇ ਨੇ। ਵੈਸੇ ਅਦਰਵਾਈਜ਼ ਸਾਰਾ ਸੰਸਾਰ ਮਾਇਆ ਕਮਾ ਰਿਹਾ, ਭਾਵੇਂ ਕਿ ਉਹਦੇ ਹੁਕਮ ਵਿੱਚ। ਪਰ ਜਿਹੜਾ ਚੌਥਾ ਪਦ ਹੈ ਉਹ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਨੋ, ਉਹ ਤਾਂ ਬਿਲਕੁਲ ਈਸੋਟੈਰਿਕ ਬਾਤ ਹੈ, ਕਿਸੇ ਵਿਰਲੇ ਦੇ ਸਮਝ ਆਉਣੀ ਉਹ। ਗਾਥਾ ਗੂੜ ਅਪਾਰੰ ਸਮਝਣਾ ਵਿਰਲਾ ਜਨੈ। ਬਹੁਤ ਵਿਰਲੇ ਹੁੰਦੇ ਐਸੇ ਮਹਾਂਪੁਰਸ਼ ਜਿਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ। ਹਾਲਾਂਕਿ ਸਾਧ ਸੰਗਤ ਸਭੇ ਕਰਦੇ ਨੇ, ਬਹੁਤ ਸਾਰੇ ਕਰਦੇ ਨੇ, ਲੱਖਾਂ ਦੀ ਗਿਣਤੀ 'ਚ ਕਰਦੇ ਨੇ, ਪਰ ਗੁਰਬਾਣੀ ਹੀ ਫਰਮਾਉਂਦੀ ਹੈ ਵੀ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਹ ਚੀਤ। ਸੰਗਤ ਕਰਨੀ ਤੇ ਸੰਗਤ ਮਿਲਣੀ, ਇਹ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਭਾਵੇਂ ਅਸੀਂ ਰਲਗੜ ਜੀ ਕਰ ਲੈਂਦੇ ਇਹਨਾਂ ਨੂੰ, ਸੰਗਤ ਕਰਨੀ ਉੱਤਮ ਹੈ, ਇਹ ਗੱਲ ਤਾਂ ਠੀਕ ਹੈ, ਪਰ ਸੰਗਤ ਦਾ ਮਿਲਣਾ ਉਹ ਸਾਡੇ ਵੱਸ ਦੀ ਗੱਲ ਨਹੀਂ। ਸੰਗਤ ਦਾ ਮਿਲਣਾ, ਗੁਰੂ ਦਾ ਮਿਲਣਾ, ਇਹ ਦੋਨੋਂ ਲਗਭਗ ਇੱਕੋ ਚੀਜ਼ ਹੈ। ਗੁਰੂ ਨੂੰ ਵੀ ਆਪਾਂ ਸਮਝਦੇ ਹਾਂ ਵੀ ਸ਼ਾਇਦ ਸਾਨੂੰ ਗੁਰੂ ਮਿਲਿਆ ਹੋਇਆ ਹੈ। ਨੋ, ਸਾਧ ਸੰਗਤ ਜੀ ਮਾਫ਼ ਕਰਿਓ, ਗੁਰੂ ਕੋਲ ਜਾਣਾ ਆਉਣਾ ਹੋਰ ਚੀਜ਼ ਹੈ। ਗੁਰੂ ਦਾ ਅੰਦਰ ਵਸ ਕੇ, ਗੁਰੂ ਦੇ ਵਿਚਾਰ ਦੀ ਵਿਚਾਰ ਹੈ ਜਿਹੜੀ, ਉਹ ਅੰਦਰ ਵਸ ਕੇ ਸਾਨੂੰ ਚੌਥਾ ਪਦ ਪ੍ਰਾਪਤ ਹੋ ਜੇ, ਇਹ ਤਾਂ ਬਿਲਕੁਲ ਅਲੱਗਾ ਗੱਲ ਹੈ। ਸੰਗਤ ਦਾ ਮਿਲਣਾ ਬਹੁਤ ਨਾਯਾਬ ਹੈ, ਬਹੁਤ ਦੁਰਲੱਭ ਹੈ। ਕਰਨ ਭਾਵੇਂ ਲੱਖਾਂ ਦੀ ਗਿਣਤੀ 'ਚ ਕਰੀ ਜਾ ਸਕਦੀ ਹੈ। ਜਿਹੜੀ ਸੰਗਤ ਹੈ ਇਹ ਪੂਰੇ ਭਾਗ ਹੋਵੇ, ਮੱਥੇ ਦੇ ਉੱਤੇ ਲੇਖ ਹੋਵੇ, ਉਹ ਪ੍ਰਗਟ ਹੋ ਜਾਏ ਕਿਸੇ ਟਾਈਮ, ਉਦੋਂ ਪ੍ਰਾਪਤੀ ਹੁੰਦੀ ਹੈ, ਨਾ ਕਿ ਜਿਵੇਂ ਆਪਾਂ ਸਮਝ ਰਹੇ ਹਾਂ ਇਸ ਤਰ੍ਹਾਂ ਦੀ ਗੱਲ ਹੈ। ਨਹੀਂ, ਪੂਰਿਆਂ ਭਾਗਾਂ ਨਾਲ, ਵੱਡੇ ਭਾਗਾਂ ਨਾਲ ਪਰਮਾਤਮਾ ਦੀ ਮਿਹਰ ਹੋ ਜਾਏ, ਫੇਰ ਸਾਨੂੰ ਸੰਗਤ ਮਿਲਦੀ ਹੈ। ਅਦਰਵਾਈਜ਼ ਸੰਗਤ ਕਰੀ ਹੋ ਜਾਂਦੀ ਹੈ, ਮਿਲਣਾ ਬੜਾ ਮੁਸ਼ਕਲ ਹੈ। ਇਹ ਠੀਕ ਹੈ ਵੀ ਜੇ ਕਰਦੇ ਰਹਾਂਗੇ ਤਾਂ ਕਿਤੇ ਨਾ ਕਿਤੇ ਮਿਲ ਵੀ ਜਾਊ, ਇਹ ਆਰੰਭਕ ਕਦਮ ਹੈ ਸਾਡਾ। ਜਿਵੇਂ ਹਰੀ ਦੀ ਕੀਰਤੀ ਆਪਾਂ ਵਾਹਿਗੁਰੂ ਵਾਹਿਗੁਰੂ ਕਰਨ ਲੱਗਦੇ ਹਾਂ, ਸੰਗਤ 'ਚੋਂ ਹੀ ਮਿਲਦੀਆਂ ਇਹ ਗੱਲਾਂ। ਕਰਦੇ ਰਹਾਂਗੇ, ਪ੍ਰਾਪਤੀ ਵੀ ਹੋਣ ਦੀ ਸੰਭਾਵਨਾ, ਅਦਰਵਾਈਜ਼ ਤਾਂ ਹੈ ਹੀ ਨਹੀਂ ਜੇ ਨਹੀਂ ਕਰਾਂਗੇ ਤਾਂ। ਉਹ ਪਰਮਾਤਮਾ ਜਿਹੜਾ ਉਹ ਬੇਅੰਤ ਹੈ, ਸਰਵੱਗ ਹੈ, ਉਹ ਬਿਨਾਂ ਕਰੇ ਤੋਂ ਵੀ ਦੇ ਸਕਦਾ ਹੈ। ਜਿਹਦੇ ਕੋਲ ਵਿਦਿਆ ਨਾ ਹੋਵੇ, ਜਿਹਦੇ ਕੋਲ ਗਿਆਨ ਵੀ ਨਾ ਹੋਵੇ, ਕੰਠ ਵੀ ਨਾ ਚੰਗਾ ਸੁਰੀਲਾ ਹੋਵੇ, ਕਦੇ ਨਾਮ ਜਪਿਆ ਵਾ ਵੀ ਨਾ ਹੋਵੇ, ਉਹ ਤਾਂ ਵੀ ਦੇ ਸਕਦਾ, ਉਹ ਤਾਂ ਵੀ ਪਾਰ ਉਤਾਰਾ ਕਰ ਸਕਦਾ। ਜਿਹੜੇ ਗੱਜ ਹਾਥੀ ਦੀ ਸਾਖੀ ਆਉਂਦੀ, ਨਵੇਂ ਪਾਤਸ਼ਾਹ ਨੇ ਵੀ ਜ਼ਿਕਰ ਕਰਿਆ, ਗੱਜ ਹੋਏ ਸਹਾਏ, ਉੱਥੇ ਕੁਛ ਵੀ ਨਾ ਹੋਵੇ, ਉਹ ਤਾਂ ਵੀ ਕਰ ਸਕਦਾ। ਇਹ ਉਹਦਾ ਡੋਮੇਨ ਹੈ। ਪਰ ਸਾਨੂੰ ਜੋ ਸਿੱਖਿਆ ਦਿੱਤੀ ਹੈ ਗੁਰੂ ਮਹਾਰਾਜ ਨੇ, ਉਹ ਨੋਰਮਲ ਵੇ 'ਚ ਹੈ ਵੀ ਐਕਣ ਕਰੋਗੇ ਭਾਈ, ਐਕਣ ਹੋ ਸਕਦਾ। ਐਕਸੈਪਸ਼ਨ ਤਾਂ ਉਹਦੀ ਹੈ, ਉਹ ਤਾਂ ਉਹਦੀ ਰਜਾ ਹੈ। ਆਪਾਂ ਨਾਮ ਜਪਾਂਗੇ, ਹੋ ਸਕਦਾ ਸਾਡੇ ਤੇ ਨਜ਼ਰ ਪੈ ਜੇ, ਉਹਦੇ ਡੋਮੇਨ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਹੱਥ ਹੀ ਖੜੇ ਕਰਨੇ ਪੈਣੇ ਆ, ਬਸ ਆਪਣੀ ਮੈਂ ਛੱਡ ਕੇ ਤੂੰ ਹੋਣਾ ਦੀ ਗੱਲ ਹੈ। ਇਹ ਵੀ ਉਹਦੀ ਰਜਾ ਵਿੱਚ ਹੈ, ਬੰਦਾ ਇਹ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ। ਇਹ ਸਭ ਤੋਂ ਔਖੀ ਗੱਲ ਹੈ ਵੀ ਮੈਂ ਛੱਡ ਦੇਵੇ ਬੰਦਾ। ਚਲੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹ ਦੋ ਮਹਾਂਵਾਕ ਦਾ ਆਸਰਾ ਬੋਲਣ ਲੱਗਾ, ਇਹਨਾਂ ਤੋਂ ਜਿਹੜੀ ਵਿਚਾਰ ਆਪਾਂ ਨੇ ਕਰੀ ਹੈ ਉਹਨੂੰ ਹੋਰ ਸਮਝਣ 'ਚ ਮਦਦ ਮਿਲ ਜਾਏਗੀ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਵੈ ਦਾਨ ਤੇ ਦੀ। ਹਾਥੀ ਨੇ ਜਦ ਤੰਦੂਆ ਉਹਨੂੰ ਪਕੜੀ ਜਾ ਰਿਹਾ ਸੀ ਦਰਿਆ ਦੇ ਵਿੱਚ, ਉਹਨੇ ਨਾ ਹੀ ਕੋਈ ਵਿਦਿਆ ਸੀ ਉਹਦੇ ਕੋਲ, ਨਾ ਹੀ ਕੋਈ ਗੁਣ ਸੀ, ਨਾ ਉਹਨੇ ਕੋਈ ਧਰਮ ਦਾ ਕੰਮ ਕਰਿਆ ਸੀ। ਪਰ ਰਾਮ ਦਾ ਜਿਹੜਾ ਪਰਮਾਤਮਾ ਦਾ ਸੁਭਾਅ ਦੇਖੋ, ਉਹਨੂੰ ਵੀ ਅਭੈ ਦਾਨ ਦੇਤਾ, ਨਿਰਭੈਤਾ ਦਾ ਦਾਨ ਦੇਤਾ। ਸੋ ਇਸ ਤਰ੍ਹਾਂ ਇੱਕ ਮਹਾਂਵਾਕ ਹੋਰ ਹੈ, ਪੂਰਾ ਭਾਗ ਸਤ ਸੰਗਤ ਲਹੈ।
ਸਤਿਗੁਰ ਭੇਟੈ ਜਿਸਾਏ। ਪੂਰਿਆਂ ਭਾਗਾਂ ਨਾਲ, ਵੱਡਿਆਂ ਭਾਗਾਂ ਨਾਲ ਸੰਗਤ ਦਾ ਮਿਲਾਪ ਹੁੰਦਾ, ਮਿਲਦੀ ਹੈ। ਕਿਹਨੂੰ ਮਿਲਦੀ ਹੈ? ਸਤਿਗੁਰ ਭੇਟੈ ਜਿਸਾਏ। ਜਿਹਨੂੰ ਸਤਿਗੁਰੂ ਦਾ ਮਿਲਾਪ ਹੁੰਦਾ ਉਹਨੂੰ ਸੰਗਤ ਮਿਲਦੀ ਹੈ। ਸਤਿਗੁਰੂ ਦਾ ਮਿਲਣਾ ਵੀ ਉਹੀ ਚੀਜ਼ ਹੈ ਜੋ ਸੰਗਤ ਦਾ ਮਿਲਣਾ, ਦੋਵੇਂ ਇੱਕੋ ਚੀਜ਼ ਹੈ। ਸਤਿਗੁਰੂ ਦੇ ਮਿਲਣ ਪ੍ਰਤੀ ਵੀ ਭ੍ਰਾਂਤੀ ਹੈ। ਆਪਾਂ ਅੰਮ੍ਰਿਤ ਛਕ ਕੇ ਜਾਂ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣਦੇ ਹਾਂ, ਬੜਾ ਅੱਛਾ ਉਦਮ ਹੈ, ਛਕਣਾ ਚਾਹੀਦਾ, ਕਿਉਂਕਿ ਹੁਕਮ ਹੈ ਗੁਰੂ ਸਾਹਿਬ ਦਾ। ਔਰ ਇੱਕ ਸ੍ਰੇਸ਼ਟ ਮਨੁੱਖ ਦੀ ਇਹ ਇੱਕ ਪਛਾਣ ਵੀ ਹੈ ਵੀ ਅਸੀਂ ਸਹਿਜ ਦੇ ਵਿੱਚ ਰਹਿ ਕੇ ਇੱਕ ਕਾਰ ਧਾਰਨ ਕਰੀਏ, ਨਾ ਕਿ ਅਸੀਂ ਪਰਮਾਤਮਾ ਦੇ ਹੁਕਮ ਨੂੰ ਭੰਗ ਕਰੀਏ, ਕੇਸ ਕਤਲ ਕਰੀਏ ਜਾਂ ਹੋਰ ਐਨੀ ਵੇ ਜਿਹੜੀ ਸ੍ਰੇਸ਼ਟ ਮਨੁੱਖ ਦੀ ਬਣਤਰ ਹੈ ਉਹ ਤੋਂ ਉਲਟ ਚੱਲੀਏ। ਗੁਰੂ ਸਾਹਿਬ ਨੂੰ ਸਿਰ ਝੁਕਾਉਣ ਦੀ ਬਾਤ ਹੈ ਅੰਮ੍ਰਿਤ ਛਕਣਾ, ਖੰਡੇ ਬਾਟੇ ਦੀ ਪਹੁਲ ਲੈਣੀ। ਲੇਕਿਨ ਸਾਧ ਸੰਗਤ ਜੀਓ, ਇਹ ਉੱਤਮ ਕਰਮ ਹੈ, ਪਰ ਇਹ ਆਰੰਭਕ ਕਰਮ ਹੈ। ਇਹਦੇ ਵਿੱਚ ਸਾਨੂੰ ਗੁਰੂ ਦੇ ਰੂਪ ਵਿੱਚ ਪੰਜ ਪਿਆਰੇ ਸਾਹਿਬਾਨ ਹੁਕਮ ਵੀ ਕਰਦੇ ਹੈ, ਤਾਕੀਦ ਕਰਦੇ ਹੈ ਵੀ ਵਾਹਿਗੁਰੂ ਵਾਹਿਗੁਰੂ ਜਪਣਾ, ਸਾਰੀ ਉਮਰ ਜਪਣਾ, ਨਿਤਨੇਮ ਕਰਨਾ ਕਮ ਸੇ ਕਮ, ਸਾਰੀ ਬਾਣੀ ਦਾ ਪਾਠ ਕਰਨਾ, ਸੁਣਨਾ ਕਦੇ ਨਾ ਕਦੇ। ਉਹ ਜਿਹੜੀ ਵਿਚਾਰ ਪੰਜ ਪਿਆਰੇ ਸਾਹਿਬਾਨ ਸਾਨੂੰ ਹੁਕਮ ਕਰਦੇ ਹੈ ਉਹ ਕਰਨੀ ਹੈ। ਉਹਦੇ ਵਿੱਚੋਂ ਹੋ ਸਕਦਾ ਸਾਡੇ ਅੰਦਰ ਨਾਮ ਦੀ ਪ੍ਰਾਪਤੀ ਸਾਨੂੰ ਹੋ ਜਾਏ, ਇਹ ਸਮਝਣ ਵਾਲੀ ਗੱਲ ਹੈ। ਨਿਰੋਪਰੀ ਖੰਡੇ ਬਾਟੇ ਦੀ ਪੌਲ ਲੈ ਕੇ ਕੋਈ ਚੌਥੇ ਪਦ ਨੂੰ ਪ੍ਰਾਪਤ ਹੋ ਜਾਏ, ਐਸੀ ਗੱਲ ਗੁਰਮਤ ਨੇ ਨਹੀਂ ਮੰਨੀ ਹੋਈ ਹੈ। ਆਫਟਰ ਆਲ ਗੁਰਮਤ ਦਾ ਉਹੀ ਸਿਧਾਂਤ ਫਿਰ ਵੀ ਜਿਹੜਾ ਅੰਮ੍ਰਿਤਧਾਰੀ ਹੋਣਾ ਇਹ ਤਾਂ ਲੱਖਾਂ ਦੀ ਗਿਣਤੀ 'ਚ ਹੈ, ਪਰ ਚੌਥੇ ਪਦ ਨੂੰ ਪ੍ਰਾਪਤ ਹੋਣਾ ਇਹ ਬਹੁਤ ਵਿਰਲਾ ਹੈ। ਸਮਝਣ ਜੈਸੀ ਬਾਤ ਹੈ। ਇੱਕ ਆਰੰਭਕ ਕਰਮ ਹੈ, ਇੱਕ ਅਖੀਰਲਾ ਕਰਮ ਹੈ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨ ਲੱਗ ਜਾਣਾ ਇਹ ਆਰੰਭਕ ਕਰਮ ਹੈ। ਵਾਹਿਗੁਰੂ ਦੀ ਪ੍ਰਾਪਤੀ ਹੋ ਜਾਣੀ ਇਹ ਬਹੁਤ ਉੱਚੀ ਅਵਸਥਾ ਦੀ ਬਾਤ ਹੈ ਔਰ ਬਹੁਤ ਦੁਰਲਭ ਗੱਲ ਹੈ, ਔਰ ਆਪਣੇ ਵੱਸ ਦੀ ਗੱਲ ਨਹੀਂ ਹੈ। ਸੰਗਤ ਵਿੱਚ ਜਾਣਾ ਭਾਵੇਂ ਪਿਛਲੇ ਸੰਸਕਾਰਾਂ ਕਰਕੇ ਬੰਦੇ ਦੇ ਹੁੰਦਾ ਹੈ, ਤਾਂ ਹੀ ਬੰਦਾ ਸੰਗਤ ਵੱਲ ਨੂੰ ਜਾਂਦਾ ਹੈ। ਨਹੀਂ ਤਾਂ ਬਾਹਰ ਬੈਠੇ ਗੁਰਦੁਆਰੇ ਸਾਹਿਬਾਨਾਂ ਤੋਂ, ਧਾਰਮਿਕ ਸਥਾਨਾਂ ਤੋਂ ਬਾਹਰ ਬੈਠੇ ਗੜਾਂਜੇ ਮਾਰਨਗੇ, ਜਰਦਾ ਮਲਦੇ ਆ, ਹੋਰ ਚੁਗਲੀ ਕਰਦੇ, ਸਾਰਾ ਕੁਝ ਕਰਦੇ, ਸੰਗਤ 'ਚ ਨਹੀਂ ਜਾਂਦੇ। ਸਗੋਂ ਇਹ ਵੀ ਕਹਿੰਦੇ ਆ ਵੀ ਉੱਥੇ ਜਾਣੇ ਵਾਲਿਆਂ ਨਾਲੋਂ ਤਾਂ ਅਸੀਂ ਚੰਗੇ, ਦੱਸ ਰਹੇ ਨੇ, ਸੁਣਿਆ ਆਪਣੇ ਕੰਨਾਂ ਨਾਲ। ਉਹਨਾਂ ਦੇ ਔਗਣ ਲੱਭ ਕੇ ਉਹਨਾਂ ਨੂੰ ਨਿੰਦਣ ਲੱਗਦੇ ਆ, ਆਪਣੇ ਆਪ ਨੂੰ ਸ੍ਰੇਸ਼ਟ ਸਮਝਦੇ ਆ। ਉਹਨਾਂ ਨਾਲੋਂ ਜਿਹੜਾ ਗੁਰੂ ਦੇ ਕੋਲ ਜਾਂਦਾ ਉਹ ਚੰਗਾ ਹੈ। ਗੁਰਬਾਣੀ ਅਨੁਸਾਰ ਜਿਹੜਾ ਸੰਗਤ ਕਰਦਾ ਉਹ ਅੱਛਾ ਹੈ। ਲੇਕਿਨ ਸਭ ਤੋਂ ਅੱਛਾ ਕੌਣ ਹੈ? ਫਿਰ ਗੁਰਮਤਿ ਫਰਮਾਉਂਦੀ ਹੈ ਵੀ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਏ, ਜਿਹਨੂੰ ਗੁਰੂ ਮਿਲ ਜਾਏ। ਤਾਂ ਚਲੋ ਆਪ ਜੀ ਬਹੁਤ ਸਮਝਦਾਰ ਹੋ, ਸਿਆਣੇ ਵੀ ਹੋ, ਭਜਨੀਕ ਵੀ ਹੈ ਵਿੱਚ, ਔਰ ਗੁਰਮੁਖ ਦਾ ਤਾਂ ਖਿਤਾਬ ਹੀ ਤਾਂ ਹੀ ਦਿੱਤਾ ਜਾਂਦਾ ਜੇ ਕੋਈ ਬੰਦਾ ਅੰਦਰ ਤੋਂ ਜਿਹਦੇ ਨਾਮ ਚੱਲ ਜੇ। ਪਰ ਚਲੋ ਸੰਤਾਂ ਦੀ ਵਡਿਆਈ, ਗੁਰਮੁਖਾਂ ਦੀ ਵਡਿਆਈ ਗੁਰਮਤਿ ਅਨੁਸਾਰ ਹੁੰਦੀ ਹੈ। ਗੁਰਮਤਿ ਵਿੱਚ ਵੀ ਇਹ ਫਰਮਾਇਆ ਗਿਆ ਵੀ ਜੇ ਨੇਕ ਸੈਂਸ ਨਾਲ ਬਿਨਾਂ ਚਾਪਲੂਸੀ ਤੋਂ ਕਿਸੇ ਨੂੰ ਆਪਾਂ ਵਡਿਆਈ ਦਿੰਦੇ ਹਾਂ, ਸਾਹਿਬ ਕਹਿੰਦੇ ਹਾਂ ਨਾਲ, ਹਾਲਾਂਕਿ ਸਾਹਿਬ ਤਾਂ ਕੋਈ ਨਹੀਂ ਹੈ ਪਰਮਾਤਮਾ ਤੋਂ ਬਿਨਾਂ, ਆਪਾਂ ਬੋਲਦੇ ਹੀ ਹਾਂ ਵੀ ਫਲਾਣਾ ਸਾਹਿਬ ਜੀ, ਉਹ ਚੰਗੀ ਗੱਲ ਹੈ, ਉਹਦੇ 'ਚ ਬੁਰਾਈ ਤਾਂ ਕੋਈ ਨਹੀਂ ਹੈ। ਇਸੇ ਕਰਕੇ ਗੁਰਮੁਖ ਜਨ, ਸਾਧ ਜਨ ਸ਼ਬਦ ਆਪਾਂ ਵਰਤ ਲੈਂਦੇ ਹਾਂ, ਕੋਈ ਬੁਰਾਈ ਨਹੀਂ ਹੈ। ਲੇਕਿਨ ਇਹਨਾਂ ਦਾ ਜਿਹੜਾ ਅਸਲੀ ਭਾਵ ਹੈ ਉਹ ਵੀ ਸਮਝਣਾ ਜ਼ਰੂਰੀ ਹੈ ਵੀ ਗੁਰਮੁਖ ਅਸਲ 'ਚ ਕੌਣ ਹੁੰਦਾ ਹੈ। ਸਾਧ ਸੰਗਤ ਜੀ, ਉਹ ਚਾਰ ਕਿਸਮ ਦੇ ਸ਼ਬਦ ਆਉਂਦੇ ਗੁਰਬਾਣੀ 'ਚ, ਬੇਮੁਖ ਔਰ ਮਨਮੁਖ, ਸਨਮੁਖ ਔਰ ਗੁਰਮੁਖ। ਇਹ ਚਾਰਾਂ ਦੀ ਆਪਣੀ ਆਪਣੀ ਅਲੱਗ ਪਰਸਨੈਲਿਟੀ ਹੈ। ਬੇਮੁਖ ਹੁੰਦਾ ਜਿਹੜਾ ਗੁਰੂ ਨਾਲ ਵੀ ਆਡੇ ਲਾਉਂਦਾ, ਰੱਬ ਤੋਂ ਵੀ ਇਨਕਾਰੀ ਹੈ। ਸਿੱਖ ਹਿਸਟਰੀ 'ਚ ਵੀ ਐਸੇ ਗੁਰੂ ਪਰਿਵਾਰਾਂ ਦੇ ਵਿੱਚ ਵੀ ਐਸਾ ਕੁਛ ਹੋਇਆ। ਧੀਰਮਲ ਔਰ ਮੀਣਾ ਪਿਰਥੀਆ ਭਾਵੇਂ ਗੁਰੂ ਸੰਤਾਨ ਹੈ, ਲੇਕਿਨ ਕੰਮ ਬੇਮੁਖਾਂ ਵਾਲੇ ਕਰੇ। ਗੁਰੂ ਸਾਹਿਬਾਨ ਜਦੋਂ ਬਾਲ ਰੂਪ ਸੀ, 6ਵੇਂ ਪਾਤਸ਼ਾਹ, ਉਹਨਾਂ ਨੂੰ 4-5 ਵਾਰ ਮਾਰਨ ਦਾ ਯਤਨ ਕਰਨਾ,
ਸੱਪ ਛੱਡ ਕੇ ਜਾਂ ਮਠਿਆਈ ਜ਼ਹਿਰੀਲੀ ਦੇ ਕੇ ਜਾਂ ਦਹੀਂ ਚ ਪਾ ਕੇ ਔਰ ਨੌਵੇਂ ਪਾਤਸ਼ਾਹ ਦੇ ਉੱਪਰ ਗੋਲੀ ਚਲਾਉਣੀ ਧੀਰਮਲ ਦੁਆਰਾ ਆਪਣੇ ਮਸੰਦ ਤੋਂ ਸ਼ੀਹੇ ਤੋਂ, ਇਹ ਬੇਮੁਖਤਾਈ ਹੈ। ਫੇਰ ਆ ਜਾਂਦਾ ਸ਼ਬਦ ਮਨਮੁਖ। ਮਨਮੁਖ ਹੁੰਦਾ ਹੈ ਜਿਹੜਾ ਬੇਮੁਖ ਜਿੰਨਾ ਮਾੜਾ ਨਹੀਂ ਹੁੰਦਾ, ਲੇਕਿਨ ਉਹ ਗੁਰੂ ਦੀ ਸਿੱਖਿਆ ਨੂੰ ਮੰਨਦਾ ਨਹੀਂ ਹੈ, ਆਡਾ ਵੀ ਨਹੀਂ ਲਾਉਂਦਾ, ਪਰ ਮੰਨਦਾ ਕੋਈ ਨਹੀਂ ਹੈ। ਗੁਰੂ ਘਰ ਚ ਵੀ ਐਸੇ ਮਨਮੁਖ ਹੋਏ। ਨਾਮ ਲੈਣਾ ਮੇਰਾ ਖਿਆਲ ਹੈ ਠੀਕ ਨਹੀਂ ਰਹਿਣਾ, ਕਿਉਂਕਿ ਸਾਡੀ ਸੋਚ ਹੋਰ ਤਰ੍ਹਾਂ ਦੀ ਹੈ ਬਹੁਤਿਆਂ ਦੇ ਵਿੱਚ। ਉਹਨਾਂ ਨੇ ਜਦੇ ਗੱਲ ਨੂੰ ਦੂਜੇ ਪਾਸੇ ਨੂੰ ਸਰੂਪ ਦੇ ਦੇਣਾ। ਮਨਮੁਖ ਹੁੰਦਾ ਜਿਹੜਾ ਆਪਣੇ ਮਨ ਦੇ ਨਾਲ ਚੱਲੇ। ਅੱਗੇ ਸ਼ਬਦ ਆਉਂਦਾ ਸਨਮੁਖ। ਸਨਮੁਖ ਇਹਨਾਂ ਦੋਹਾਂ ਨਾਲੋਂ ਚੰਗਾ ਹੁੰਦਾ, ਬੇਮੁਖ ਨਾਲੋਂ ਵੀ ਮਨਮੁਖ ਨਾਲੋਂ ਵੀ। ਉਹਨੂੰ ਗੁਰੂ ਦੀ ਪ੍ਰਤੀਤ ਆ ਜਾਂਦੀ ਹੈ ਵੀ ਗੁਰੂ ਜੋ ਕਹਿ ਰਹੇ ਉਹ ਠੀਕ ਹੈ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀ। ਪਹਿਲਾਂ ਮੋਹਰੀ ਜੀ ਨਹੀਂ ਮੰਨਦੇ ਸੀਗੇ, ਫਿਰ ਗੁਰੂ ਅਮਰਦਾਸ ਜੀ ਨੇ ਜਦੋਂ ਕਿਹਾ ਵੀ ਲਾਓ ਚਰਨੀ ਹੱਥ ਇਹਨਾਂ ਦੇ, ਫਿਰ ਲਗਾਤੇ ਸੀਗੇ। ਤਾਂ ਹੀ ਉਹਦਾ ਨਾਂ ਗੁਰਬਾਣੀ ਚ ਆਇਆ ਵੀ ਉਹ ਕਮ ਸੇ ਕਮ ਸਨਮੁਖ ਬਣ ਗਿਆ ਸੀ। ਮੋਹਨ ਨਹੀਂ ਸੀ ਬਣਿਆ ਜਿਹਦੀਆਂ ਗਾਥਾ ਵੀ ਗਾਉਂਦੇ ਆਪਾਂ, ਅਗਿਆਨਤਾ ਬਸ। ਜੇ ਇਹ ਗੁਰੂ ਪਰਿਵਾਰ ਦੀ ਹਉਮੈ ਦੇਖਣੀ ਹੈ ਤਾਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਆਉਂਦੀ ਹੈ, ਉਹਦੇ ਚ ਪੜ੍ਹ ਲਿਓ ਸਾਰਿਆਂ ਦੇ ਬਾਰੇ ਚ ਕਿਆ ਕਿਆ ਲਿਖਿਆ ਹੋਇਆ। ਪਰ ਉਹ ਆਪਾਂ ਉਰੇ ਵਿਚਾਰਨੀ ਨਹੀਂ, ਕਿਉਂਕਿ ਫਿਰ ਦੂਜਾ ਰੂਪ ਸਾਹਮਣੇ ਆ ਜਾਂਦਾ। ਜਿਹੜੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਦੇ ਪ੍ਰਤੀ ਇਤਿਹਾਸ ਵੀ ਲਿਖਿਆ ਗਿਆ, ਜੈਸਾ ਵੀ ਜਿਵੇਂ ਵੀ ਲਿਖਿਆ ਗਿਆ, ਉਹ ਗੁਰਮਤ ਅਨੁਸਾਰੀ ਨਹੀਂ ਗੱਲ ਸਮਝ ਆਉਂਦੀ। ਫਿਰ ਤੋ ਇੱਕ ਉਹਨੇ ਗੁਰਮੁਖ, ਉਹ ਗੁਰੂ ਸੰਤਾਨ ਜਿਹੜੀ ਗੁਰਿਆਈ ਨੂੰ ਪ੍ਰਾਪਤ ਹੋਈ ਹੈ, ਜਿਨ੍ਹਾਂ ਦੇ ਅੰਦਰ ਚੌਥਾ ਪਦ ਬਣਿਆ ਜਾਂ ਪਰਮ ਪਦ ਬਣਿਆ, ਉਹ ਗੁਰਮੁਖ। ਸੋ ਇਸ ਚੀਜ਼ ਨੂੰ ਇਸ ਤਰੀਕੇ ਨਾਲ ਜ਼ਰੂਰ ਵਿਚਾਰ ਲਿਓ ਵੀ ਆਪਾਂ ਜਿਵੇਂ ਗੁਰਬਾਣੀ ਚ ਆਉਂਦਾ ਨਾ ਵੀ ਸਾਧੋ ਮਨ ਕਾ ਮਾਨ ਤਿਆਗੋ। ਸਾਧੂ ਤਾਂ ਹੁੰਦਾ ਹੀ ਉਹੀ ਹੈ ਜਿਹਨੇ ਮਨ ਦਾ ਮਾਨ ਤਿਆਗ ਦਿੱਤਾ ਹੋਵੇ, ਪਰ ਫਿਰ ਵੀ ਗੁਰਬਾਣੀ ਫਰਮਾਉਂਦੀ ਹੈ ਵੀ ਸਾਧੋ ਸੰਤੋ। ਚੰਗੀ ਗੱਲ ਹੈ, ਚਾਪਲੂਸੀ ਚ ਨਹੀਂ ਕਿਸੇ ਨੂੰ ਵਡਿਆਈ ਕਰਨੀ। ਉਂਝ ਆਪਣੇ ਸ਼ਿਸ਼ਟਾਚਾਰ ਦੇ ਨਾਤੇ ਆਪਣੇ ਆਪ ਨੂੰ ਨੀਵਾਂ ਕਰਨ ਖਾਤਰ ਦੂਜਿਆਂ ਨੂੰ ਵਡਿਆਈ ਦੇਣੀ, ਇਹ ਚੰਗੀ ਗੱਲ ਹੈ। ਜਿਵੇਂ ਸਾਹਿਬ ਕਹਿੰਦੇ ਆਪਾਂ ਫਲਾਣਾ ਸਾਹਿਬ, ਤੋ ਐਸੇ ਤਰੀਕੇ ਨਾਲ ਗੁਰਮੁਖ ਕਹਿਣਾ। ਜਿਹੜਾ ਗੁਰਮੁਖ ਦੀ ਆਪ ਨੂੰ ਵਿਚਾਰ ਸਮਝ ਆਈ ਵੀ ਕੌਣ ਹੁੰਦਾ ਗੁਰਮੁਖ। ਬਹੁਤ ਵਿਰਲਾ ਕੋਈ ਜਿਹਦੇ ਅੰਦਰ ਨਾਮ ਚੱਲਦਾ, ਲੇਕਿਨ ਆਪਾਂ ਇੱਕ ਦੂਜੇ ਨੂੰ ਕਹਿੰਦੇ ਇਸੇ ਕਰਕੇ ਵੀ ਗੁਰੂ ਦੇ ਨਾਲ ਜੁੜੇ ਹੋਏ ਆ। ਆਪਣੇ ਆਪ ਨੂੰ ਛੋਟਾ ਕਰਨ ਖਾਤਰ ਦੂਜਿਆਂ ਨੂੰ ਬੜਾ ਕਰਦੇ ਆ। ਆਪਾਂ ਕਰਨਾ ਚਾਹੀਦਾ। ਗੁਰਬਾਣੀ ਵੀ ਇਸ ਤਰ੍ਹਾਂ ਹੀ ਕਹਿੰਦੀ, ਆਪਣੇ ਆਪ ਨੂੰ ਨੀਚ ਕਹਿ ਰਹੀ ਹੈ ਤੇ ਸੰਸਾਰ ਨੂੰ ਬੜਾ ਕਰਦੀ ਹੈ। ਨਾਨਕ ਮੂਰਖ ਏਕ ਤੂੰ ਅਬਰ ਭਲਾ ਸਹਿਸਾਰ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਵੀ ਤੂੰ ਹੀ ਇੱਕ ਮੂਰਖ ਹੈ, ਬਾਕੀ ਸਾਰਾ ਸੰਸਾਰ ਠੀਕ ਹੈ ਭਾਈ। ਪਰ ਉਹ ਠੀਕ ਇੱਕ ਹੱਦ ਤੱਕ ਹੈ। ਇਹਦਾ ਦੂਜਾ ਪੱਖ ਨਾ ਆਪਾਂ ਪਕੜ ਕੇ ਬਹਿ ਜਾਈਏ ਵੀ ਸੰਸਾਰ ਠੀਕ ਹੈ। ਸੰਸਾਰ ਤਾਂ ਗਰਕ ਹੁੰਦਾ ਜਾ ਰਿਹਾ ਹੈ, ਪਰਿਵਾਰ ਦੇ ਮੋਹ ਚ, ਕਾਮ ਕ੍ਰੋਧ ਵਿੱਚ, ਲੋਭ ਮੋਹ ਹੰਕਾਰ ਚ। ਆਪਣੇ ਆਪ ਨੂੰ ਨੀਵਾਂ ਕਰਨ ਖਾਤਰ ਅਗਰ ਕਹਿੰਦਾ ਕੋਈ ਬੰਦਾ, ਕੋਈ ਮਹਾਂਪੁਰਸ਼, ਨਾਨਕ ਆਪਣੇ ਆਪ ਨੂੰ ਨੀਚ ਵੀ ਕਹਿ ਰਹੇ, ਨਾਨਕ ਨੀਚ ਕਹੇ ਵਿਚਾਰ। ਭਾਈ ਗੁਰਦਾਸ ਜੀ ਆਪਣੇ ਆਪ ਨੂੰ ਪਤਾ ਨਹੀਂ ਕਿੰਨੇ ਨੈਗੇਟਿਵ ਵਿਸ਼ੇਸ਼ਣਾਂ ਨਾਲ ਸੰਬੋਧਨ ਕਰ ਰਹੇ ਹੈ। ਹਰਾਮਖੋਰ ਵੀ, ਲੂਣ ਹਰਾਮੀ ਵੀ, ਔਰ ਜੁਆਰੀਆ ਵੀ, ਚੋਰ ਵੀ, ਪਰ ਘਰ ਜੋਹੰਦਾ ਵੀ। ਇਹ ਹੋਰ ਚੀਜ਼ ਹੈ। ਉਸ ਐਂਗਲ ਤੋਂ ਗੁਰਮੁਖ ਕਹਿਣਾ ਅੱਛੀ ਗੱਲ ਹੈ, ਪਰ ਗੁਰਮੁਖ ਕੌਣ ਹੈ, ਕਿਵੇਂ ਹੈ, ਇਹਦੀ ਵਿਚਾਰ ਆਪ ਜੀ ਹੁਣ ਮੇਰੇ ਖਿਆਲ ਸਮਝ ਆ ਗਈ ਹੋਊਗੀ, ਜਾਂ ਹੋਰ ਆ ਜਾਣਗੀਆਂ। ਇਹ ਵਿਚਾਰਾਂ ਚੱਲਦੀਆਂ ਰਹਿਣੀਆਂ ਨਿਰੰਤਰ ਜਿੰਨਾ ਚਿਰ ਸਵਾਸ ਹੈ। ਉਸ ਵਿਚਾਰ ਨੂੰ ਵੀ ਆਪਾਂ ਸਾਹਮਣੇ ਰੱਖਣਾ ਜ਼ਰੂਰ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਜਨੋ, ਆਪ ਜੀ ਦੇ ਚਰਨਾਂ 'ਚ ਥੋੜ੍ਹੀ ਜਿਹੀ ਵਿਚਾਰ ਹਾਜ਼ਰ ਹੈ। ਤੁਲਸੀਦਾਸ ਜੀ ਦੀ ਜਿਹੜੀ ਸੋਚ ਹੈ ਔਰ ਗੁਰਮਤ ਦੀ ਜਿਹੜੀ ਸੋਚ ਹੈ, ਉਹਦੇ 'ਚ ਬਹੁਤ ਅੰਤਰ ਹੈ। ਹਾਲਾਂਕਿ ਤੁਲਸੀਦਾਸ ਨੇ ਵੀ ਰਾਮਾਇਣ ਲਿਖੀ ਹੈ, ਧਾਰਮਿਕ ਗ੍ਰੰਥ ਲਿਖਿਆ ਹੈ। ਗੁਰਬਾਣੀ ਵੀ ਇੱਕ ਧਾਰਮਿਕ ਗ੍ਰੰਥ ਹੈ। ਫਰਕ ਕਿਆ ਹੈ? ਇੱਕ ਤੁਕ ਤੋਂ ਹਿਸਾਬ ਲਗਾਇਓ
ਤੁਲਸੀ ਜੀ ਦਾ ਬਚਨ ਹੈ, ਜਨਨੀ ਜਨੈ ਤਾਂ ਭਗਤ ਜਨ ਕੈ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੇ ਨੂਰ। ਮਤਲਬ ਇਹ ਬਈ ਮਾਤਾ ਜਾਂ ਔਰਤ ਜਨਨੀ ਜਾਂ ਤਾਂ ਭਗਤ ਨੂੰ ਜੰਮੇ, ਜਨਮ ਦੇਵੇ, ਜਾਂ ਸੂਰਮੇ ਨੂੰ, ਜਾਂ ਦਾਨੀ ਨੂੰ, ਨਹੀਂ ਤਾਂ ਉਹ ਬਾਂਝ ਰਹੇ, ਆਪਣਾ ਨੂਰ ਕਿਉਂ ਖੋਹਦੀ ਹੈ। ਇਹ ਤਾਂ ਹੈ ਤੁਲਸੀ ਦੀ ਵਿਚਾਰ। ਹੁਣ ਆ ਜਾਓ ਗੁਰਬਾਣੀ ਵੱਲ। ਇੱਕ ਮਹਾਵਾਕ ਹੈ ਗੁਰਬਾਣੀ ਦਾ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਚਾਹੇ ਪੰਡਿਤ ਹੋਵੇ, ਵਿਦਵਾਨ ਹੋਵੇ, ਚਾਹੇ ਛਤਰਪਤੀ ਰਾਜਾ ਹੋਵੇ, ਚਾਹੇ ਸੂਰਮਾ ਹੋਵੇ, ਚਾਹੇ ਦਾਨੀ ਹੋਵੇ, ਭਗਤ ਦੇ ਬਰਾਬਰ ਨਹੀਂ ਹੋ ਸਕਦੇ ਉਹ। ਗੁਰਬਾਣੀ ਅਨੁਸਾਰ ਜਿਹੜਾ ਭਗਤ ਹੈ, ਚੌਥੇ ਪਦ ਦੀ ਗੱਲ ਹੋ ਰਹੀ ਹੈ, ਹੋਰ ਭਗਤੀਆਂ ਦੀ ਗੱਲ ਨਹੀਂ ਹੈ। ਜਿਹੜਾ ਸਰੈਂਡਰ ਆਫ ਮਾਈਂਡ ਐਂਡ ਬੁੱਧੀ ਨਾਲ ਹੁੰਦੀ ਹੈ ਭਗਤੀ, ਉਹਦੀ ਗੱਲ ਹੈ। ਏਕੇ ਦੀ ਭਗਤੀ ਦੀ ਗੱਲ ਹੋ ਰਹੀ ਹੈ। ਸਾਰੀ ਬਾਣੀ 'ਚ ਏਕੇ ਦੀ ਗੱਲ ਹੈ, ਦੂਜੀਆਂ ਭਗਤੀਆਂ ਨੂੰ ਕੋਈ ਜਗ੍ਹਾ ਨਹੀਂ ਹੈ। ਡਿਊਐਲਿਟੀ ਵਾਲੀਆਂ ਜਿੰਨੀਆਂ ਭਗਤੀਆਂ ਜਾਂ ਸਰਗੁਣ ਦੀਆਂ ਜਿੰਨੀਆਂ ਭਗਤੀਆਂ, ਇਹ ਨਿਰਗੁਣ ਦੀ ਭਗਤੀ, ਏਕੇ ਵਾਲੀ ਭਗਤੀ ਦੀ ਗੱਲ ਹੈ। ਉਹਦੇ ਬਰਾਬਰ ਕੋਈ ਵੀ ਨਹੀਂ ਹੋ ਸਕਦਾ, ਨਾ ਵਿਦਵਾਨ, ਨਾ ਦਾਨੀ, ਨਾ ਸੂਰਮਾ। ਇਹ ਗੁਰਮਤਿ ਦਾ ਮੇਨ ਜਿਹੜਾ ਹੈ ਥਾਟ ਹੈ। ਤੋ ਦੁਨੀਆਦਾਰੀ ਦੀ ਸੋਚ ਹੋਰ ਹੈ, ਤੁਲਸੀ ਦੀ ਵੀ ਸੰਸਾਰੀ ਸੋਚ ਹੈ। ਅਸੀਂ ਵੀ ਉਸੇ ਸੋਚ ਨੂੰ ਸੰਸਾਰ ਲੱਗਿਆ ਵਾ ਅਪਣਾਉਣ। ਜਿਹੜੀ ਦਰਗਾਹ ਦੀ ਸੋਚ ਹੈ ਉਹ ਬਿਲਕੁਲ ਹੋਰ ਹੈ, ਉਹ ਗੁਰਬਾਣੀ ਵਾਲੀ ਸੋਚ ਹੈ। ਏਕਾ ਇਸੀ ਕਰਕੇ ਮੂਹਰੇ ਲੱਗਿਆ, ਸਭ ਤੋਂ ਪਹਿਲੇ ਗੁਰਬਾਣੀ ਦੇ ਜਪਜੀ ਸਾਹਿਬ ਦੇ ਮੂਹਰੇ ਇੱਕ ਓੰਕਾਰ, ਏਕਾ ਇਸੀ ਕਰਕੇ। ਇੱਕ ਤੋਂ ਬਿਨਾਂ ਦੂਜੇ ਵੱਲ ਨੂੰ ਸਿੱਖ ਦਾ ਕਦੇ ਮਨ ਜਾਂ ਖਿਆਲ ਜਾਣਾ ਨਹੀਂ ਚਾਹੀਦਾ, ਮੰਨਣਾ ਤਾਂ ਇੱਕ ਪਾਸੇ ਰਿਹਾ। ਤੋ ਸਾਧ ਸੰਗਤ ਜੀਓ, ਆਪਾਂ ਅਣਭੋਲਪਣੇ 'ਚ ਕਈ ਵਾਰੀ ਬਹੁਤ ਐਸੀਆਂ ਗੱਲਾਂ ਕਰ ਦਿੰਦੇ ਜਿਹੜੀਆਂ ਕਿ ਗੁਰਮਤਿ ਤੋਂ ਬਿਲਕੁਲ ਉਲਟ ਹੁੰਦੀਆਂ, ਉਲਟੀ ਦਿਸ਼ਾ ਵਿੱਚ ਹੁੰਦੀਆਂ। ਉਹ ਬਹੁਤ ਤੁਕਾਂ ਵੀ ਐਸੀਆਂ ਹੈ ਜਿਹੜੀਆਂ ਗੁਰਬਾਣੀ ਵਿੱਚ ਹੈ ਨਹੀਂ, ਲੇਕਿਨ ਅਸੀਂ ਉਹਨਾਂ ਨੂੰ ਮੰਨੀ ਬੈਠੇ ਹਾਂ, ਉਹਨਾਂ ਨੂੰ ਪ੍ਰਚਾਰਦੇ ਵੀ ਹੈ। ਚਾਹੇ ਸਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ, ਬੇਸੋਝੀ 'ਚ, ਬੇਸਮਝੀ ਵਿੱਚ ਕਹੀ ਜਾਂਦੇ ਵੀ ਇਹ ਗੁਰਬਾਣੀ ਹੈ। ਇੱਕ ਮਿਸਾਲ ਆਪ ਜੀ ਨਾਲ ਸਾਂਝੀ ਕਰਦਾ, ਉਹਨਾਂ ਦੇ ਪਿੱਛੇ ਨਾਨਕ ਪਦਾ ਵੀ ਆਉਂਦਾ ਹੈ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਇਹ ਗੁਰਬਾਣੀ ਦੀ ਤੁਕ ਨਹੀਂ ਹੈ, ਭਾਵੇਂ ਆਸ਼ਾ ਵਧੀਆ ਇਹਦਾ ਵੀ ਅਖੀਰ ਨੂੰ ਮੰਦਾ ਹੀ ਹੋਣਾ ਹੁੰਦਾ ਜਿਹੜਾ ਮੰਦੇ ਕੰਮ ਕਰਦਾ ਹੈ, ਪਰ ਇਹ ਮਿਹਰਬਾਨ ਕੰਪਨੀ ਦੀ ਤੁਕ ਹੈ, ਜਿਹੜੇ ਉੱਧਰ ਲੱਗੇ ਹੋਏ ਸੀ ਪੈਰਲਲ ਗੁਰਬਾਣੀ ਉਚਾਰਨ, ਕੱਚੀ ਬਾਣੀ ਉਚਾਰਨ। ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਤੁਕ ਨਹੀਂ ਹੈ। ਇਸ ਤਰ੍ਹਾਂ ਹੀ ਭਗਤਾਂ ਦੇ ਨਾਂ ਹੇਠ, ਕਬੀਰ ਜੀ ਦੇ ਨਾਂ ਹੇਠ, ਬਾਬਾ ਰਵਿਦਾਸ ਜੀ ਦੇ ਨਾਂ ਹੇਠ ਬਹੁਤ ਸਾਰੀਆਂ ਤੁਕਾਂ ਹੈ ਜਿਹੜੀਆਂ ਕਿ ਗੁਰਬਾਣੀ 'ਚ ਹੈ ਨਹੀਂ। ਤੋ ਰਹੋ ਵਿਚਾਰ। ਇੱਕ ਵਾਰੀ ਦਾਸਰੇ ਨੂੰ ਇਹ ਪੁੱਛਿਆ ਗਿਆ ਸੀ ਵੀ ਸੁਣਿਆ ਜੀ ਵੀ ਜਦੋਂ ਕੋਈ ਸੰਤ ਦੇ ਨਾਲ ਜਾਂ ਗੁਰੂ ਦੇ ਨਾਲ ਕੋਈ ਪਾਪੀ ਦਾ ਮੇਲ ਜੋਲ ਹੁੰਦਾ ਤਾਂ ਉਹਦਾ ਉਧਾਰ ਹੋ ਜਾਂਦਾ। ਉਹਨਾਂ ਨੇ ਵਿਚਾਰ ਬਣਾਈ ਸੀ ਗੰਨਕਾਂ ਤੋਂ, ਔਰ ਉਹ ਜਿਹੜੀ ਕੁਬਜਾ ਸੀਗੀ, ਕ੍ਰਿਸ਼ਨ ਜੀ ਨੇ ਉਹਦਾ ਕੁੱਬ ਕੱਢਿਆ ਸੀਗਾ, ਔਰ ਇੱਕ ਹੋਰ ਔਰਤ ਜਿਹੜੀ ਥਣਾ ਨੂੰ ਦੁੱਧ ਲਾ ਕੇ ਆਈ ਸੀਗੀ ਵੀ ਮੈਂ ਕ੍ਰਿਸ਼ਨ ਜੀ ਨੂੰ ਚੰਗਾਊਂਗੀ ਮਾਰਨ ਖਾਤਰ। ਤੋ ਉਹ ਕਹਿੰਦੇ ਵੀ ਇਹ ਦੱਸੋ ਵੀ ਕੰਸ ਦਾ ਵੀ ਉਧਾਰ, ਆਪਣਾ ਇਹਦਾ ਹਰਨਾਕਸ਼ ਦਾ ਵੀ ਉਧਾਰ ਹੋਇਆ ਕਿ ਨਹੀਂ ਹੋਇਆ। ਬੜਾ ਟੇਢਾ ਸਵਾਲ, ਪਰ ਜੋ ਸਮਝ ਸੀਗੀ ਉਹ ਉਹਨਾਂ ਨਾਲ ਗੱਲ ਕਰੀ, ਆਪ ਜੀ ਨਾਲ ਵੀ ਉਹੀ ਗੱਲ ਕਰ ਰਹੇ। ਚਾਹੇ ਸਹੀ ਹੈ ਚਾਹੇ ਗਲਤ ਹੈ, ਇਹ ਤੁਸੀਂ ਆਪ ਨਿਰਣਾ ਕਰਿਓ, ਵਾਹਿਗੁਰੂ ਜਾਣੇ। ਸਾਧ ਸੰਗਤ ਜੀਓ, ਜਿਹੜਾ ਵੀ ਕੋਈ ਅਧਰਮੀ ਬੰਦਾ ਹੁੰਦਾ, ਧਰਮ ਨੂੰ ਮਾਨਤਾ ਨਹੀਂ ਦਿੰਦਾ ਉਹ, ਲੇਕਿਨ ਉਹ ਪਾਪ ਕਰਦਾ ਹੈ, ਹੁੰਦਾ ਹੀ ਪਾਪ ਹੈ ਜਿਹੜਾ ਅਧਰਮੀ ਹੈ। ਉਹਦਾ ਆਧਾਰ ਨਹੀਂ ਹੁੰਦਾ ਗੁਰਮਤਿ ਅਨੁਸਾਰ, ਉਹਦਾ ਵੱਧ ਕਰਿਆ ਜਾਂਦਾ, ਉਹਨੂੰ ਮਾਰਿਆ ਜਾਂਦਾ। ਹਰਨਾਕਸ਼ ਦਾ ਕਿਤੇ ਗੁਰਬਾਣੀ ਜ਼ਿਕਰ ਨਹੀਂ ਆਉਂਦਾ ਵੀ ਉਹਦਾ ਆਧਾਰ ਹੋ ਗਿਆ ਪ੍ਰਹਲਾਦ ਭਗਤ ਦੇ ਨਾਲ ਲੱਗ ਕੇ, ਕਿਉਂਕਿ ਲੜਕਾ ਸੀ ਉਹਨਾਂ ਦਾ। ਹਾਲਾਂਕਿ ਸਾਨੂੰ
ਹੋਰ ਪਾਸਿਆਂ ਤੋਂ ਜਿਹੜੀਆਂ ਸਭਿਅਤਾ ਦੇ ਵਿੱਚ ਗੱਲਾਂ ਮਿਲੀਆਂ ਹੋਈਆਂ ਪੁਰਾਣੀਆਂ, ਉਹਨਾਂ 'ਚ ਇਹ ਆਉਂਦਾ ਜੀ ਵੀ ਚਾਹੇ ਜਿਹੜਾ ਚਾਕੂ ਹੈ ਉਹ ਖਰਬੂਜੇ ਤੇ ਗਿਰ ਜੇ, ਚਾਹੇ ਖਰਬੂਜਾ ਚਾਕੂ ਤੇ ਗਿਰ ਜੇ, ਵੀ ਉਹਨੇ ਵੱਢ ਹੋਣਾ। ਐਸੇ ਤਰੀਕੇ ਨਾਲ ਪਾਰਸ ਅਗਰ ਲੋਹੇ ਨੂੰ ਮਿਲ ਜਾਵੇ ਆ ਕੇ, ਜਾਂ ਲੋਹਾ ਪਾਰਸ ਨਾਲ ਮਿਲ ਜੇ, ਤਾਂ ਉਹਦਾ ਆਧਾਰ ਹੋ ਜਾਂਦਾ। ਇੱਕ ਤਰ੍ਹਾਂ ਦੀ ਕਹਾਵਤ ਹੈ, ਪਰ ਇਹ ਗੁਰਮਤਿ ਵਿੱਚ ਨਹੀਂ ਹੈ। ਇੱਕ ਦੀ ਗੱਲ ਦੇਖਣ 'ਚ ਤਾਂ ਆਉਂਦੀ ਨਹੀਂ ਹੈ। ਕਿਵੇਂ? ਜਿਹੜੇ ਧਰਮੀ ਪੁਰਸ਼ ਕਿਸੇ ਕਾਰਨ ਪਾਪੀ ਬਣ ਜਾਂਦੇ ਆ, ਉਹਨਾਂ ਦੀ ਜ਼ਿੰਦਗੀ ਪਾਪਾਂ 'ਚ ਹੋਣ ਲੱਗ ਪੈਂਦੀ। ਵੈਸੇ ਅਦਰਵਾਈਜ਼ ਮਨ ਤੋਂ ਧਰਮੀ ਹੁੰਦੇ, ਧਰਮੀਆਂ ਵਾਲਾ ਕੁਛ ਨਾ ਕੁਛ ਸੰਸਕਾਰ ਉਹਨਾਂ ਦੇ ਅੰਦਰ ਹੁੰਦਾ ਹੈ, ਉਹਨਾਂ ਦਾ ਆਧਾਰ ਹੋ ਜਾਂਦਾ। ਜਿਵੇਂ ਗਨਕਾਂ ਦਾ ਹੋ ਗਿਆ, ਕੁਬਜਾ ਦਾ ਹੋ ਗਿਆ, ਹੋਰ ਕਿੰਨਿਆਂ ਦਾ ਜ਼ਿਕਰ ਆਉਂਦਾ, ਸ਼ਿਕਾਰੀ ਦਾ ਹੋ ਗਿਆ। ਉਹਨਾਂ ਦਾ ਆਧਾਰ ਹੋ ਸਕਦਾ ਹੈ, ਲੇਕਿਨ ਜਿਹੜੇ ਅਧਰਮੀ ਹੈ, ਧਰਮ ਨਹੀਂ ਫੋਲੋ ਕਰਦੇ, ਉਹ ਜਿੰਨੇ ਵੀ ਪਾਪ ਕਰਦੇ ਉਹਨਾਂ ਦਾ ਫਿਰ ਵੱਧ ਹੁੰਦਾ। ਹਰਨਾਕਸ਼ ਦਾ ਹੋਇਆ, ਕੰਸ ਦਾ ਹੋਇਆ, ਰਾਵਣ ਦਾ ਹੋਇਆ, ਕੌਰਵਾਂ ਦਾ ਹੋਇਆ। ਉਹਨਾਂ ਦਾ ਆਧਾਰ ਨਹੀਂ ਕਿਤੇ ਵੀ ਜ਼ਿਕਰ ਦਾਸਰੇ ਨੂੰ ਮਿਲਿਆ ਨਹੀਂ ਹੈ ਵੀ ਗੁਰਬਾਣੀ 'ਚ ਉਹਨੂੰ ਲਿਖਿਆ ਵਾ ਵੀ ਉਹਨਾਂ ਦਾ ਵੀ ਆਧਾਰ ਹੋ ਗਿਆ। ਇਹ ਕੁਛ ਬਰੀਕ ਜਿਹੇ ਨੁਕਤੇ ਹੈ। ਇੱਕ ਨੁਕਤਾ ਹੋਰ ਸਾਂਝਾ ਕਰਕੇ ਆਪ ਜੀ ਨਾਲ ਛੁੱਟੀ ਲਵਾਂ। ਸਾਧ ਸੰਗਤ ਜੀਓ, ਇਹ ਇੱਕ ਗੁਰਮਤਿ ਦਾ ਇੱਕ ਇਸ ਤਰ੍ਹਾਂ ਦਾ ਇੱਕ ਸਿਧਾਂਤ ਹੈ ਬਈ ਪਾਪੀਆਂ ਦੇ ਕੋਲ ਚੱਲ ਕੇ ਸਤਿਗੁਰੂ ਆਪ ਗਏ, ਚਾਹੇ ਕੌਡਾ, ਚਾਹੇ ਸੱਜਣ, ਚਾਹੇ ਭੂਮੀਆ ਚੋਰ, ਚਾਹੇ ਹਮਜ਼ਾ ਗੌਂਸ, ਚਾਹੇ ਬਲੀ ਕੰਧਾਰੀ, ਉੱਥੇ ਜਾ ਕੇ ਉਹਨਾਂ ਦਾ ਆਧਾਰ ਕਰਿਆ। ਮਹਾਤਮਾ ਬੁੱਧ ਦੀ ਵੀ ਇੱਕ ਸਾਖੀ ਆਉਂਦੀ ਵੀ ਉਹਨਾਂ ਨੇ ਉਂਗਲ ਵੱਢਦਾ ਜਾ ਕੇ ਆਧਾਰ ਕਰਿਆ ਸੀਗਾ। ਉਂਗਲ ਵੱਢ ਇੱਕ ਖੂੰਖਾਰ ਬੰਦਾ ਸੀ, ਹਾਲਾਂਕਿ ਉਹ ਧਰਮੀ ਸੀ। ਪਹਿਲਾਂ ਕੋਈ ਇਲਜ਼ਾਮ ਐਸਾ ਲੱਗ ਗਿਆ, ਗਲਤ ਇਲਜ਼ਾਮ ਲੱਗ ਗਿਆ, ਉਹ ਬੰਦਾ ਉਹ ਸੱਚਾ ਸੀ, ਉਹਨੂੰ ਕੱਢ ਦਿੱਤਾ ਗਿਆ ਵਿਦਿਆਲੇ 'ਚ। ਉਹਨੇ ਕਸਮ ਖਾ ਲਈ ਬਈ ਇਹ ਜਿਹੜੇ ਗੁਰੂ ਹੈ ਉਸ ਟਾਈਮ ਦੇ ਸੋ ਕਾਲ, ਜਿਹੜੇ ਉਹਨਾਂ ਦੇ ਆਚਾਰੀਆ ਹੁੰਦੇ ਸੀਗੇ, ਬਈ ਉਹ ਵੀ ਝੂਠ ਬੋਲੇ ਸੀਗੇ ਬਈ ਇਹਨਾਂ ਨੂੰ ਛੱਡਣਾ ਨਹੀਂ, ਸਾਰਿਆਂ ਨੂੰ ਮਾਰ ਕੇ ਜਿਹੜਾ ਵੀ ਸਾਧੂ ਬਾਣੇ 'ਚ ਮਿਲਦਾ ਸੀ ਉਹਦੀ ਇੱਕ ਉਂਗਲੀ ਵੱਢ ਕੇ ਉਹਦਾ ਹਾਰ ਪਰੋ ਕੇ ਆਪਣੇ ਗਲੇ 'ਚ ਪਾ ਲੈਂਦਾ ਸੀ। ਮਹਾਤਮਾ ਬੁੱਧ ਨੇ ਉਹਦਾ ਵੀ ਆਧਾਰ ਕਰਿਆ ਸੀ ਜਾ ਕੇ। ਮਹਾਤਮਾ ਬੁੱਧ ਧਰਮੀ ਪੁਰਸ਼ ਸੀਗੇ। ਸੋ ਧਰਮੀ ਪੁਰਸ਼ ਜਾ ਕੇ ਆਧਾਰ ਕਰਦਾ ਹੈ, ਤੇ ਜਿਨ੍ਹਾਂ ਨੇ ਗੁਰਿਆਈ ਲੈਣੀ ਸੀ ਉਹ ਆਪ ਚੱਲ ਕੇ ਗਏ ਸਤਿਗੁਰੂ ਕੋਲ। ਭਾਈ ਲਹਿਣਾ ਜੀ, ਗੁਰੂ ਅਮਰਦਾਸ ਜੀ ਜੇ ਗੁਰੂ ਨਹੀਂ ਸੀ ਉਹ ਆਪ ਚੱਲ ਕੇ ਗਏ ਆ, ਜਿਨ੍ਹਾਂ ਨੂੰ ਗੁਰਿਆਈ ਮਿਲਣੀ ਸੀ, ਜਿਨ੍ਹਾਂ ਦਾ ਆਧਾਰ ਕਰਨਾ ਸੀਗਾ, ਉੱਥੇ ਸਤਿਗੁਰੂ ਆਪ ਚੱਲ ਕੇ ਉਹਨਾਂ ਕੋਲ ਗਏ, ਪਾਪੀਆਂ ਕੋਲ। ਇਹ ਪਰਮਾਤਮਾ ਦੀਆਂ ਪਰਮਾਤਮਾ ਜਾਣਦਾ, ਪਰ ਹੋਇਆ ਇਸ ਤਰ੍ਹਾਂ। ਤੋ ਦਿਓ ਆਗਿਆ, ਕੋਈ ਅਪਸ਼ਬਦ ਨਿਕਲ ਜਾਂਦਾ ਕਈ ਵਾਰੀ ਬੋਲਦੇ ਹਾਂ, ਅਲਪਾਗ ਜੀਵ ਜੋ ਹੋਏ, ਮਾਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਕੰਠ ਰਮਣੀ ਰਾਮ ਰਾਮ ਵਾਲਾ, ਹਸਤ ਊਚ ਪ੍ਰੇਮ ਧਾਰਣੀ। ਜੀ ਭਣ ਜੋ ਉੱਤਮ ਸ਼ਲੋਕ, ਉਦਰੰ ਨੈਣ ਨੰਦਨੀ। ਗੁਰ ਮੰਤਰ ਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣੈ। ਕੂਕਰੈ ਸੂਕਰੈ ਗਰਦ ਵੈ, ਕਾਕੈ ਸਰਪਨੈ ਤੁਲ ਖਲੈ। ਚਰਨਾਰ ਬਿੰਦ ਭਜਨੰ ਹਿਰਦਿਅੰ ਨਾਮ ਧਾਰਣੈ। ਕੀਰਤਨੰ ਸਾਧ ਸੰਗੈ ਨਾਨਕ, ਨਹਿ ਦ੍ਰਿਸ਼ਟੰਤ ਜਮਦੂਤ ਨੈ। ਚਰਨਾਰ ਬਿੰਦ ਭਜਨੰ ਹਿਰਦਿਅ ਨਾਮ ਧਾਰਣੈ। ਕੀਰਤਨੰ ਸਾਧ ਸੰਗੈ ਨਾਨਕ, ਨਹਿ ਦ੍ਰਿਸ਼ਟੰਤ ਜਮਦੂਤ ਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਿਆਰੀ ਸਾਧ ਸੰਗਤ ਜੀਓ, ਗਰੁੱਪ ਮੈਂਬਰ ਸਾਹਿਬਾਨ, ਗੁਰਮੁਖ ਜਨੋ, ਅੱਜ ਦੀ ਵਿਚਾਰ ਹਾਜ਼ਰ ਹੈ ਆਪਣੀ ਤੁੱਛ ਬੁੱਧੀ ਅਨੁਸਾਰ। ਕੰਠ ਰਮਣੀਏ ਰਾਮ ਰਾਮ ਮਾਲਾ। ਜਿਵੇਂ ਕੰਠ ਦੇ ਵਿੱਚ, ਗਲੇ ਦੇ ਵਿੱਚ ਬਾਹਰ ਮਾਲਾ ਸੋਭਦੀ ਸੀ ਪਾਈ ਹੋਈ, ਕਿਸੇ ਵੀ
ਪਰਮਾਤਮਾ ਦੇ ਬੰਦਿਆਂ ਦੇ ਉਦੋਂ ਦੇ ਮੁਤਾਬਕ ਉਹ ਹੁਣ ਗੁਰੂ ਸਾਹਿਬ ਨੇ ਉਹਨੂੰ ਦੂਜਾ ਰੂਪ ਦਿੱਤਾ। ਹਿਰਦੇ ਦੇ ਵਿੱਚ, ਕੰਠ ਦੇ ਵਿੱਚ ਰਾਮ ਰਾਮ ਦੀ ਮਾਲਾ ਹੋਣੀ ਚਾਹੀਦੀ ਹੈ। ਕਿਹੜੀ ਮਾਲਾ? ਹਰ ਹਰ ਅੱਖਰ ਇਹ ਦੋਏ ਮਾਲਾ। ਪਹਿਲੀਆਂ ਅਵਸਥਾਵਾਂ ਵਿੱਚ ਕਿਸੇ ਬੰਦੇ ਨੂੰ ਮਾਲਾ ਦੀ ਲੋੜ ਹੈ, ਇਤਰਾਜ਼ ਕੋਈ ਨਹੀਂ ਹੈ, ਫੜ ਲਵੇ। ਆਫਟਰ ਆਲ ਰੱਬ ਦਾ ਨਾਮ ਲੈਣਾ ਜਿਵੇਂ ਮਰਜ਼ੀ ਲਵੇ। ਲੇਕਿਨ ਜਦੋਂ ਪਰਿਪੱਕ ਅਵਸਥਾ ਬਣ ਜਾਂਦੀ ਹੈ, ਜਿਵੇਂ ਗੁਰੂ ਸਾਹਿਬਾਨਾਂ ਦੀ ਬਣੀ ਹੋਈ ਸੀ, ਉਹਨਾਂ ਨੂੰ ਮਾਲਾ ਰੱਖਣ ਦੀ ਕੋਈ ਲੋੜ ਨਹੀਂ ਪੈਂਦੀ। ਉਹਨਾਂ ਦਾ ਰੋਮ ਰੋਮ ਮਾਲਾ ਹੁੰਦਾ। ਹਿਰਦੇ ਦੇ ਵਿੱਚ, ਗਲੇ ਦੇ ਵਿੱਚ, ਰਸਨਾ ਦੇ ਉੱਤੇ ਹਰ ਵਕਤ ਰਾਮ ਰਾਮ ਚੱਲਦਾ ਹੈ। ਹਸਤ ਊਚ ਪ੍ਰੇਮ ਧਾਰਣੀ। ਹਸਤ ਊਚ ਸਾਧ ਸੰਗਤ ਜੀਓ ਇੱਕ ਗੁੱਥਲੀ ਜੀ ਹੁੰਦੀ ਹੈ, ਗੋਮੁਖ ਕਹਿੰਦੇ ਉਹਨੂੰ। ਉਹਦੇ 'ਚ ਹੱਥ ਪਾ ਕੇ ਨਾ ਦੂਜੇ ਹੱਥ ਨਾਲ ਉਹ ਥੋੜਾ ਜਿਹਾ ਉੱਚੀ ਰੱਖਦੇ ਉਹਨੂੰ, ਤੇ ਉਹ ਵਿੱਚ ਮਾਲਾ ਫੇਰੀ ਜਾਂਦੇ ਉਹਦੇ, ਵੀ ਲੋਕ ਨਾ ਦੇਖਣ। ਨਾਮ ਜਿਹੜਾ ਸਿਮਰਨ ਹੈ ਇਹ ਗੁਪਤ ਕਰਿਆ ਜਾਣਾ ਚਾਹੀਦਾ। ਇਹ ਵੀ ਠੀਕ ਗੱਲ, ਨਹੀਂ ਤਾਂ ਲੋਕ ਮਖੌਲ ਵੀ ਕਰਦੇ। ਪਰ ਗੁਰੂ ਸਾਹਿਬ ਕਿਆ ਫਰਮਾਉਂਦੇ? ਪ੍ਰੇਮ ਧਾਰਨ ਕਰੋ ਭਾਈ, ਇਹੀ ਹਸਤ ਊਚ ਹੈ, ਇਹੀ ਗੋਮੁਖ ਹੈ। ਵਾਹਿਗੁਰੂ ਦਾ ਨਾਮ ਜਪੋ ਹਿਰਦੇ ਤੋਂ, ਗਲੇ ਤੋਂ, ਇਹੀ ਮਾਲਾ ਹੈ। ਤੇ ਹਸਤ ਊਚ ਗੋਮੁਖ ਇਹੀ ਹੈ ਵੀ ਪ੍ਰੇਮ ਧਾਰਨ ਕਰੋ, ਪ੍ਰਭੂ ਨਾਲ ਪ੍ਰੇਮ ਪਾਓ। ਜੀ ਭਣ ਜੋ ਉੱਤਮ ਸ਼ਲੋਕ ਉਦਰਨ ਨੈਣ ਨੰਦਨੀ। ਭਣ ਹੁੰਦਾ ਬੋਲਣਾ। ਸਾਡੀ ਜਿਹੜੀ ਜੀਭਾ ਹੈ, ਰਸਨਾ ਹੈ, ਇਹ ਉੱਤਮ ਸ਼ਲੋਕਾਂ ਦੇ ਨਾਲ ਉਧਰਦੀ ਹੈ, ਸੁੱਚੀ ਹੁੰਦੀ ਹੈ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਔਰ ਇਹ ਜਿਹੜੀ ਰਸਨਾ ਦੇ ਨਾਲ ਬਾਰ-ਬਾਰ ਬੋਲਣਾ, ਜਿਹਨੂੰ ਆਪਾਂ ਜਪ ਕਰਨਾ ਵੀ ਕਹਿੰਦੇ ਆ, ਇਹਦੇ ਨਾਲ ਨੈਣ ਨੰਦਨੀ ਤੋਂ ਬੰਦੇ ਦਾ ਉਧਾਰ ਹੋ ਜਾਂਦਾ ਹੈ। ਨੈਣ ਨੰਦਨੀ ਯਾਨੀ ਨੈਣਾ ਨੂੰ, ਅੱਖਾਂ ਨੂੰ ਆਨੰਦ ਦੇਣ ਵਾਲੀ ਮਾਇਆ, ਕਿਉਂਕਿ ਅੱਖਾਂ ਬਹੁਤ ਮਾਇਆ ਨੂੰ ਦੇਖਣਾ ਚਾਹੁੰਦੀਆਂ, ਹਰ ਵਕਤ ਸੁੰਦਰਤਾ ਨੂੰ ਦੇਖਣਾ ਚਾਹੁੰਦੀਆਂ। ਔਰ ਇਹ ਵੀ ਇੱਕ ਗੱਲ ਵਿਦਵਾਨਾਂ ਦੁਆਰਾ ਕਹੀ ਗਈ ਹੈ ਵੀ ਜਿਹੜਾ ਸਾਡਾ ਮਨ ਹੈ ਉਹ 87% ਅੱਖਾਂ ਦੇ ਵਿੱਚ ਵੱਸਦਾ ਹੈ। ਬਾਕੀ ਜਿਹੜੇ 4 ਇੰਦਰੀ ਹੋਰ ਹੈ ਉਹਨਾਂ ਦੇ ਵਿੱਚ ਸਿਰਫ 13% ਹੈ। ਤਾਂ ਅੱਖਾਂ ਦਾ ਮੇਨ ਰੋਲ ਹੈ ਨੈਣਾਂ ਦਾ। ਇਹ ਜਿਹੜੀ ਨੈਣ ਨੰਦਨੀ ਮਾਇਆ ਹੈ, ਇਹ ਤੋਂ ਉਧਾਰ ਕਿਵੇਂ ਹੋਵੇ? ਕਿਉਂਕਿ ਮਨਮੋਹਣੀ ਹੈ, ਠਗਣੀ ਵੀ ਹੈ, ਬੁਰੀ ਵੀ ਹੈ, ਨਾਗਣੀ ਵੀ ਹੈ, ਪਰ ਇਹਦੀ ਲੋੜ ਵੀ ਹੈ। ਇਹ ਗੁਰਮਤਿ ਨੇ ਦੱਸੀ ਹੋਈ ਬਾਤ ਹੈ ਆਪਾਂ ਨੂੰ। ਪਹਿਲੇ ਧਰਮਾਂ ਦੇ ਵਿੱਚ ਇਹਨੂੰ ਨਾਗਣੀ ਸਮਝ ਕੇ, ਮਾਇਆ ਨੂੰ ਬਹੁਤ ਬੁਰੀ ਸਮਝ ਕੇ, ਪੁੱਤਤੀ ਵੀ ਮਾਇਆ ਇਹ ਸਮਝ ਕੇ ਲੋਕ ਜੰਗਲਾਂ ਨੂੰ ਚਲੇ ਜਾਂਦੇ ਸੀ, ਨਦੀਆਂ ਦੇ ਤਟਾਂ ਦੇ ਉੱਤੇ, ਕੰਢਿਆਂ ਦੇ ਉੱਤੇ ਜਾ ਕੇ ਬਹਿ ਜਾਂਦੇ ਸੀ। ਪਰ ਗੁਰੂ ਸਾਹਿਬ ਨੇ ਸਾਨੂੰ ਇਹਨੂੰ ਕੰਟਰੋਲ ਕਰਨ ਦਾ ਤਰੀਕਾ ਪਰਿਵਾਰ ਦੇ ਵਿੱਚ ਰਹਿਣਾ ਦੱਸਿਆ। ਕਿਉਂਕਿ ਸਾਧ ਸੰਗਤ ਜੀ, ਉਹ ਤ੍ਰਿਸ਼ਨਾ, ਵਾਸਨਾਵਾਂ ਇਕੱਲਤਾ ਦੇ ਵਿੱਚ ਜ਼ਿਆਦਾ ਤੰਗ ਕਰਦੀਆਂ ਬੰਦੇ ਨੂੰ। ਚਾਹੇ ਗੁਫਾਵਾਂ ਜਾ ਕੇ ਬੈਠ ਜਾਵੇ, ਹਿਮਾਲਾ ਦੀਆਂ ਕੰਦਰਾਂ 'ਚ ਬਹਿ ਜੇ, ਉੱਥੇ ਵੀ ਇਹ ਤੰਗ ਕਰਦੀਆਂ। ਅਜਾ ਇਹਨਾਂ ਦਾ ਉਧਾਰ ਪਰਿਵਾਰ ਦੇ ਵਿੱਚ ਸੌਖਾ ਹੋ ਜਾਂਦਾ, ਕਿਉਂਕਿ ਇਹਨਾਂ ਦੀ ਪੂਰਤੀ ਹੁੰਦੀ ਹੈ ਇੱਕ ਹੱਦ ਤੱਕ, ਜਿੰਨੀ ਦੀ ਲੋੜ ਹੈ ਬੰਦੇ ਨੂੰ। ਇਸ ਕਰਕੇ ਉਹ ਸੰਤੁਸ਼ਟੀ ਰਹਿੰਦੀ ਹੈ। ਤੋ ਨੈਣਾ ਨੂੰ ਆਨੰਦ ਦੇਣ ਵਾਲੀ ਜਿਹੜੀ ਮਾਇਆ ਹੈ, ਉਸ ਤੋਂ ਉਧਾਰ ਹੋ ਜਾਂਦਾ ਹੈ। ਬਲਕਿ ਜਦ ਅਵਸਥਾ ਬਣ ਜਾਂਦੀ ਹੈ ਤਾਂ ਕਬੀਰ ਜੀ ਨੇ ਮਾਇਆ ਨੂੰ ਸਗੋਂ ਘਰ ਦੀ ਸੋਭਾ ਵੀ ਗਰਦਾਨਿਆ। ਬਾਣੀ ਦੇ ਵਿੱਚ ਹੀ ਜ਼ਿਕਰ ਆਉਂਦਾ, ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਜਿਹਦੇ ਘਰ 'ਚ ਘਰ ਦੀ ਸੋਭਾ ਯਾਨੀ ਮਾਇਆ ਨਹੀਂ ਹੈ, ਰਾਹੀ ਆਉਂਦਾ ਭੁੱਖਾ ਹੀ ਚਲੇ ਜਾਂਦਾ। ਜੇ ਹੋਊਗੀ ਤਾਂ ਹੀ ਕੁਝ ਖਿਲਾਊਗਾ ਨਾ ਉਹ। ਇਹ ਜਿਹੜਾ 20 ਰੁਪਇਆਂ ਦਾ ਲੰਗਰ ਹੈ ਗੁਰੂ ਨਾਨਕ ਪਾਤਸ਼ਾਹ ਦਾ, ਇਹ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ। ਕੋਈ ਹੋਰ ਧਰਮ ਇਸ ਤਰ੍ਹਾਂ ਨਹੀਂ ਕਰ ਸਕਦਾ, ਨਾ ਹੋ ਰਿਹਾ। ਸਿਰਫ ਸਿੱਖ ਧਰਮ ਹੈ। ਕਿਤੇ ਵੀ ਕੋਈ ਭੁਚਾਲ ਆ ਜੇ, ਕੋਈ ਸੁਨਾਮੀ ਆ ਜੇ, ਕੋਈ ਹੋਰ ਬਿਪਤਾ ਆ ਜੇ, ਤਾਂ ਖਾਲਸਾ ਪਹੁੰਚ ਜਾਂਦਾ ਉੱਥੇ। ਕਿਤੇ ਦੰਗੇ ਫਸਾਦ ਹੋ ਰਹੇ ਹੋਣ ਜਿਵੇਂ ਸੀਰੀਆ, ਖਾਲਸਾ ਉੱਥੇ ਪਹੁੰਚ ਜਾਂਦਾ ਲੰਗਰ ਲੈ ਕੇ। ਲੰਗਰ ਕੇਵਲ ਖਾਣ ਪੀਣ ਦਾ ਹੀ ਨਹੀਂ, ਦਵਾਈਆਂ ਦਾ, ਪ੍ਰੇਮ ਦਾ, ਸਭ ਕਾਸੇ ਦਾ। ਔਰ
ਆ ਹੁਣ ਦਿੱਲੀ ਦੇ ਵਿੱਚ ਜਿਹੜਾ ਹੋ ਰਿਹਾ ਕਿਸਾਨ ਅੰਦੋਲਨ ਸਾਰੇ ਦੇਸ਼ ਦਾ, ਇਹਦੇ ਵਿੱਚ ਦੇਖੋ ਉਹ ਕੁਝ ਪ੍ਰਾਪਤ ਹੋ ਰਿਹਾ ਜਿਹੜਾ ਘਰ ਵੀ ਨਹੀਂ ਸਾਨੂੰ ਪ੍ਰਾਪਤ ਹੁੰਦਾ। ਭਾਈ ਰਵੀ ਜੀ ਲੰਗਰ ਲੈ ਕੇ ਜਾਂਦੇ ਆ ਰੋਜ਼ ਨਿਰਮਲ ਕੁਟੀਆ ਕਰਨਾਲ ਤੋਂ, ਦੇਸੀ ਘਿਓ ਪੀਪਿਆਂ ਦੇ ਪੀਪੇ, ਮੱਠੀਆਂ, ਪਰੌਂਠੇ ਦੇਸੀ ਘਿਓ ਦੇ, ਮਿੱਸੇ ਪ੍ਰਸਾਦੇ, ਅਚਾਰ ਇੱਕ ਤੋਂ ਇੱਕ ਵਧੀਆ, ਔਰ ਹੋਰ ਖਾਣ ਵਾਲੀਆਂ ਕਿੰਨੀਆਂ ਚੀਜ਼ਾਂ, ਖੀਰ, ਔਰ ਲੋਕ ਬਦਾਮ ਲੈ ਕੇ ਵੀ ਆ ਰਹੇ ਕੁਆਂਟਲਾਂ ਦੀ ਗਿਣਤੀ 'ਚ, 5-5 ਕੁਆਂਟਲ, 10-10 ਕੁਆਂਟਲ। ਇਹ ਕਿੱਥੋਂ ਆ ਰਿਹਾ? ਉਹ ਉਸੇ 20 ਰੁਪਏ ਦੀ ਬਰਕਤ ਹੈ। ਜਿਹੜੇ ਨਾਸਤਿਕ ਲੋਕ ਹੈ, ਧਰਮ ਤੋਂ ਦੂਰ ਹੈ, ਨਾਸਤਿਕਤਾ ਦਾ ਮਤਲਬ ਹੈ ਤਾਂ ਉਹ ਸੋ ਕਾਲਡ ਧਰਮ ਹੀ ਹੈ, ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਲੰਗਰ ਕਿੱਥੋਂ ਆ ਰਹੇ, ਪੈਸਾ ਖਰਚਾ ਕਿੱਥੋਂ ਆ ਰਿਹਾ, ਵੀ ਸ਼ਾਇਦ ਕਿਤੇ ਬਾਹਰ ਦੀ ਕੋਈ ਇਹਨਾਂ ਨੂੰ ਹੈ। ਨਹੀਂ ਸਾਧ ਸੰਗਤ ਜੀ, ਇਹ ਤਾਂ ਬਾਬਿਆਂ ਦੀ ਕਿਰਪਾ ਵਰਸ ਰਹੀ ਹੈ। ਉਹਨਾਂ ਨੂੰ ਤਾਂ ਇਹ ਗੱਲ ਦੀ ਸਮਝ ਹੀ ਨਹੀਂ ਆਉਂਦੀ, ਚੱਕਾ ਚੌਂਧ ਹੋਈ ਜਾਂਦੇ ਵੀ ਇਹ ਕਿਆ ਹੋ ਰਿਹਾ। ਸੋਟੀਆਂ ਮਾਰਨੇ ਵਾਲਿਆਂ ਨੂੰ ਵੀ ਇਹ ਲੰਗਰ ਛਕਾ ਰਹੇ, ਦੁਸ਼ਮਣਾਂ ਨੂੰ ਵੀ। ਇਹ ਸਾਡੀ ਰਵਾਇਤ ਹੈ ਖਾਲਸੇ ਦੀ। ਜੰਗਲਾਂ ਵਿੱਚ ਜਦੋਂ ਅਸੀਂ ਲੜਦੇ ਭਿੜਦੇ ਸੀ, ਉਦੋਂ ਵੀ ਲੰਗਰ ਤਿਆਰ ਹੋਣ ਤੋਂ ਬਾਅਦ ਦਰਖਤ ਤੇ ਚੜ੍ਹ ਕੇ ਇੱਕ ਸਿੰਘ ਹੋਕਾ ਦਿਆ ਕਰਦਾ ਸੀ ਵੀ ਆ ਜਾਓ ਭਾਈ, ਲੰਗਰ ਤਿਆਰ ਹੈ। ਤੇ ਜਿਹੜਿਆਂ ਦੇ ਨਾਲ ਲੜਾਈ ਹੋਣੀ ਹੁੰਦੀ ਸੀ ਬਾਅਦ ਵਿੱਚ, ਫੇਰ ਪਹਿਲਾਂ ਵੀ ਹੋ ਰਹੀ ਹੈ, ਉਹਨਾਂ ਨੂੰ ਲੰਗਰ ਦੇ ਟਾਈਮ ਲੰਗਰ ਵੀ ਛਕਾ ਦਿੰਦੇ ਸੀਗੇ। ਉਹੀ ਸਿਧਾਂਤ ਖਾਲਸੇ ਨੇ ਪਕੜਿਆ ਹੋਇਆ ਅੱਜ ਵੀ। ਇਹ ਤਾਂ ਗੁਰੂਆਂ ਦੀ ਕਿਰਪਾ ਹੈ। ਦੂਜਿਆਂ ਨੂੰ ਸਮਝ ਆਉਣੀ ਇਹਨਾਂ ਸਿਧਾਂਤਾਂ ਦੀ ਬਹੁਤ ਮੁਸ਼ਕਲ ਹੈ। ਤੋ ਚਲੋ ਰਹੋ ਵਿਚਾਰ। ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਸਤ। ਗੁਰੂ ਸਾਹਿਬ ਦਾ ਬਹੁਤ ਕਰੜਾ ਸੰਦੇਸ਼ ਹੈ ਵੀ ਜਿਹਨੇ ਗੁਰੂ ਦਾ ਮੰਤਰ, ਗੁਰੂ ਦੀ ਸਲਾਹ ਨਹੀਂ ਮੰਨੀ, ਗੁਰੂ ਅਨੁਸਾਰੀ ਨਹੀਂ ਹੋਇਆ, ਉਹ ਤੋਂ ਹੀਣ ਹੈ, ਖਾਲੀ ਹੈ। ਉਹਦਾ ਜਨਮ ਤ੍ਰਿਗੰਤ ਹੈ, ਭ੍ਰਸ਼ਟਿਆ ਹੋਇਆ। ਦੇਖੋ ਜਿਹੜੇ ਕਈ ਇਹੋ ਜਿਹੇ ਵੀ ਲੋਕ ਹੈ ਵਿੱਚ, ਜਿਹੜੇ ਇਹਨਾਂ ਗਰੁੱਪਾਂ 'ਚ ਵੀ ਦਾਸਰੇ ਦਾ ਪਿੱਛੇ ਅਨੁਭਵ ਹੋਇਆ, ਵਿਚਾਰ ਗੁਰਬਾਣੀ ਦੀ ਕਰਦੇ ਹੈ, ਔਰ ਸਿੱਖ ਵੀ ਹੈ। ਪਿਛਲੇ ਜਨਮ ਉਹਨਾਂ ਦਾ ਸਿੱਖ ਘਰਾਣਿਆਂ 'ਚ ਹੋਇਆ, ਲੇਕਿਨ ਉਹ ਗੁਰੂ ਦਾ ਮੰਤਰ ਲੈਣ ਤੋਂ, ਗੁਰੂ ਦਾ ਅੰਮ੍ਰਿਤ ਛਕਣ ਤੋਂ ਇਨਕਾਰੀ ਹੈ। ਇਹਦੇ ਵਰਖਲਾਫ ਵੀ ਪ੍ਰਚਾਰ ਕਰਦੇ ਹੈ, ਕੇਸਾਂ ਦੀਆਂ ਵੀ ਬੇਅਦਬੀਆਂ ਹੁੰਦੀਆਂ। ਤਾਂ ਗੁਰੂ ਸਾਹਿਬ ਸਪਸ਼ਟ ਹਦਾਇਤ ਕਰ ਰਹੇ ਉਹਨਾਂ ਨੂੰ ਵੀ ਜਨਮ ਤ੍ਰਿਗੰਤ ਹੈ, ਔਰ ਤ੍ਰਿਗ ਹੈ ਉਹਨਾਂ ਦਾ, ਔਰ ਭ੍ਰਸ਼ਟੇ ਹੋਏ। ਬਹੁਤ ਸਾਰਾ ਸਿੱਖ ਜਗਤ ਵਿੱਚ ਇਹੋ ਜਿਹਾ ਫਿਰਕਾ ਹੋਇਆ ਵਾ, ਪੜ੍ਹਿਆ ਲਿਖਿਆਂ 'ਚ ਵੀ ਹੋਇਆ ਵਾ, ਅਨਪੜ੍ਹਾਂ 'ਚ ਵੀ ਹੈ। ਕੂਕਰੈ ਸੂਕਰੈ ਗਰਦਵੈ, ਕਾਕੈ ਸਰਪਨੈ ਤੁਲ ਖਲੈ। ਕੂਕਰ ਕੁੱਤੇ, ਸੂਕਰੈ ਸੂਰ, ਗਰਦਵੈ ਗਧੇ, ਕਾਕੈ ਕਾਂ ਕਊਏ, ਸਰਪਨੈ ਸੱਪ। ਉਹ ਜਿਹੜੇ ਮੂਰਖ ਹੈ, ਖਲ ਹੈ, ਉਹ ਇਹਨਾਂ ਦੇ ਬਰਾਬਰ ਹੈ। ਕੁੱਤੇ, ਸੂਰ, ਗਧੇ, ਕਾਂ ਤੇ ਸੱਪ, ਇਹਨਾਂ ਦੇ ਜਿਹੜੇ ਬੈਡ ਕਰੈਕਟਰ ਹੈ ਇਹਨਾਂ ਪੰਛੀਆਂ ਦੇ ਵਿੱਚ, ਉਹ ਉਜਾਗਰ ਹੋਏ ਉਹਨਾਂ ਦੇ ਵਿੱਚ, ਉਹ ਖਲਾਂ ਦੇ ਵਿੱਚ, ਉਹ ਮੂਰਖਾਂ ਦੇ ਵਿੱਚ। ਜਿਵੇਂ ਕੁੱਕਰ ਹੈ, ਕੁੱਤਾ ਹੈ, ਲੋਭੀ ਬਿਰਤੀ ਹੈ, ਛਿੱਕੇ ਪਰ ਹਰ ਵਕਤ ਉਹਦੀ ਡਿੱਠ ਰਹਿੰਦੀ ਹੈ। ਭਾਵੇਂ ਉਹਦੇ 'ਚ ਸਵਾਮੀ ਬਣੇ ਦਾ ਗੁਣ ਵੀ ਹੈ, ਪਰ ਇੱਥੇ ਗੁਰੂ ਮਹਾਰਾਜ ਨੇ ਉਹਨਾਂ ਦੇ ਜਿਹੜੇ ਨੈਗੇਟਿਵ ਕੁਆਲਿਟੀਆਂ, ਕਰੈਕਟਰ ਹੈ, ਉਹ ਸਾਹਮਣੇ ਲਿਆਉਂਦੇ। ਸੂਰ ਹੈ, ਗੰਦਗੀ ਖਾਂਦਾ। ਗਰਦਵ ਹੈ, ਖੋਤੇ ਨੂੰ ਮੂਰਖ ਆਖਿਆ ਜਾਂਦਾ। ਕੱਕ ਹੈ, ਕਾਂ, ਚਲਾਕੀ। ਸਰਪ ਨੇ ਡੰਗ ਮਾਰਨਾ, ਭਾਵੇਂ ਦੁੱਧ ਵੀ ਪਿਆਈ ਜਾਓ। ਤੋ ਇਹ ਜਿਹੜੇ ਉਹਨਾਂ ਦੇ ਨੈਗੇਟਿਵ ਵਿਸ਼ੇਸ਼ਣ ਹੈ ਜਾਂ ਕੁਆਲਿਟੀਜ਼ ਹੈ, ਉਹਨਾਂ ਨੂੰ ਉਜਾਗਰ ਕਰਕੇ ਗੁਰੂ ਮਹਾਰਾਜ ਫਰਮਾਉਂਦੇ ਆ ਵੀ ਮੂਰਖੋ, ਤੁਸੀਂ ਉਹਨਾਂ ਦੇ ਬਰਾਬਰ ਹੈ ਜੇ ਤੁਸੀਂ ਨਹੀਂ ਗੁਰੂ ਸਾਹਿਬ ਦੇ ਅਨੁਸਾਰੀ ਹੁੰਦੇ। ਸਾਧ ਸੰਗਤ ਜੀ, ਅੱਜ ਕਿਉਂਕਿ ਸ਼ਲੋਕ ਛੋਟੇ ਸੀਗੇ, ਦਾਸਰੇ ਨੇ ਨਾਲ ਹੋਰ ਥੋੜਾ ਜਿਹਾ ਐਡ ਕਰ ਦਿੱਤਾ, ਮਾਫੀ ਦਿਓ। ਚਰਨਾਰ ਬਿੰਦ ਭਜਨੰ ਹਿਰਦੈ ਨਾਮ ਧਾਰਨ। ਚਰਨਾਰ ਬਿੰਦ ਉਹਨੇ ਕਮਲ ਵਰਗੇ ਚਰਨ, ਪਰਮਾਤਮਾ ਦੇ, ਗੁਰੂ ਦੇ ਕਹੇ ਜਾਂਦੇ, ਉਹਦਾ ਭਜਨ ਕਰਨਾ ਤੇ ਹਿਰਦੇ ਦੇ ਵਿੱਚ ਨਾਮ ਦੀ ਧਾਰਨਾ ਕਰਨੀ। ਹੁਣ ਜਿਹੜੇ ਚਰਨਾਰ ਬਿੰਦ ਦੀ ਬਾਤ ਹੈ ਸਾਧ ਸੰਗਤ ਜੀ, ਉਹ ਜਦੋਂ ਤਾਂ ਕੋਈ ਸੰਤ ਹੁੰਦਾ ਜਾਮੇ 'ਚ, ਗੁਰੂ ਸਾਹਿਬ ਵੀ ਰਹੇ ਹੈ ਸਰੀਰ 'ਚ, ਉਦੋਂ ਤਾਂ ਉਹ ਜਿਹੜੇ ਚਰਨ ਹੈ ਉਹ ਸੀਗੇ।
ਜਦੋਂ ਉਹ ਨਹੀਂ ਹੈ ਤਾਂ ਹੁਣ ਗੁਰਿਆਈ ਦੇ ਦਿੱਤੀ ਹੈ ਸ਼ਬਦ ਨੂੰ ਅੰਦਰ ਧਾਰਨਾ ਹੀ ਚਰਨਾਰਵਿੰਦ ਹੈ ਗੁਰੂ ਦੇ, ਉਹਦੇ ਨਾਲ ਜੁੜਨਾ, ਸ਼ਬਦ ਦੇ ਨਾਲ ਜੁੜਨਾ, ਮਤਲਬ ਇਹ ਹੈ। ਔਰ ਚਰਨਾਂ ਨਾਲ ਜੁੜਨ ਦੀ ਜਿਹੜੀ ਭਾਵਨਾ ਹੁੰਦੀ ਸੀ ਉਹ ਨੀਵਾਂਪਣ ਹੁੰਦਾ ਸੀ, ਆਪਣੇ ਆਪ ਨੂੰ ਸਰੈਂਡਰ ਕਰਨਾ ਹੁੰਦਾ ਸੀ। ਤੇ ਸ਼ਬਦ ਦੇ ਪ੍ਰਤੀ ਅਸੀਂ ਇਸ ਤਰ੍ਹਾਂ ਹੋਣਾ, ਨਾ ਕਿ ਕੇਵਲ ਪੜ੍ਹਨਾ ਹੈ, ਨੀਵੇਂ ਹੋ ਕੇ ਸ਼ਬਦ ਦੇ ਨਾਲ ਜੁੜ ਜਾਣਾ, ਆਪਣੇ ਆਪ ਨੂੰ ਹੋਰ ਨੀਵਾਂ ਕਰਨਾ, ਚਰਨ ਸਮਝ ਕੇ ਪ੍ਰਮਾਤਮਾ ਦੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਪੱਲੇ ਬੰਨਿਆ ਹੋਇਆ ਗੁਰੂ ਦਾ ਚਰਨ ਸਿੱਖ ਨੇ। ਤੋ ਚਰਨਾਂ ਨੂੰ ਧਿਆਉਣਾ ਹੈ, ਚਾਹੇ ਸ਼ਬਦ ਰੂਪ 'ਚ ਚਾਹੇ ਸਰੀਰ ਦੇ ਰੂਪ 'ਚ। ਜਦੋਂ ਕਦੇ ਉਹ ਹੁੰਦੇ ਸੀ, ਜਾਂ ਹੁਣ ਵੀ ਕੋਈ ਗੁਰਸਿੱਖ ਮਿਲ ਜੇ, ਕੋਈ ਸੰਤ ਮਿਲ ਜੇ, ਤਾਂ ਹੁਣ ਵੀ ਚਰਨੀ ਹੱਥ ਉਹਦੇ ਲਗਾਉਣੇ। ਇਹ ਸਾਨੂੰ ਸੰਦੇਸ਼ ਹੈ ਗੁਰਮਤਿ ਦਾ। ਹਾਲਾਂਕਿ ਇਹਦੀ ਆੜ ਦੇ ਵਿੱਚ ਹੋ ਵੀ ਬਹੁਤ ਕੁਛ ਰਿਹਾ, ਉਸ ਤੋਂ ਬਚਣਾ ਹੈ। ਇਹ ਵਾਰ-ਵਾਰ ਬਾਤ ਆ ਰਹੀ ਹੈ। ਹਿਰਦੇ ਦੇ ਵਿੱਚ ਨਾਮ ਨੂੰ ਧਾਰਨਾ ਹੈ। ਕੀਰਤਨੰ ਸਾਧ ਸੰਗੇਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨੇ। ਸਾਧ ਸੰਗਤ ਦੇ ਵਿੱਚ, ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਜਿਹੜੀ ਕੀਰਤੀ ਕਰਨੀ ਹੈ, ਪਰਮਾਤਮਾ ਦੇ ਗੁਣ ਗਾਉਣੇ। ਕੀਰਤਨ ਸਾਧ ਸੰਗਤ ਜੀ ਇਕੱਲਾ ਸੰਗੀਤ ਵਾਲਾ ਹੀ ਨਹੀਂ ਹੈ, ਸਾਜ਼ਾਂ ਵਾਲਾ। ਕੀਰਤੀ ਤੋਂ ਮਤਲਬ ਹੁੰਦਾ ਚਾਹੇ ਉਹ ਕਥਾ ਹੈ, ਚਾਹੇ ਉਹ ਪੜ੍ਹੀ ਜਾ ਰਹੀ ਹੈ ਬਾਣੀ, ਇਨ ਐਨੀ ਵੇ ਪਰਮਾਤਮਾ ਦੀ ਕੀਰਤੀ ਕਰਨੀ, ਉਹਦੀ ਵਡਿਆਈ ਕਰਨੀ, ਜਸ ਗਾਉਣਾ। ਜਿਹੜਾ ਵੀ ਸ਼ਖਸ ਇਸ ਤਰ੍ਹਾਂ ਕਰਦਾ ਹੈ ਸਾਧ ਸੰਗਤ ਦੇ ਵਿੱਚ ਰਲ ਕੇ ਮਿਲ ਕੇ, ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਆ ਵੀ ਉਹਨੂੰ, ਉਹ ਜਮਦੂਤਾਂ ਨੂੰ ਨਹੀਂ ਦੇਖਦਾ। ਫਿਰ ਮਤਲਬ ਹੈ ਜਮਦੂਤ ਉਹਦੇ ਸਾਹਮਣੇ ਵੀ ਨਹੀਂ ਆ ਸਕਦੇ। ਜਮਦੂਤ ਉਹਨਾਂ ਨੂੰ ਭੇਜਣ ਵਾਲਾ ਜਿਹੜਾ ਉਹਨਾਂ ਦਾ ਸਵਾਮੀ ਹੈ ਧਰਮਰਾਜ, ਉਹ ਵੀ ਨਹੀਂ ਝਾਕ ਸਕਦਾ ਸੰਤ ਵੱਲ ਨੂੰ। ਬੇਨਤੀਆਂ ਕਰ ਸਕਦਾ ਹੱਥ ਬੰਨ੍ਹ ਕੇ ਵੀ ਕੋਈ ਕਰਮ ਦੱਸੋ ਜੀ, ਹੁਕਮ ਕਰੋ, ਲੇਕਿਨ ਉਹਨਾਂ ਦੀ ਪੱਤਰੀ ਪਰ ਕੁਛ ਨਹੀਂ ਲਿਖ ਸਕਦੇ। ਨਾ ਉਹਦੇ ਦੂਤ, ਨਾ ਉਹ ਨੇੜੇ ਜਾ ਨਹੀਂ ਸਕਦੇ। ਨਾ ਆਣਾ ਹੋਣ, ਨਾ ਤੂੰ ਨਿਕਟ ਨਾ ਜਾਈਏ ਦੂਤ। ਉਹਨਾਂ ਦੀ ਪੱਤਰੀ ਪਾੜ ਜਾਂਦੀ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਤੋ ਸਾਧ ਸੰਗਤ ਜੀ, ਇਹ ਤਾਂ ਅਸੀਂ ਅੱਜ ਦੀ ਵਿਚਾਰ, ਕੱਲ ਪਰਸੋਂ ਤੋਂ ਕੁਝ ਵਿਚਾਰ ਜਿਹੜੀ ਹੋਰ ਹੋਈ ਉਹਦੇ ਨਾਲ ਇੱਕ ਥੋੜੀ ਜਿਹੀ ਵਿਚਾਰ ਹੋਰ ਐਡ ਕਰਦਾ ਦੱਸਦਾ। ਇੱਕ ਤੁਕ ਆਉਂਦੀ ਹੈ, ਮਹਾਂਵਾਕ ਆਉਂਦਾ ਗੁਰਬਾਣੀ 'ਚ, ਯਾਦ ਕਰਕੇ ਮੈਂ ਦੱਸਦਾ। ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜ੍ਹਾਇਆ, ਤਿਨ ਘਰ ਜਗ 18 ਕਾਏ। ਗੁਰਬਾਣੀ ਦੀ ਤੁਕ ਹੈ। ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜ੍ਹਾਇਆ, ਤਿਨ ਘਰ ਜਗ 18 ਕਾਏ, ਕੀਰਤਨਾ ਚੱਲੇ ਚਲਾਇਆ। ਹੁਣ ਇਹ ਸਾਡੇ ਮਿਥਿਆਸ ਦੀ ਸਾਖੀ ਹੈ। ਜਿੰਨਾ ਚਿਰ ਅਸੀਂ ਇਹਨੂੰ ਨਹੀਂ ਜਾਣਾਂਗੇ ਤਾਂ ਇਸ ਤੁਕ ਦੀ ਵਿਆਖਿਆ ਨਹੀਂ ਹੋ ਸਕਣੀ। ਇਹ ਉਥਾਨਕਾ ਹੈ, ਦੇਣੀ ਬਣਦੀ ਹੈ ਇੱਥੇ, ਕਿਉਂਕਿ ਖੁਦ ਹੀ ਸਾਰਾ ਸ਼ਬਦ ਉਥਾਨਕਾ ਵਿੱਚੋਂ ਨਿਕਲਿਆ ਹੋਇਆ। ਜੇ ਜਨਮੇਜੇ ਦਾ ਨਹੀਂ ਪਤਾ ਹੋ ਉਹਨੇ ਕਿਵੇਂ 18 ਪੰਡਤਾਂ ਨੂੰ ਮਾਰਿਆ ਸੀਗਾ, ਉਹ ਚੀਜ਼ ਸਾਹਮਣੇ ਨਹੀਂ ਹੋਊਗੀ, ਫਿਰ ਇਹਦੀ ਵਿਆਖਿਆ ਕਿਵੇਂ ਕਰਾਂਗੇ ਆਪਾਂ? ਹੋ ਨਹੀਂ ਸਕਣੀ। ਤੋ ਜਿੱਥੇ ਜ਼ਰੂਰੀ ਹੈ, ਉੱਥੇ ਲੋੜ ਹੈ, ਉੱਥੇ ਕਰੋ। ਭਾਈ ਰਣਜੀਤ ਸਿੰਘ ਜੀ ਇਹੀ ਕਹਿ ਰਹੇ ਹੈ। ਜਿੱਥੇ ਬੇਲੋੜੀ ਹੈ, ਨਹੀਂ ਲੋੜ ਹੈ ਉਹਦੀ, ਜਾਂ ਗੁਰਮਤਿ ਤੋਂ ਉਲਟ ਕੋਈ ਥਾਨਕਾ ਹੈਗੀ ਲਿਖੀ ਹੋਈ ਕਿਸੇ ਨੇ, ਉਹਦੀ ਜ਼ਰੂਰਤ ਨਹੀਂ, ਉਹ ਮਤ ਪ੍ਰਚਾਰੋ ਸੰਗਤ ਦੇ ਵਿੱਚ। ਜਿੱਥੇ ਲੋੜ ਹੈ ਉੱਥੇ ਕਰਨੀ ਬਣਦੀ ਹੈ, ਚਾਹੇ ਮਿਥਿਆਸ ਦੀ ਹੈ, ਚਾਹੇ ਗੁਰ ਇਤਿਹਾਸ 'ਚੋਂ ਹੈ। ਉਹਦੇ ਨਾਲ ਪ੍ਰੋੜਤਾ ਹੁੰਦੀ ਹੈ ਗੁਰੂ ਦੇ ਸਿਧਾਂਤ ਦੀ। ਹੁਣ ਦੇਖੋ ਇੱਥੇ ਕਿਵੇਂ ਪ੍ਰੋੜਤਾ ਹੋ ਰਹੀ ਹੈ। ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜ੍ਹਾਇਆ। ਰਾਜਾ ਜਨਮੇਜਾ ਕਹਿ ਰਿਹਾ ਸੀਗਾ ਵੀ ਜਿਹੜੇ ਸਾਡੇ ਬਜ਼ੁਰਗ ਸੀਗੇ, ਪਿਓ ਦਾਦੇ, ਐਵੇਂ ਹੀ ਝਗੜਦੇ ਰਹੇ ਹੋ, ਕਿਆ ਲੋੜ ਸੀ ਝਗੜਨੇ ਦੀ। ਗੁਰੂ ਬਿਆਸ ਉਹਨੂੰ ਸਮਝਾ ਰਹੇ ਵੀ ਭਾਈ ਕਿਰਤ ਟਲੇ ਨਹੀਂ ਕਰਦੀ, ਕਿਰਤ ਕਰਮ ਕਰਕੇ ਹੀ ਹੋ ਰਿਹਾ ਹੁੰਦਾ ਸਾਰਾ ਕੁਛ, ਇੱਕਣ ਨਹੀਂ ਕਹੀਦਾ। ਉਹ ਕਹਿੰਦਾ ਨਹੀਂ, ਕਾਹਤੇ ਨਹੀਂ ਹੋਗਾ, ਨਹੀਂ ਟਲਣਾ, ਉਹਨੂੰ ਟਲ ਜਾਣਾ ਚਾਹੀਦਾ ਸੀ, ਲੜਨਾ ਨਹੀਂ ਸੀ ਚਾਹੀਦਾ। ਬਿਆਸ ਕਹਿੰਦੇ ਚੰਗਾ, ਤੇਰੇ ਹੱਥ ਤੇ 18 ਬਾਹਮਣ ਮਰਨੇ, ਤੂੰ ਰੋਕ ਲਈ, ਨਾਲੇ ਤੈਨੂੰ ਪਹਿਲਾਂ ਦੱਸਤਾ ਕਈ ਸਾਲ। ਕਹਿੰਦਾ ਮੈਂ ਮਾਰਨਾ ਹੀ ਨਹੀਂ। ਕਹਿੰਦੇ ਦੇਖ ਲਈ, ਜਦ ਮਰਨਗੇ ਮੈਂ ਤੇਰੇ ਕੋਲ ਆ ਜਾਊਂਗਾ, ਉਦੋਂ ਤੈਨੂੰ ਪੁੱਛ ਲੂੰਗਾ। ਫਿਰ ਹੋਇਆ ਉੱਦਾਂ ਹੀ। ਬਰਮ ਭੋਜ ਰੱਖਿਆ ਵਾ ਸੀਗਾ ਜਨਮੇਜੇ ਦਾ। ਉਹ ਰਾਣੀ ਆਈ, ਉਦੋਂ ਔਰਤਾਂ ਹਮੇਸ਼ਾ ਕੱਜੀਆਂ ਰਹਿੰਦੀਆਂ ਸੀ ਕੱਪੜਿਆਂ ਦੇ ਵਿੱਚ, ਕੋਈ ਵੀ ਅੰਗ ਉਹਨਾਂ ਦਾ ਨੰਗਾ ਨਹੀਂ ਸੀ ਛੇਤੀ ਹੁੰਦਾ।
ਹਵਾ ਦੇ ਨਾਲ ਸਾੜੀ ਦਾ ਪੱਲਾ ਥੋੜਾ ਜਿਹਾ ਉੱਠਿਆ। ਪੰਡਤ ਹੱਸ ਪਏ ਰਾਣੀ ਨੂੰ ਦੇਖ ਕੇ। ਭੋਜਨ ਛਕਦੇ ਛਕਦੇ ਰਾਜੇ ਨੂੰ ਚੜ੍ਹਿਆ ਗੁੱਸਾ, ਭੁੱਲ ਗਿਆ ਸਾਰਾ ਕੁਛ। ਕਹਿੰਦਾ ਇਹ 18 ਬਾਹਮਣ ਸੀਗੇ ਰੋਟੀ ਖਾਂਦੇ, ਉਹ ਨਾ ਸਾਰਿਆਂ ਨੂੰ ਵਢਾਤਾ। ਇਹ ਉਹਦੀ ਕਹਾਣੀ ਹੈ ਇਹਦੇ 'ਚ ਮਹਾਭਾਰਤ ਵਿੱਚ। ਉਹ ਹਵਾਲਾ ਆ ਰਿਹਾ। ਜੇ ਹੁਣ ਇਸ ਨੂੰ ਅਸੀਂ ਨਹੀਂ ਸਮਝਾਂਗੇ, ਨਹੀਂ ਵਿਚਾਰ ਕਰਾਂਗੇ ਸਾਖੀ ਦੀ, ਇਹਦੀ ਸਮਝ ਨਹੀਂ ਆਉਣੀ ਹੈ। ਇਹਦੇ ਪਿੱਛੇ ਲੁਕਿਆ ਹੋਇਆ ਸਿਧਾਂਤ ਕਿਰਤ ਨਾ ਚੱਲਿਆ ਚਲਾਇਆ। ਜਿਹੜੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਗੁਰਬਾਣੀ ਚ ਆਉਂਦੀ ਹੈ ਬਾਰ-ਬਾਰ ਬਈ ਇਹ ਕਰਮਾਂ ਸੰਦੜਾ ਖੇਤ ਹੈ, ਜੋ ਉਰੇ ਕਰਾਂਗੇ ਉਹ ਵੱਢਣਾ ਪੈਣਾ ਭਾਈ। ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਇਹੀ ਵਿਚਾਰ ਭਗਤ ਤਰਲੋਚਨ ਜੀ ਨੇ ਇੱਕ ਪੂਰੇ ਸ਼ਬਦ ਵਿੱਚ ਦਿੱਤੀ ਹੋਈ ਹੈ, ਉਹ ਵੀ ਸੰਸਕ੍ਰਿਤ ਦਾ ਹੀ ਹੈ ਥੋੜੇ। ਉਹਦੇ ਵਿੱਚ ਵੀ ਇਹੀ ਗੱਲ ਕਹੀ ਹੋਈ ਹੈ ਵੀ ਚੰਦਰਮਾ ਦਾ ਕਲੰਕ ਹੁਣ ਤਾਈਂ ਨਹੀਂ ਮਿਟ ਸਕਿਆ, ਜਿਹੜਾ ਦਾਗ ਲੱਗਿਆ ਹੋਇਆ। ਭਾਵੇਂ ਉਹਦੇ ਕੋਲ 3 ਦੇਵਤਿਆਂ ਦਾ ਮਾਣ ਹੈ। ਸ਼ੰਕਰਾ ਮਾਥੈ ਵਸਤਾ ਸੁਰਸਰੀ ਇਸ਼ਨਾਨ ਰੇ, ਕੁਲ ਮਧੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕਮ ਫੀਟ ਸਰੀ। ਗੰਗਾ 'ਚ ਸ਼ਿਵ ਜੀ ਰੋਜ਼ ਨਹਾਉਂਦਾ ਹੈ। ਸ਼ਿਵ ਜੀ ਦੇ ਮੱਥੇ ਵਿੱਚ ਯਾਨੀ ਜੂੜੇ ਦੇ ਉੱਤੇ ਚੰਦ ਵਸਦਾ ਮੱਥਾ, ਇਹ ਲੋਕ ਸਿਰ ਨੂੰ ਕਹਿੰਦੇ ਹਿੰਦੀ। ਉਹ ਜਦੋਂ ਨਹਾਉਂਦਾ ਸ਼ਿਵ ਜੀ ਗੰਗਾ ਸੁਰਸਰੀ ਤਾਂ ਚੰਦ ਵੀ ਧੋਤਾ ਜਾਂਦਾ ਨਾਲੇ, ਜਾਂ ਡੁਬਕੀ ਲਾਉਂਦਾ। ਇਸੇ ਚੰਦਰਵੰਸ਼ੀ ਕੁਲ 'ਚ ਕ੍ਰਿਸ਼ਨ ਜੀ ਪੈਦਾ ਹੋਏ ਹੋਏ। ਜਿਹੜੀ ਕੁਲ 'ਚ ਕੋਈ ਮਹਾਂਪੁਰਸ਼ ਪੈਦਾ ਹੋ ਜਾਂਦਾ ਉਹਦੀਆਂ 21 ਕੁਲੀਆਂ ਦਾ ਆਧਾਰ ਹੁੰਦਾ, ਇਹ ਵੀ ਕਹਾਵਤ ਹੈ। ਪਰ ਉਹਦਾ ਆਧਾਰ ਨਹੀਂ ਹੋਇਆ ਚੰਦਰਮਾ ਦਾ, ਹੁਣ ਵੀ ਦਾਗ ਹੈ। ਭਾਵੇਂ ਉਹ ਦਾਗ ਕਿਵੇਂ ਵੀ ਹੈ, ਅੱਜ ਕੱਲ੍ਹ ਆਪਾਂ ਨੂੰ ਪਤਾ ਵੀ ਉਹ ਪਹਾੜ ਹੈ। ਪੁਰਾਣੇ ਸਮਿਆਂ 'ਚ ਕੋਈ ਕਹਿੰਦਾ ਸੀ ਬੁੱਢੀ ਮਾਈ ਚਰਖਾ ਕੱਤਦੀ ਹੈ, ਕੋਈ ਕੁਛ ਕੋਈ ਕਹਿੰਦਾ ਸੀ ਦਾਗ ਲੱਗਾ ਹੋਇਆ। ਦਾਗ ਦੀ ਵੀ ਸਾਖੀ ਹੈਗੀ ਹੈ ਵੀ ਇਹ ਜਿਹੜਾ ਇੰਦਰ ਨੇ ਮੁਰਗਾ ਬਣ ਕੇ ਵਾਂਗ ਦਿੱਤੀ ਸੀ, ਚੰਦ ਜਿਹੜਾ ਸੀਗਾ ਉਹ ਮੁਰਗਾ ਬਣ ਕੇ ਉਹਨੇ ਵਾਂਗ ਦਿੱਤੀ ਸੀਗੀ। ਇੰਦਰ ਘਰ ਚਲੇ ਗਿਆ ਸੀ ਫਿਰ ਰਾਜੇ ਉਹਦੇ ਰਿਸ਼ੀ ਦੇ ਘਰ। ਉਦੋਂ ਫਿਰ ਉਹਨੇ ਕਛਹਿਰਾ ਨਿਚੋੜਿਆ ਵਾ, ਲਈ ਆਉਂਦਾ ਸੀ ਨਹਾ ਕੇ ਜਲਦੀ 'ਚ, ਉਹਨੂੰ ਕਾਸ਼ਬਾਣੀ ਹੋ ਗਈ ਸੀ ਵੀ ਤੇਰੇ ਘਰ 'ਚ ਚੋਰੀ ਹੋ ਰਹੀ ਹੈ। ਉਹਨੇ ਉਹ ਜਦੋਂ ਮੁਰਗਾ ਨੇ ਵਾਂਗ ਦਿੱਤੀ ਚੰਦਰਮਾ ਨੇ, ਤਾਂ ਅੰਦਰੋਂ ਬੰਦਾ ਨਿਕਲ ਕੇ ਭੱਜਿਆ। ਰਿਸ਼ੀ ਸਮਝ ਗਿਆ ਵੀ ਗੜਬੜ ਹੈ, ਤਾਂ ਉਹਨੇ ਮਾਰਿਆ ਸੀ ਉਹ ਨਿਚੋੜਿਆ ਹੋਇਆ ਕੱਪੜਾ ਉਹਦੇ ਮੁਰਗੇ ਦੇ ਚੰਦਰਮਾ ਦੇ। ਉਦੋਂ ਦਾ ਆ ਕੇ ਦਾਗ ਲੱਗਿਆ। ਗੱਲ ਅਸਲ 'ਚ ਸਿਰਫ ਸਮਝਣ ਦੀ ਹੈ, ਮਿਥਿਹਾਸ ਹੈ। ਸਾਖੀ ਨੂੰ ਜੇ ਨਹੀਂ ਸਮਝਾਂਗੇ ਤਾਂ ਗੱਲ ਦੀ ਸਮਝ ਨਹੀਂ ਆਉਣੀ। ਇਸ ਕਰਕੇ ਜਿਹੜੀ ਕਿਰਤ ਹੈ ਭਾਈ ਉਹ ਟਲਦੀ ਨਹੀਂ ਹੈ। ਹਨੂੰਮਾਨ ਜੀ ਨੂੰ ਸਿਰਫ ਕਛੌਟੀ ਮਿਲੀ ਇੰਨੀ ਸੇਵਾ ਦੇ ਬਦਲੇ ਆਪਣੇ ਸਵਾਮੀ ਦੀ, ਆਪਣੇ ਹਰੀ ਦੀ। ਚੰਦਰਮਾ ਔਰ ਇਹ ਜਿਹੜਾ ਸੂਰਜ ਹੈ ਇਹਦਾ ਜਿਹੜਾ ਰਥਵਾਰਤੀ ਹੈ ਅਰੁਣ, ਉਹ ਹੁਣ ਵੀ ਪਿੰਗਲਾ ਹੈ। ਭਾਵੇਂ ਕਿ 2 ਦੇਵਤਿਆਂ ਦਾ ਮਾਣ ਹੈ ਉਹਦੇ ਕੋਲ। ਸਾਰੇ ਵਿਸ਼ਵ ਦੇ ਦੀਵਾ ਸੂਰਜ ਉਹਦਾ ਸਵਾਮੀ, ਉਹਦਾ ਰਥਵਾਰਤੀ ਹੋਣਾ ਸਵਾਮੀ ਦਾ ਆਪਣੇ ਦਾ। ਔਰ ਉਹਦਾ ਜਿਹੜਾ ਚਚੇਰਾ ਭਰਾ ਹੈ ਉਹ ਗਰੁੜ ਹੈ, ਪੰਖੀਆਂ ਦਾ ਰਾਜਾ। 2 ਦੇਵਤਿਆਂ ਦਾ ਮਾਣ ਹੈ, ਫਿਰ ਵੀ ਉਹ ਲੰਗੜਾ। ਉਹਦੀ ਵੀ ਪਿੱਛੇ ਸਾਖੀ ਹੈ ਵੀ ਕਿਉਂ ਲੰਗੜਾ। ਚਲੋ ਉੱਧਰ ਆਪਾਂ ਨੂੰ ਜਾਣਾ ਅਜੇ, ਸਿੰਪਲੀ ਵਿਚਾਰ ਹੈ ਵੀ ਸਾਖੀ ਦੀ ਜਿੱਥੇ ਲੋੜ ਹੈ ਉੱਥੇ ਤਾਂ ਉਹ ਤੋਂ ਬਿਨਾਂ ਕਥਾ ਹੋ ਹੀ ਨਹੀਂ ਸਕਦੀ। ਉਹ ਤਾਂ ਸਮਝਾਉਣੀ ਪਊਗੀ, ਭਾਵੇਂ ਮਿਥਿਹਾਸ ਦੀ ਹੈ ਚਾਹੇ ਗੁਰ ਇਤਿਹਾਸ ਦੀ ਹੈ, ਸਮਝਾਉਣੀ ਬਣਦੀ। ਜਿੱਥੇ ਸਿੱਧਾ ਪ੍ਰਮਾਤਮਾ ਦੀ ਉਸਤਤੀ ਹੈ ਉੱਥੇ ਲੋੜ ਵੀ ਹੈ ਨਹੀਂ ਸਾਖੀ ਦੀ। ਉਹ ਤਾਂ ਗੱਲ ਵੈਸੇ ਹੀ ਸਮਝ ਆ ਰਹੀ ਹੈ। ਹਰ ਚੀਜ਼ ਦੀ ਜ਼ਰੂਰੀ ਤਾਂ ਨਹੀਂ ਵੀ ਉਥਾਨਕਾ ਹੋਵੇ। ਉਥਾਨਕਾ ਦਾ ਜਿਹੜਾ ਲਿਟਰਲ ਮੀਨਿੰਗ ਹੈ ਉਹ ਜਗ੍ਹਾ ਹੈ, ਥਾਂ, ਉਥਾਨਕਾ। ਤੇ ਜਿਹੜੀ ਭਾਵਨਾ ਦੀ ਗੱਲ ਹੈ ਉਹ ਤਾਂ ਸਮੁੱਚੀ ਗੁਰਬਾਣੀ ਦੇ ਵਿੱਚ ਹਰ ਸ਼ਬਦ ਦੀ ਭਾਵਨਾ ਹੈ। ਉਹਨੇ ਜਦੋਂ ਵਿਆਖਿਆ ਹੋਣੀ ਹੈ ਤਾਂ ਉਹਨੇ ਪ੍ਰਗਟ ਆਪ ਹੀ ਹੋ ਜਾਣੀ, ਉਹ ਤਾਂ ਦੱਸਣ ਕਹਿਣ ਦੀ ਵੀ ਲੋੜ ਨਹੀਂ ਹੈ। ਕਿਸੇ ਵੀ ਸ਼ਬਦ ਦੀ ਕੋਈ ਵੀ ਜਿਹੜੀ ਭਾਵਨਾ ਹੈ ਉਹ ਸ਼ਬਦ ਦੇ ਵਿੱਚ ਹੈ। ਜਦੋਂ ਵੀ ਉਹਦੀ ਵਿਚਾਰ ਹੋਊਗੀ ਤਾਂ ਭਾਵਨਾ ਨੇ ਬਾਹਰ ਆਪਣੇ ਆਪ ਆ ਜਾਣਾ। ਉਸ ਤੋਂ ਬਿਨਾਂ ਵਿਆਖਿਆ ਹੀ ਨਹੀਂ ਹੋ ਸਕਦੀ ਜੇ ਅਸੀਂ ਭਾਵਨਾ ਨਹੀਂ ਸਮਝਦੇ ਵੀ ਇਹ ਕਿਆ ਕਿਹਾ ਗਿਆ ਸਾਨੂੰ। ਹੁਣ ਜਿਹੜੇ ਇਹ 2-3 ਸ਼ਲੋਕ ਆਏ ਹੈ ਪੰਜਮ ਪਾਤਸ਼ਾਹ ਦੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ, ਇਹਦੇ ਵਿੱਚ ਇਹੀ ਦੱਸਿਆ ਗਿਆ ਹੈ ਵੀ ਪਰਮਾਤਮਾ ਨੂੰ ਆਪਣੀ ਜੀਭਾ ਦੇ ਨਾਲ, ਰਸਨਾ ਦੇ ਨਾਲ, ਗਲੇ ਦੇ ਨਾਲ ਜਪਣਾ ਹੈ ਭਾਈ। ਔਰ ਜਿਹੜਾ ਨਹੀਂ ਜਪਦਾ, ਗੁਰੂ ਦੀ ਗੱਲ ਨੂੰ ਨਹੀਂ ਮੰਨਦਾ, ਉਹ ਇੰਨਾ ਬੁਰਾ ਹੈ ਜਿਵੇਂ ਇਹ ਸਾਰੇ ਜਾਨਵਰ ਦੱਸੇ ਗਏ। ਔਰ ਇਹ ਕਿਵੇਂ ਜਪਣਾ ਇਹ ਵੀ ਵਿੱਚ ਦੱਸਿਆ ਹੋਇਆ ਵੀ ਸਾਧੂ ਦੀ ਸੰਗਤ 'ਚ ਬੈਠ ਕੇ, ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਇਹ ਗੁਣ ਗਾਉਣੇ।
ਤੋ ਇਹ ਤਾਂ ਗੱਲ ਪ੍ਰਗਟ ਹੁੰਦੀ ਹੈ ਜਦੋਂ ਵੀ ਕੋਈ ਵਿਚਾਰ ਹੋਣੀ ਹੈ ਜਾਂ ਕੋਈ ਵਿਆਖਿਆ ਹੋਣੀ ਹੈ, ਉਹਦੇ ਵਿੱਚ ਭਾਵ ਤਾਂ ਆਉਣਾ ਹੀ ਆਉਣਾ ਹੈ। ਉਥਾਨਕਾ ਜਿਹੜੀ ਹੈ ਵੀ ਉਹ ਜਗ੍ਹਾ ਕਿੱਥੇ ਹੋਈ ਹੈ, ਉਹ ਵਾਰਤਾਲਾਪ ਜਿਹਦਾ ਪੱਕਾ ਪਤਾ ਹੈ ਉਹ ਦੱਸਣੀ ਚਾਹੀਦੀ ਹੈ। ਜੇ ਕੋਈ ਕਲਪਤ ਗੱਲ ਹੈ ਉਹ ਜ਼ਰੂਰੀ ਨਹੀਂ ਵੀ ਆਪਾਂ ਉਹਨੂੰ ਮੰਨੀਏ। ਉੱਥੇ ਭਾਈ ਜਸਪਾਲ ਵੀਰ ਸਿੰਘ ਜੀ ਦੀ ਗੱਲ ਸਹੀ ਹੈ, ਅਦਰਵਾਈਜ਼ ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਕਹਿੰਦੇ ਹੈ ਬਈ ਉਥਾਨਕਾ ਦੇ ਨਾਲ ਗੱਲ ਸਮਝ ਆ ਜਾਂਦੀ ਹੈ। ਜੇ ਹੁਣ ਆਪਾਂ ਇਹ ਵਿਚਾਰੀਏ ਬਈ ਜਿੱਥੇ 16 ਸਾਹਿਬ ਪੜ੍ਹਦੇ ਆ, ਪੁਰੀ ਦੀ ਜਗਨਨਾਥਪੁਰੀ ਦੀ ਸਾਖੀ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਚਲੇ ਗਏ ਸੀ, ਉਹ ਆਰਤੀ ਉਚਾਰਦੇ ਸੀ। ਤੋ ਗੁਰੂ ਸਾਹਿਬ ਨੇ ਆਪਣਾ ਢੰਗ ਦੱਸਿਆ ਵੀ ਆ ਸਾਰੇ ਸੰਸਾਰ ਦੇ ਵਿੱਚ ਭਾਈ ਪਰਮਾਤਮਾ ਦੀ ਆਰਤੀ ਹੋ ਰਹੀ ਹੈ। ਜੇ ਨਹੀਂ ਦੱਸਾਂਗੇ ਵੀ ਇਹ ਜਗਨਨਾਥਪੁਰੀ ਹੋਇਆ ਹੈ, ਪੰਡਤਾਂ ਦੇ ਨਾਲ ਉੱਥੇ ਵਿਚਾਰਾਂ ਹੋਈਆਂ, ਸ਼ਾਮ ਦੇ ਟਾਈਮ ਉਹ ਕਰਦੇ ਸੀ ਆਰਤੀ, ਤਾਂ ਗੱਲ ਦੀ ਸਮਝ ਨਹੀਂ ਆਏਗੀ। ਉਹ ਜ਼ਰੂਰੀ ਹੈ। ਔਰ ਉਨਾ ਕੁ ਤਾਂ ਗੁਰਸਿੱਖਾਂ ਨੂੰ ਪਤਾ ਹੁੰਦਾ, ਜਿਹੜੀਆਂ ਇਸ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਗੁਰਬਾਣੀ 'ਚ ਆਉਂਦੀਆਂ ਸੁਦੇ ਸਿੱਧ ਹੀ ਉਹਨਾਂ ਦੀ ਉਥਾਨਕਾ ਬਣਦੀ ਹੈ। ਉਥਾਨਕਾ ਬਿਨਾਂ ਉਹ ਗੱਲ ਬਣੇ ਨਹੀਂ ਸਕਦੀ ਵਿਚਾਰ ਦੀ। ਤੋ ਕਾਫੀ ਲੰਬੀ ਹੋ ਚੱਲੀ ਆਡੀਓ, ਦਿਓ ਆਗਿਆ ਕਿਸੇ ਵੀ ਗਲਤ ਬਿਆਨੀ ਦੀ, ਔਰ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ 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 ਵਾਹ, ਇਹ ਸ਼ਬਦ ਨਿਕਲਦੇ ਆ ਗੁਰਸਿੱਖਾਂ ਖਾਤਰ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀਓ, ਭਾਈ ਅਮਰੀਕ ਸਿੰਘ ਜੀਓ, ਭਾਈ ਜਸਪਾਲ ਸਿੰਘ ਜੀਓ ਤੇ ਗਿਆਨੀ ਗੁਰਵਿੰਦਰ ਸਿੰਘ ਜੀ। ਇਹ ਤਾਂ ਹੈਗੇ ਵਕਤੇ, ਪਰ ਇਸ ਗਰੁੱਪ ਦੇ ਵਿੱਚ ਕੁਝ ਛੁਪੀਆਂ ਰੂਹਾਂ ਵੀ ਹੈ। ਬਲਦੇਵ ਸਿੰਘ ਜੀ, ਕਈਆਂ ਦੇ ਨਾਂ ਨਹੀਂ ਪਤਾ, ਉਂਝ ਕਦੇ ਕਦੇ ਉਹ ਬੋਲਦੇ ਉਹਨੇ ਪਤਾ ਹੁੰਦਾ। ਭਾਈ ਮਨਜੀਤ ਸਿੰਘ ਜੀ, ਉਹ ਤਾਂ ਚਲੋ ਵਕਤੇ ਆ, ਉਹਨਾਂ ਵਰਗਾ ਵੇਗ ਤਾਂ ਕਿਸੇ ਦਾ ਸਾਡਾ ਹੈ ਹੀ ਨਹੀਂ। ਇੰਨੀ ਤੇਜ਼ ਬੋਲ ਕੇ ਵੀ ਗੁਰਬਾਣੀ ਸਪਸ਼ਟ ਪੜ੍ਹ ਜਾਣੀ ਤਾਂ ਕਮਾਲ ਦੀ ਗੱਲ ਹੈ। ਭਾਈ ਰਣਜੀਤ ਸਿੰਘ ਜੀ ਦੇ ਕਲਾਵੇ ਦੇ ਵਿੱਚ, ਉਹਨਾਂ ਦੇ ਜ਼ਿਹਨ ਦੇ ਵਿੱਚ ਸਾਰਾ ਸੰਸਾਰ ਸਮਾਇਆ ਹੋਇਆ। ਉਹ ਚਾਹੁੰਦੇ ਆ ਵੀ ਸਿੱਖੀ ਦੀ ਜਿਹੜੀ ਵਲਗਣ ਹੈ ਇਹਦੇ ਵਿੱਚ ਸਾਰਾ ਸੰਸਾਰ ਆ ਜਾਵੇ। ਜੇ ਕੋਈ ਛੱਲ ਬਾਹਰ ਵੀ ਨਿਕਲੀ ਹੋਈ ਹੈ ਸਮੁੰਦਰ ਦਾ, ਉਹ ਵੀ ਵਿੱਚ ਆ ਜਾਵੇ। ਬਹੁਤ ਉੱਚੀ ਬਾਤ ਹੈ। ਭਾਈ ਅਮਰੀਕ ਸਿੰਘ ਜੀ ਜਿਹੜੀ ਵਿਚਾਰ ਕਰਦੇ ਆ ਵੀ ਪਰਮਾਤਮਾ ਗੁਰੂ ਸਰਬੱਗ ਹੈ, ਉਹ ਕੁਛ ਵੀ ਕਰ ਸਕਦੇ ਆ, ਇਹਦੇ 'ਚ ਕੋਈ ਡਾਊਟ ਹੀ ਨਹੀਂ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ, ਇੱਕ ਅੱਖ ਦੇ ਝਮੱਕੇ 'ਚ ਕੁਛ ਤੇ ਕੁਛ ਕਰ ਸਕਦੇ ਆ। ਪਰਮਾਤਮਾ ਗੁਰੂ ਇੱਕੋ ਚੀਜ਼ ਹੈ। ਅਰੇ ਹੁੰਦਾ ਵੀ ਆਇਆ ਕਈ ਵਾਰ ਪਸਰਿਓ ਪਸਾਰ। ਜਿਹੜੀ ਬਾਤ ਭਗਤ ਲੋਚਨ ਜੀ ਦੀ ਅੰਤਕਾਲ ਵਾਲੀ, ਉਹਨੂੰ ਇੱਕ ਗੁਰਬਾਣੀ ਦੀ ਇੱਕ ਤੋਕ, ਇੱਕ ਮਹਾਂਵਾਕ ਰੂਪਮਾਨ ਕਰਦਾ ਉਹ ਸਾਰੀ ਵਿਚਾਰ ਨੂੰ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਕਿਉਂਕਿ ਕਈ ਕੁਆਟਰਸ ਤੋਂ ਇਹ ਖਿਆਲ ਆ ਜਾਂਦਾ ਹੈ ਵੀ ਸਾਰੀ ਉਮਰ ਕੋ ਕਰਮ ਕਰਕੇ ਕਿੱਕਣ ਬੰਦੇ ਦਾ ਜਾਮਲ ਦਾ ਆਧਾਰ ਹੋ ਗਿਆ ਜਾਂ ਗਨਕਾਂ ਦਾ ਹੋ ਗਿਆ। ਉਹ ਗੱਲ ਹੈਗੀ ਹੈ ਵੀ ਜੇ ਕੋਈ ਸਤਿਗੁਰੂ ਨੂੰ ਮਿਲ ਪਵੇ, ਚਾਹੇ ਡੈਥ ਬੈੱਡ ਤੇ ਵੀ ਮਿਲ ਪਵੇ, ਉਹਦਾ ਮਨ ਬਦਲ ਜੇ, ਉਹਨੂੰ ਅਹਿਸਾਸ ਹੋ ਜੇ ਵੀ ਮੈਂ ਗਲਤ ਹੈ। ਇਹੀ ਕੁਛ ਤਾਂ ਗੁਰੂ ਚਾਹੁੰਦਾ ਹੈ। ਪਰਮਾਤਮਾ ਦੇ ਸਭ ਬੱਚੇ ਹੈ, ਉਹਨੂੰ ਕੋਈ ਰੌਲਾ ਨਹੀਂ ਕੋਈ ਪੁੰਨੀ ਹੈ ਕਿ ਪਾਪੀ ਹੈ। ਉਹਦੇ ਹੁਕਮ ਵਿੱਚ ਹੀ ਹੋ ਰਿਹਾ ਸਾਰਾ ਕੁਛ। ਉਹਦਾ ਨਾਟਕ ਹੈ, ਉਹਦਾ ਪ੍ਰਪੰਚ ਹੈ। ਰਾਮ ਚੰਦਰ ਜੀ ਵਿੱਚ ਵੀ ਉਹੀ ਹੈ, ਰਾਵਣ 'ਚ ਵੀ ਉਹੀ ਹੈ। ਪਰ ਗੱਲ ਇੰਨੀ ਉਹ ਹੈ ਸਿਰਫ ਵੀ ਜੇ ਕਿਸੇ ਵੀ ਬੰਦੇ ਦਾ, ਚਾਹੇ ਪਾਪੀ ਹੈ ਚਾਹੇ ਪੁੰਨੀ ਹੈ, ਪੁੰਨੀ ਪਾਪੀ ਇੱਕੋ ਹੀ ਹੈ ਵੈਸੇ, ਹਉਮੈ ਚੋਂ ਨਿਕਲੇ ਹੋਏ ਵਿਚਾਰੇ ਹੈ। ਕਿਸੇ ਵੀ ਘੜੀ ਜਿਹਦਾ ਮਨ ਬਦਲ ਗਿਆ, ਉਹ ਛਿਣ ਬਣ ਗਿਆ, ਜਿਹਨੂੰ ਇੱਕ ਛਿਣ ਗੁਰਬਾਣੀ ਵਾਰ-ਵਾਰ ਕਹਿੰਦੀ ਹੈ, ਇੱਕ ਨਿਮਕ, ਉਹਦਾ ਆਧਾਰ ਹੋ ਜਾਂਦਾ। ਇਹ ਗੁਰੂ ਫਰਮਾਉਂਦਾ ਹੈ ਗੱਲ, ਇਹ ਤਾਂ ਮੰਨਣੀ ਓ ਪਊਗੀ ਗੱਲ। ਨੋਰਮਲੀ ਜਿਹੜੀ ਜਨਰਲ ਗੱਲ ਹੈ ਉਹ ਇਹ ਹੈ ਵੀ ਜਿਹੋ ਜਿਹੇ ਸਾਰੀ ਉਮਰ ਬੰਦਾ ਕਰਦਾ ਹੈ, ਜਿਤ ਲਾਗੋ ਮਨ ਵਾਸਨਾ, ਜਿਹੜੀ ਵਾਸਨਾ 'ਚ ਸਾਰੀ ਉਮਰ ਲੰਘੀ ਹੈ, ਅੰਤ ਦੇ ਟਾਈਮ ਉਹੀ ਪ੍ਰਗਟ ਹੁੰਦੀ ਹੈ। ਮਰਨ ਦੇ ਟਾਈਮ ਉਹਦੇ ਖਿਆਲ, ਉਹਦੇ ਸੁਪਨੇ ਆਉਂਦੇ। ਮਰਨ ਦੇ ਟਾਈਮ ਵੀ ਧੀਆਂ ਪੁੱਤਰਾਂ ਨਾਲ ਮੋਹ ਹੈ, ਉਹ ਪ੍ਰਗਟ ਹੋਊਗਾ। ਪੈਸੇ ਵੱਲ ਮੋਹ ਜ਼ਿਆਦਾ ਹੈ ਤਾਂ ਪੈਸਾ ਪ੍ਰਗਟ ਹੋਊਗਾ। ਕੋਈ ਹੋਰ ਖਿਆਲ ਹੈ ਉਹ ਪ੍ਰਗਟ ਹੋਊਗਾ।
ਔਰ ਉਹਦੇ ਮੁਤਾਬਕ ਅਗਲਾ ਜਾਮਾ ਵੀ ਬਣਨਾ, ਕਿਉਂਕਿ ਗੁਰਮਤ ਦਾ ਜਿਹੜੇ ਬਾਕੀ ਦੇ ਵੀ 3 ਧਰਮ ਹੈ ਹਿੰਦੁਸਤਾਨ ਦੇ ਓਰੀਐਂਟਲ, ਇਹਨਾਂ ਦੀ ਮਾਨਤਾ ਹੈ ਜੂਨਾਂ ਦੇ ਵਿੱਚ 84 ਲੱਖ ਦੇ ਗੇੜ 'ਚ ਪੈਣਾ। 84 ਲੱਖ ਜਾਂ ਜਿੰਨੇ ਵੀ ਲੱਖ ਹੈ, ਗੁਰਮਤ ਤਾਂ ਕਹਿੰਦੇ ਫਰਮਾਉਂਦੀ ਹੈ ਵੀ ਪਤਾ ਹੀ ਨਹੀਂ ਕਿੰਨੇ ਤੋਂ ਲੱਖ ਹੈ। 84 ਲੱਖ ਤਾਂ ਇੱਕ ਸਾਡਾ ਹਿੰਦੂ ਸਭਤਾ 'ਚੋਂ ਖਿਆਲ ਆਇਆ ਹੋਇਆ, ਗੁਰਬਾਣੀ 'ਚ ਵੀ ਇਹਦੇ ਹਵਾਲੇ ਆਉਂਦੇ। 42 ਲੱਖ ਜੀ ਜਲ ਮੈਂ ਹੋਤੇ, 42 ਬਾਹਰ ਹੈ। ਲੇਕਿਨ ਇਹ ਵੀ ਨਾਲ ਕਹਿ ਦਿੱਤਾ ਵੀ ਕੋਈ ਕੇਤੀਆਂ ਖਾਣੀ ਕੇਤੀਆਂ ਬਾਣੀ, ਕੋਈ ਅੰਤ ਸਾਹਿਬ ਹੀ ਨਹੀਂ ਹੈ। ਜਿਹੜਾ ਸਾਡੇ ਸਾਹਮਣੇ ਫਲਸਫਾ ਸੀ ਗੁਰੂ ਸਾਹਿਬ ਦੇ ਸਾਹਮਣੇ ਵੀ ਉਹੀ ਸੀ ਹਿੰਦੁਸਤਾਨ ਦਾ, ਉਹਨੂੰ ਲੈ ਕੇ ਫਿਰ ਆਪਣੀ ਬਾਤ ਕਹੀ ਹੈ। ਉਹਨਾਂ ਦਾ ਵੀ ਵਿੱਚ ਵਿਚਾਰ ਆਉਂਦਾ, 4 ਯੁੱਗਾਂ ਦੀ ਗੱਲ ਵੀ ਗੁਰਬਾਣੀ 'ਚ ਪਾਈ ਹੋਈ ਹੈ, ਪਰ ਨਾਲ ਆਪਣਾ ਨਿਰਣਾ ਵੀ ਦੇ ਦਿੱਤਾ ਵੀ ਇੱਥੇ ਤਾਂ ਕਿਤਨੇ ਯੁੱਗ ਹੈ ਭਾਈ, ਪਤਾ ਹੀ ਨਹੀਂ ਹੈ ਕਿੰਨੇ ਯੁੱਗ ਹੈ। ਸੋ ਉਹ ਪ੍ਰਸੰਗ ਅਨੁਸਾਰ ਬਾਤ ਹੁੰਦੀ ਹੈ ਗੁਰਬਾਣੀ ਵਿੱਚ। ਫਿਰ ਤਾਂ ਵਾਹ ਵਾਹ ਹੀ ਨਿਕਲਦੀ ਹੈ। ਸੱਜਣੋ, ਗੁਰਸਿੱਖੋ, ਗੁਰਮੁਖੋ, ਬਹੁਤ ਕੁਝ ਸਿੱਖਣ ਨੂੰ ਇਸ ਗਰੁੱਪ 'ਚੋਂ ਮਿਲ ਰਿਹਾ। ਨਿਹਾਲ ਨਿਹਾਲ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।